हाँ जी, सत श्री अकाल जी। स्वागत है तुहाडा एक बार फिर तो रेस अकैडमी ऑफिशियल के यूट्यूब प्लेटफॉर्म के उत्ते ते जेडे भी एप्लीकेशन ते देख रहे हो तो उन्हों का भी स्वागत है। सो अज आप करांगे एक नवे सिरे तो शुरुआत करांगे आप रीजनिंग MCQ सीरीज़ की। सो जिहदे विच तुहानूं तुहाडे प्रीवियस ईयर बेस्ड क्वेश्चन भी मिलणगे, जिहड़े खुद मुख्त तैयार होणगे वो भी मिलणगे, ते आउण वाले फ्यूचर दे विच भी जिहड़े साडे क्वेश्चन आ सकदे आ उहदे ते वर्क प्रॉपर तुहानूं मिलूगा। सो एक बारी आपां डिस्कशन कर लैंदे। डिस्कशन शुरू करन तो पहलां ਇਹ ਕੁਝ ਟੌਪਿਕ ਆ ਦੈਨ ਟੌਪਿਕ ਸਟਾਰ ਮੈਂ ਲਿਖੇ ਹੋਏ ਆ ਰੈਂਡਮਲੀ ਜਿਹੜੇ ਆਪਣੇ ਪੇਪਰਾਂ ਦੇ ਵਿੱਚ ਪੁੱਛੇ ਜਾਂਦੇ ਆ, ਤੇ ਇਹ ਮੈਂ ਤੁਹਾਨੂੰ ਦੱਸਦਾ। ਅਗਰ ਤੁਸੀਂ ਰੇਸ ਅਕੈਡਮੀ ਅਫੀਸ਼ੀਅਲ ਦੀ ਐਪਲੀਕੇਸ਼ਨ ਨੂੰ ਇੰਸਟਾਲ ਨਹੀਂ ਕੀਤਾ ਤਾਂ ਐਪਲੀਕੇਸ਼ਨ ਨੂੰ ਇੰਸਟਾਲ ਕਰੋ। ਕੁਝ ਇਦਾਂ ਦਾ ਲੋਗੋ ਦਿਸੂਗਾ ਤੁਹਾਨੂੰ ਪਲੇ ਸਟੋਰ ਦੇ ਉੱਤੇ। ਦੈਨ ਪਲੇ ਸਟੋਰ ਦੇ ਉੱਤੇ ਜਾ ਕੇ ਇਹਨੂੰ ਤੁਸੀਂ ਓਪਨ ਕਰ ਸਕਦੇ। ਦੈਨ ਉਸ ਤੋਂ ਬਾਅਦ ਤੁਹਾਨੂੰ ਨੈਕਸਟ ਇਵੇਂ ਤੁਸੀਂ ਐਕਸਪਲੋਰ ਐਜ਼ ਅ ਗੈਸਟ ਵੀ ਕਰ ਸਕਦੇ ਹੋ। ਦੈਨ ਤੁਸੀਂ ਆਪਣਾ ਨੰਬਰ ਭਰ ਕੇ ਉਹਦੇ ਤੇ ਲੌਗਇਨ ਵੀ ਕਰ ਸਕਦੇ ਹੋ। ਸੋ ਇਵੇਂ ਤੁਸੀਂ ਅਗਰ ਨੰਬਰ ਆਪਣਾ ਭਰੋਗੇ ਪ੍ਰੋਸੀਡ ਸਿਕਿਉਰਲੀ ਕਰਕੇ, ਦੈਨ ਉਸ ਤੋਂ ਬਾਅਦ ਤੁਹਾਨੂੰ ਇੱਕ OTP ਮੰਗਿਆ ਜਾਊਗਾ। OTP ਤੁਸੀਂ ਇੱਥੇ ਭਰ ਸਕਦੇ ਆ। ਤੁਹਾਡਾ ਰੈਂਡਮਲੀ ਅਗਰ ਸਿਮ ਫੋਨ ਦੇ ਵਿੱਚ ਹੀ ਹੈ ਤਾਂ ਆਟੋਮੈਟਿਕਲੀ ਪਿਕ ਕਰ ਲੇਗਾ। ਅਦਰਵਾਈਜ਼ ਤੁਸੀਂ ਦੂਸਰੇ ਨੰਬਰ ਤੋਂ ਕਰ ਰਹੇ ਹੋ ਤਾਂ ਉਹਦੇ ਨਾਲ ਤੁਸੀਂ ਮੈਨੂਅਲੀ ਵੀ ਜਿਹੜਾ ਕਰ ਸਕਦੇ ਹੋ। ਸੋ ਇਵੇਂ ਤੁਹਾਨੂੰ ਜਿਹੜਾ ਓਪਨ ਸਟਰਕਚਰ ਇਹਦੇ ਵਿੱਚ ਖੁੱਲ੍ਹ ਕੇ ਆਊਗਾ। ਇੱਥੇ ਦੇਖ ਸਕਦੇ ਤੁਸੀਂ ਹੋਮ ਹੋਊਗਾ, ਸਟੋਰ ਹੋਊਗਾ, ਚੈਟ। ਇਹ ਚੈਟ ਸੈਕਸ਼ਨ ਉਹਨਾਂ ਦੇ ਲਈ ਆ ਜਿਹੜੇ ਆਲਰੇਡੀ ਕੋਰਸ ਦੇ ਵਿੱਚ ਐਨਰੋਲਡ ਆ ਤੇ ਉਹਨਾਂ ਨੂੰ ਨੋਟੀਫਿਕੇਸ਼ਨ ਆਉਂਦੀ ਰਹਿੰਦੀ ਹੈ ਕਿ ਅੱਜ ਕਿਹੜੀ ਕਲਾਸ ਲਾਈਵ ਹੈ ਜਾਂ ਰਿਕਾਰਡਡ, ਜਾਂ ਕਿਹੜੇ ਸੈਕਸ਼ਨ ਦੇ ਵਿੱਚ ਕਿਹੜੇ ਸਬਜੈਕਟ ਦੀ ਕਿਹੜੀ ਕਲਾਸ ਕਿਵੇਂ ਐਂਟਰ ਹੋ ਗਈ ਹੈ। ਸੋ ਇਹ ਤੁਹਾਡੀ ਪ੍ਰੋਫਾਈਲ ਆ। ਦੈਨ ਸਟੋਰ ਤੇ ਤੁਸੀਂ ਓਪਨ ਕਰੋਗੇ, ਤੁਹਾਨੂੰ ਮੈਂ ਵਿਊ ਦਿਖਾ ਦਿੰਦਾ ਕਿ ਸਟੋਰ ਦੇ ਉੱਤੇ ਤੁਹਾਨੂੰ ਇਦਾਂ ਦਾ ਜਿਹੜਾ ਵਿਊ ਦਿਖਾਈ ਦੇਊਗਾ। ਤੁਹਾਨੂੰ ਪਤਾ ਕਿ ਤੁਹਾਡੇ ਸਾਰੇ ਜਿਹੜੇ ਪੇਪਰ ਆ ਉਹ ਲਾਈਨ ਅਪ, ਚਾਹੇ ਉਹ PSSB ਦੇ ਵਿੱਚ ਤੁਹਾਡਾ ਐਕਸਾਈਜ਼ ਹੋਵੇ, ਵੀਡੀਓ ਦਾ ਹੋਵੇ, ਚਾਹੇ ਤੁਹਾਡਾ ਜਿਹੜਾ PSSB ਦੇ ਵਿੱਚ ਡਾਟਾ ਕਮੈਂਟਰੀ ਆਪਰੇਟਰ ਆ, ਜਨਰਲ ਕਲਰਕ ਹੈ, ਤੇ ਬਾਕੀ ਜਿਹੜੇ ਨਾਰਮਲ ਕਲਰਕ ਵੀ ਉਹ ਜਿਹੜੇ ਪੇਪਰ ਆ। ਸੋ ਤੁਸੀਂ ਦੇਖ ਸਕਦੇ ਇੰਡੀਵਿਜੂਅਲ ਵੀ ਤੁਸੀਂ ਬੈਚ ਲੈ ਸਕਦੇ ਹੋ, ਕੰਪਲੀਟ ਕੰਬੋ ਵੀ ਲੈ ਸਕਦੇ PSSB ਦਾ। ਬਾਕੀ ਹੋਰ ਵੀ PPSC ਦੇ ਰਿਗਾਰਡਿੰਗ ਵੀ ਜਿਹੜੇ ਕੋਰਸ ਆ ਉਹ ਤੁਹਾਨੂੰ ਮਿਲਦੇ ਰਹਿਣਗੇ। ਸੋ ਅਗਰ ਤੁਸੀਂ ਮੇਰਾ ਕੋਰਸ ਬਾਏ ਕਰਨਾ ਚਾਹੁੰਦੇ ਹੋ ਕੰਪਲੀਟ ਰੀਜ਼ਨਿੰਗ ਦਾ, ਉਹ ਵੀ ਤੁਹਾਨੂੰ ਸਟੋਰ ਦੇ ਉੱਤੇ ਮਿਲ ਜਾਊਗਾ। ਕਲਾਸਾਂ ਇਹਦੇ ਵਿੱਚ ਤੁਹਾਨੂੰ ਰੈਗੂਲਰਲੀ ਜਿਹੜੀਆਂ ਉਹ ਮਿਲ ਰਹੀਆਂ। ਅਗਰ ਤੁਸੀਂ ਕੋਰਸ ਨੂੰ ਬਾਏ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੇਰਾ ਕੂਪਨ ਕੋਡ ਜਿਹੜਾ ਉਹ ਇਸਤੇਮਾਲ ਕਰ ਸਕਦੇ ਹੋ। ਕੂਪਨ ਕੋਡ ਸੰਧੂ 10 ਦਾ ਜਿਹੜਾ ਇਸਤੇਮਾਲ ਕਰ ਸਕਦੇ ਹੋ। ਸੋ ਅੱਜ ਪਹਿਲੀ ਕਲਾਸ ਆ, ਥੋੜੀ ਜਿਹੀ ਇਨਫੋਰਮੇਸ਼ਨ ਤੁਹਾਨੂੰ ਜਿਹੜੀ ਆ ਉਹ ਹੋਣੀ ਚਾਹੀਦੀ ਹੈ, ਕਿਉਂਕਿ ਅਗਰ ਵਿੱਚ ਤੁਹਾਡੇ ਵਿੱਚ ਕੋਈ ਨਿਊ ਹੋਵੇ ਤਾਂ, ਕਿਉਂਕਿ ਤੁਹਾਨੂੰ ਪਤਾ ਕਿ YouTube ਦੇ ਉੱਤੇ ਜਿਹੜਾ ਟਾਈਮ ਲਿਮਿਟ ਉਹ ਕਾਫੀ ਘੱਟ ਹੁੰਦੀ ਆ। ਸੋ ਇਸ ਕਰਕੇ ਕੋਰਸਿਸ ਦੇ ਵਿੱਚ ਤੁਹਾਨੂੰ ਐਨਰੋਲ ਹੋਊਗਾ, ਉੱਥੇ ਤੁਹਾਡੇ ਲਈ ਟਾਈਮ ਲਿਮਿਟ ਦੀ ਕੋਈ ਜਿਹੜੀ ਆ ਦਿੱਕਤ ਨਹੀਂ ਹੁੰਦੀ। ਸੋ ਉਸ ਤੋਂ ਤੁਸੀਂ ਚੰਗੀ ਤਰ੍ਹਾਂ ਤਿਆਰੀ ਜਿਹੜੀ ਕਰ ਸਕਦੇ ਹੋ। ਸੋ ਹੋਰ ਤੁਹਾਨੂੰ ਮੈਂ ਦੱਸ ਦੇਵਾਂ ਕਿ ਅਗਰ ਤੁਸੀਂ ਇਹ ਸਾਨੂੰ ਪਤਾ ਸਾਡਾ ਇਹ ਸਿਲੇਬਸ ਆ ਕਲੀਅਰ ਆ। ਸਿਲੇਬਸ ਦੇ ਵਿੱਚ ਆਪਾਂ ਇੱਕ ਮੋਟਾ ਨਜ਼ਰ ਮਾਰ ਲੈਂਦੇ ਹਾਂ ਕਿ ਆਪਣੇ ਪੰਜਾਬ ਦੇ ਪੇਪਰਾਂ ਦੇ ਵਿੱਚ ਜ਼ਿਆਦਾਤਰ ਕੀ ਪੁੱਛਿਆ ਜਾਂਦਾ। ਸੋ ਇਹ ਨਹੀਂ ਹੈ ਕਿ ਇਹ ਸਿਰਫ ਇਹੀ ਹੈ, ਇਸ ਤੋਂ ਇਲਾਵਾ ਵੀ ਇਹਨਾਂ ਦੇ ਸਬ ਟੌਪਿਕਸ ਆ, ਹੋਰ ਵੀ ਜਿਹੜੇ ਕੁਛ ਹੈਗੇ। ਮੈਂ ਇੱਕ ਤਰ੍ਹਾਂ ਦਾ ਡਿਫਰੈਂਸ਼ੀਏਟ ਤੁਹਾਨੂੰ ਕਰਕੇ ਦੱਸਿਆ ਹੋਇਆ। ਤੁਸੀਂ ਫਿਕਰ ਨਾ ਕਰਿਓ, ਤੁਹਾਡੇ ਜਿਹੜੇ ਆ MCQ ਦੀ ਫਾਰਮ ਦੇ ਵਿੱਚ ਉਹ ਸਾਰਾ ਜਿਹੜਾ ਸਿਲੇਬਸ ਤੁਹਾਡਾ ਉਹ ਕਵਰ ਹੋ ਜਾਊਗਾ YouTube ਦੇ ਸਾਡੇ ਆਉਣ ਵਾਲੇ ਸੈਸ਼ਨਾਂ ਦੇ ਵਿੱਚ। ਸੋ ਅੱਜ ਆਪਾਂ ਪੇਪਰ ਰੱਖਿਆ ਜਿਹੜਾ ਹੈੱਡ ਕਾਂਸਟੇਬਲ ਦੇ ਵਿੱਚ ਤੁਹਾਡਾ ਰੀਸੈਂਟ ਪੇਪਰ ਹੋ ਕੇ ਹਟਿਆ, ਉਹਦੇ ਕੁਝ ਕੁ ਬਿਹਤਰੀਨ ਕੁਐਸਚਨ ਰੱਖੇ ਤਾਂ ਕਿ ਤੁਹਾਨੂੰ ਆਈਡੀਆ ਹੋ ਸਕੇ ਕਿ ਅਗਰ ਤੁਹਾਡਾ ਪੇਪਰ ਜਿਹੜਾ ਟਫ ਵੀ ਥੋੜਾ ਜਿਹਾ ਟਫ ਮੋਡਰੇਟ ਬਣ ਸਕਦਾ, ਹਾਈ ਟੂ ਮੋਡਰੇਟ ਟੂ ਹਾਈ ਲੈਵਲ ਦਾ ਬਣ ਸਕਦਾ, ਤਾਂ ਉਹਦੇ ਵਿੱਚ ਵੀ ਸਾਡੀ ਕੀ ਅਪਰੋਚ ਰਹਿ ਸਕਦੀ ਸੀਗੀ। ਸੋ ਆਪਾਂ ਐਨਾਲੌਜੀ ਦੇ ਵਿੱਚ ਦੇਖਦੇ ਹਾਂ। ਸਾਨੂੰ ਪਤਾ ਕਿ ਸਾਡੀ ਜਿਹੜੀ ਆ, ਇੱਕ ਸੈਕਿੰਡ ਦਿਓ, ਜਿਹੜੀ ਸਾਡੀ ਨੌਨ ਵਰਬਲ ਰੀਜ਼ਨਿੰਗ ਆ, ਨੌਨ ਵਰਬਲ ਰੀਜ਼ਨਿੰਗ ਤੇ ਵਰਬਲ ਰੀਜ਼ਨਿੰਗ ਦੇ ਵਿੱਚ ਆਪਾਂ ਜਨਰਲੀ ਵੰਡਦੇ। ਬਾਕੀ ਐਨਾਲਿਟੀਕਲ ਲੌਜੀਕਲ ਉਹਨੂੰ ਆਪਾਂ ਜ਼ਿਆਦਾਤਰ ਡਿਫਰੈਂਸ਼ੀਏਟ ਨਹੀਂ ਕਰਦੇ ਕਿਉਂਕਿ ਉਹ ਸਾਰਾ ਇਹਦੇ ਵਿੱਚ ਹੀ ਆ ਜਾਂਦਾ। ਸੋ ਐਨਾਲੌਜੀ ਦੇ ਵਿੱਚ ਸਾਨੂੰ ਪਤਾ ਕਿ ਰਿਲੇਸ਼ਨ ਦੱਸਣਾ ਹੁੰਦਾ, ਕਲਾਸੀਫਿਕੇਸ਼ਨ ਦੇ ਵਿੱਚ ਆਪਾਂ ਵੱਖਰੇ ਚੁਣਨੇ ਹੁੰਦੇ ਆ, ਕੋਡਿੰਗ ਡਿਕੋਡਿੰਗ ਸੀਰੀਜ਼ ਦੇ ਵਿੱਚ ਹੁਣ ਤੁਹਾਡੀ ਜਿਹੜੀ ਆ ਅਲਫਾਬੈਟ ਸੀਰੀਜ਼ ਵੀ ਆ ਗਈ, ਰਿਪੀਟਡ ਸੀਰੀਜ਼ ਵੀ ਆ ਗਈ, ਨੰਬਰ ਸੀਰੀਜ਼ ਵੀ ਆ ਗਈ। ਸੋ ਇਹ ਸਾਰਾ ਐਟਲੀਸਟ ਤੁਹਾਨੂੰ ਜਿਹੜੇ ਟੌਪਿਕ ਬਾਰੇ ਇਹਨਾਂ ਘੱਟੋ ਘੱਟ ਇਹਨਾਂ ਟੌਪਿਕਸ ਬਾਰੇ ਜਿਹੜਾ ਜਾਣਕਾਰੀ ਉਹ ਹੋਣੀ ਚਾਹੀਦੀ, ਤਾਂ ਕਿ ਅਗਰ ਤੁਸੀਂ ਕਿਤੇ ਵੀ ਤਿਆਰੀ ਕਰ ਰਹੇ ਹੋ ਤਾਂ ਤੁਹਾਨੂੰ ਜਿਹੜਾ ਉਹ ਪਤਾ ਹੋਣਾ ਚਾਹੀਦਾ। ਸੋ ਇਵੇਂ ਤੁਹਾਡਾ ਮਿਸਿੰਗ ਨੰਬਰ ਆ ਇਹ ਸੀਰੀਜ਼ ਦਾ ਹੀ ਜਿਹੜੀ ਐਪਲੀਕੇਸ਼ਨ ਆ, ਦੈਨ ਬਲੱਡ ਰਿਲੇਸ਼ਨ ਦੇ ਉੱਤੇ ਤੁਹਾਨੂੰ ਪਤਾ ਕਿ ਅਗਰ ਤੁਸੀਂ ਹੈੱਡ ਕਾਂਸਟੇਬਲ ਦਾ ਪੇਪਰ ਦੇਖਿਆ ਹੋਵੇ ਤਾਂ ਕੋਡਡ ਬਲੱਡ ਰਿਲੇਸ਼ਨ ਦੇ ਭਰ ਕੇ ਜਿਹੜੇ ਕੁਐਸਚਨ ਉਹ ਇਹਦੇ ਵਿੱਚ ਆਏ ਸੀਗੇ, ਜਿਹੜੇ ਕਿ ਬਹੁਤ ਆਸਾਨ ਹੁੰਦੇ ਪਰ ਦੇਖਣ ਨੂੰ ਔਖੇ ਲੱਗਦੇ। ਇੱਕ ਕੁਐਸਚਨ ਰੱਖਿਆ ਹੋਇਆ ਇਹਦੇ ਵਿੱਚ ਵੇਨ ਡਾਇਗਰਾਮ ਦੇ ਵਿੱਚ ਡਾਈਸ ਐਂਡ ਕਿਊਬ ਦਾ, ਤੁਹਾਨੂੰ ਪਤਾ ਹੈ ਜਿਹੜਾ ਤੁਹਾਡਾ ਡਾਇਰੈਕਸ਼ਨ ਐਂਡ ਡਿਸਟੈਂਸ ਹੋ ਗਿਆ, ਇਹਦੇ ਉੱਤੇ ਵੀ ਸਾਡਾ ਮੋਡਰੇਟ ਕੁਐਸਚਨ ਬਣ ਜਾਂਦੇ ਆ। ਅਰਥਮੈਟਿਕ ਰੀਜ਼ਨਿੰਗ ਦੇ ਵਿੱਚ ਸਾਡੇ ਮੈਥਮੈਟੀਕਲ ਆਪਰੇਸ਼ਨ ਹੋ ਗਿਆ, ਏਜ ਵੀ ਇਹਦੇ ਵਿੱਚ ਆ ਜਾਂਦੀ ਆ। ਦੈਨ ਸਭ ਤੋਂ ਮੋਸਟ ਇੰਪੋਰਟੈਂਟ ਆ ਕਲੋਕ ਕੈਲੰਡਰ, ਜਿਹਦੇ ਕਿ ਅੱਜ ਵੀ ਆਪਾਂ ਕੁਐਸਚਨ ਰੱਖੇ ਹੋਏ ਆ। ਸਿਟਿੰਗ ਪਜ਼ਲ ਆਪਾਂ ਜਨਰਲੀ ਸਾਨੂੰ ਪਤਾ ਕਿ ਸਾਡੇ ਆਪਾਂ ਅਗਰ ਇੱਕ ਵਾਰੀ ਬਣਾਉਣਾ ਸ਼ੁਰੂ ਕਰ ਦਈਏ ਤਾਂ ਬੇਸਿਕ ਲੈਵਲ ਦੀ ਜਿਹੜੀ ਸਿਟਿੰਗ ਪਜ਼ਲ ਸਾਨੂੰ ਉਹ ਆਉਂਦੀ ਹੈ, ਤੇ ਦੈਨ ਉਹ ਆਪਾਂ ਈਜ਼ੀਲੀ ਕਵਰ ਕਰ ਲੈਂਦੇ ਹਾਂ। ਦੈਨ ਸਿਲੋਜਿਜ਼ਮ ਦੇ ਵਿੱਚ ਹੋ ਗਿਆ, ਇਨਇਕੁਐਲਿਟੀ ਦਾ ਵੀ ਇੱਕ ਅੱਧਾ ਕੁਐਸਚਨ ਦੇਖਣ ਨੂੰ ਮਿਲ ਜਾਂਦਾ, ਜਿਵੇਂ ਕਿ ਤੁਹਾਡਾ ਕੋਆਪਰੇਟਿਵ ਜਿਹੜਾ ਇੰਸਪੈਕਟਰ ਦੇ ਪੇਪਰ ਦੇ ਵਿੱਚ ਦੇਖਣ ਨੂੰ ਮਿਲੂਗਾ। ਸੋ ਉਹ ਵੀ MCQ ਦੀ ਫਾਰਮ ਦੇ ਵਿੱਚ ਆਪਾਂ ਕਵਰ ਕਰ ਲਵਾਂਗੇ। ਸੋ ਇੱਦਾਂ ਨੌਨ ਵਰਬਲ ਰੀਜ਼ਨਿੰਗ ਦੇ ਵਿੱਚ ਤੁਹਾਡੀ ਸੀਰੀਜ਼ ਆ ਗਈ, ਐਨਾਲੌਜੀ ਆ ਗਈ, ਕਲਾਸੀਫਿਕੇਸ਼ਨ ਤੁਹਾਨੂੰ ਇੱਕ
ਅੰਬੈਡਡ ਫਿਗਰ ਦਾ ਵੀ ਅੱਜ ਕੁਐਸਚਨ ਰੱਖਿਆ ਹੈ, ਪੇਪਰ ਕਟਿੰਗ ਫੋਲਡਡ ਹੋ ਗਿਆ, ਅੰਬੈਡਡ ਫਿਗਰ ਹੋ ਗਿਆ, ਕੰਪਲੀਟੇਸ਼ਨ ਆਫ ਫਿਗਰ ਹੋ ਗਿਆ, ਮਿਰਰ ਐਂਡ ਵਾਟਰ ਇਮੇਜ, ਜਿਹੜੀ ਕਿ 90% ਸਾਡਾ ਸਿਲੇਬਸ ਨॉन ਵਰਬਲ ਰੀਜ਼ਨਿੰਗ ਦਾ ਇਹਦੇ ਉੱਤੇ ਹੀ ਸਾਡਾ ਬਣ ਕੇ ਜਿਹੜਾ ਉਹ ਆ ਜਾਂਦਾ। ਦੈਨ ਕਾਊਂਟਿੰਗ ਆਫ ਫਿਗਰ, ਇਹਦਾ ਵੀ ਇੱਕ ਕੁਐਸਚਨ ਰੱਖਿਆ ਹੋਇਆ ਲਾਸਟ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੂਗਾ। ਸੋ ਇਹ ਦੋ ਵਾਈਡ ਪੋਰਸ਼ਨ ਆ ਜਿਹੜੇ ਨॉन ਵਰਬਲ ਰੀਜ਼ਨਿੰਗ ਦੇ ਵਿੱਚ ਸਾਡਾ ਜਿਹੜਾ ਮੈਕਸਿਮਮ ਪੋਰਸ਼ਨ ਕਵਰ ਕਰ ਦਿੰਦੇ ਆ। ਸੋ ਇਹ ਸੀਗੀ ਜਿਹੜੀ ਸਾਡੀ ਸਿਲੇਬਸ ਦੀ ਇੰਟਰੋਡਕਸ਼ਨ। ਬਾਕੀ ਇੱਕ ਵਾਰੀ ਫਿਰ ਮੈਂ ਤੁਹਾਨੂੰ ਦੱਸ ਦਿੰਦਾ, ਅਗਰ ਤੁਸੀਂ ਸਾਡੇ ਆਫਿਸ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਹੋਰ ਦੱਸ ਦੇਵਾਂ ਕਿ ਆ ਜਿਹੜਾ ਸਾਡਾ 5500 MCQ ਦਾ ਸੀਰੀਜ਼ ਆ, ਬਸ ਲਿਮਿਟਡ ਸਟਾਕ ਰਹਿੰਦੇ ਆ, ਮੈਕਸਿਮਮ 5 ਤੋਂ 6 ਪੀਸ ਹੀ ਜਿਹੜੇ ਬਚੇ ਹੋਏ ਆ। ਤਾਂ ਇਹ ਤੁਸੀਂ ਅਗਰ ਆਰਡਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਫਲਾਈਨ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਆਫਿਸ ਆ ਸਕਦੇ ਹੋ। ਸਾਡੇ ਸਟਰੀਟ ਨੰਬਰ 21A ਬੋਲ ਲਓ, 21A ਬੋਲ ਲਓ। ਸਭ ਤੋਂ ਮੇਜਰ ਇਹਦਾ ਜਿਹੜਾ ਰੈਫਰੈਂਸ ਆ ਨੀਅਰ ਘੋੜਾ ਚੌਂਕ ਬਠਿੰਡਾ 100 ਫੁੱਟੀ ਰੋਡ, ਜਿਹਨੂੰ ਆਪਾਂ ਬੋਲ ਦਿੰਦੇ ਆ। ਬਾਕੀ ਅਗਰ ਕੋਈ ਵੀ ਤੁਹਾਡੀ ਕੁਐਰੀ ਤਾਂ ਤੁਸੀਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰ ਸਕਦੇ ਹੋ, 798690 65 66। ਅਦਰਵਾਈਜ਼ ਸਮ ਟਾਈਮ ਇਹ ਨੰਬਰ ਬਿਜ਼ੀ ਹੈ ਤਾਂ ਤੁਸੀਂ ਇਸ ਨੰਬਰ ਦੇ ਉੱਤੇ ਕਾਲ ਵੀ ਜਿਹੜਾ ਕਰ ਸਕਦੇ ਹੋ, 81302 65 66। ਸੋ ਇਹਨਾਂ ਨੰਬਰਾਂ ਦੇ ਉੱਤੇ ਪੂਰੀ ਜਾਣਕਾਰੀ। ਅੱਜ ਪਹਿਲੀ ਕਲਾਸ ਸੀ, ਸੋ ਇਸ ਕਰਕੇ ਮੇਰਾ ਫਰਜ਼ ਸੀ ਤੁਹਾਨੂੰ ਸਾਰਾ ਕੁਝ ਦੱਸਣਾ, ਆਪਣੇ ਬੁੱਕਲੈਟ ਬਾਰੇ, ਕੋਰਸ ਸਟਰਕਚਰ ਬਾਰੇ ਤੇ ਥੋੜਾ ਬਹੁਤ ਸਿਲੇਬਸ ਬਾਰੇ ਜਾਣਕਾਰੀ ਸਾਨੂੰ ਹੋਣੀ ਚਾਹੀਦੀ ਹੈ, ਤਾਂ ਕਿ ਕੋਈ ਨਵਾਂ ਸਿਰਾ ਬੱਚਾ ਜਿਨ੍ਹਾਂ ਦੀ ਹੁਣੇ ਗ੍ਰੈਜੂਏਸ਼ਨ ਕੰਪਲੀਟ ਹੋਈ ਆ ਉਹਨਾਂ ਨੂੰ ਐਟਲੀਸਟ ਅਗਰ ਉਹਨਾਂ ਨੇ ਸਿਲੇਬਸ ਕਿਤੋਂ ਸ਼ੁਰੂ ਨਹੀਂ ਕੀਤਾ ਤਾਂ ਉਹ ਐਟਲੀਸਟ ਘੱਟੋ ਘੱਟ ਉਹਨਾਂ ਨੂੰ ਪਤਾ ਤਾਂ ਲੱਗ ਸਕੇ ਕਿ ਇਵੇਂ ਦੇ ਕੁਐਸਚਨ ਹੁੰਦੇ, ਇਹ ਸਾਡਾ ਰੀਜ਼ਨਿੰਗ ਦਾ ਸਿਲੇਬਸ ਹੁੰਦਾ। ਸੋ ਚੱਲਦੇ ਹਾਂ ਆਪਾਂ। ਆ ਸਾਰਾ ਕੁਝ ਮੈਂ ਤੁਹਾਨੂੰ ਦੱਸ ਹੀ ਦਿੱਤਾ। ਪਹਿਲਾ ਹੀ ਕੁਐਸਚਨ ਜਿਹੜਾ ਤੁਹਾਡਾ ਰੱਖਿਆ ਹੈ ਸਿਲੋਜਿਜ਼ਮ ਦਾ, ਬਿਲਕੁਲ ਮੈਂ ਤੁਹਾਨੂੰ ਦੱਸ ਦੇਵਾਂ ਕਿ ਪਿਓਰਲੀ ਇਹ ਜਿਹੜਾ ਤੁਹਾਡਾ ਪ੍ਰੀਵੀਅਸ ਈਅਰ ਪੇਪਰ ਹੁਣੇ ਹੀ ਹਟਿਆ, ਕਿਉਂਕਿ ਪੇਪਰ ਇੱਕ ਦਿਨ ਵੀ ਪੁਰਾਣਾ ਹੋ ਗਿਆ ਤਾਂ ਸਾਡੇ ਲਈ ਪ੍ਰੀਵੀਅਸ ਈਅਰ ਉਹ ਹੋ ਗਿਆ। ਸੋ ਸਿਲੋਜਿਜ਼ਮ ਦਾ ਕੁਐਸਚਨ ਆ, ਤੁਹਾਨੂੰ ਪਤਾ ਕਿ ਸਿਲੋਜਿਜ਼ਮ ਦੇ ਵੀ ਕੁਐਸਚਨ ਜਿਹੜੇ ਸਾਡੇ ਉਹ ਬਹੁਤ ਹੀ ਜਿਹੜੇ ਬੇਸਿਕ ਲੈਵਲ ਦੇ ਪੁੱਛੇ ਜਾਂਦੇ ਆ, ਕਿਉਂਕਿ ਬੈਂਕ ਦੇ ਵਿੱਚ ਸਾਨੂੰ ਪਤਾ ਕਿ ਇਹਨਾਂ ਦਾ ਲੈਵਲ ਕਾਫੀ ਥੋੜਾ ਜਿਹਾ ਅੱਛਾ ਹੋ ਜਾਂਦਾ, ਚਾਹੇ ਉਹ ਈਦਰ ਔਰ ਹੋਵੇ, ਚਾਹੇ ਲੌਜੀਕਲੀ ਡਜ਼ ਨਾਟ ਫੋਲੋ ਹੋਵੇ, ਚਾਹੇ ਹੋਰ ਵੀ ਸੋ ਆਨ ਜਿਹੜੇ ਅੱਗੇ ਹੋਵੇ, ਰਿਵਰਸ ਸਿਲੋਜਿਜ਼ਮ ਵੀ ਆਪਾਂ ਬੋਲ ਦਿੰਦੇ ਆ। ਬਟ ਆਪਣੇ ਪੰਜਾਬ ਦੇ ਪੇਪਰਾਂ ਦੇ ਵਿੱਚ ਬੇਸਿਕ ਲੈਵਲ ਦੇ ਹੀ ਜਿਹੜੇ ਕੁਐਸਚਨ ਪੁੱਛੇ ਜਾਂਦੇ ਆ। ਸੋ ਆਓ ਆਪਾਂ ਕਰਦੇ ਹਾਂ ਸੋਲਵ। ਬਾਕੀ ਕੁਐਸਚਨ ਨੂੰ ਮੇਰੇ ਸੋਲਵ ਕਰਨ ਤੋਂ ਪਹਿਲਾਂ ਤੁਹਾਡਾ ਕੁਐਸਚਨ ਜਿਹੜਾ ਜ਼ਰੂਰ ਸੋਲਵ ਹੋਣਾ ਚਾਹੀਦਾ। ਬਾਕੀ ਇਹਦਾ ਤੁਸੀਂ ਆਨਸਰ ਕੀ ਵਗੈਰਾ ਬਹੁਤ ਜਗ੍ਹਾ ਤੋਂ ਦੇਖ ਲਈ ਹੋਣੀ ਆ, ਫਿਰ ਵੀ ਆਪਾਂ ਜਿਹੜਾ ਇਹਨੂੰ ਸੋਲਵ ਕਰਦੇ ਹਾਂ। ਸੋ ਕੀ ਕਹਿੰਦੇ ਆ ਸਟੇਟਮੈਂਟਸ ਆ ਸਾਡੀ ਸਮ LRM, ਜਿਵੇਂ ਸਾਨੂੰ ਸਟੇਟਮੈਂਟ ਕਹੀ ਉਵੇਂ ਆਪਾਂ ਵੇਨ ਨੂੰ ਆਪਾਂ ਵੇਨ ਇਹਦਾ ਬਣਾ ਲਵਾਂਗੇ। ਕਹਿੰਦੇ ਸਮ LRM ਆ ਜੀ, L ਦਾ ਪੂਰੀ ਬਾਉਂਡਰੀ ਹੋ ਗਈ, ਦੈਨ ਉਹਦਾ ਕੁਝ ਪੋਰਸ਼ਨ ਆ ਜਿਹੜਾ ਉਹ ਆਪਣਾ M ਆ, ਮੈਂ ਬਣਾ ਲਿਆ ਜੀ। ਦੈਨ ਉਸ ਤੋਂ ਬਾਅਦ ਕਹਿੰਦੇ ਸਮ MRN, ਦੈਨ M ਦਾ ਕੁਝ ਪੋਰਸ਼ਨ ਆ ਜਿਹੜਾ N ਆ। ਕਲੀਅਰ ਆ ਚੀਜ਼, ਇੰਨੀ ਵੇਨ ਸਾਨੂੰ ਦਿਖਦੀ ਹੈ ਬੜੇ ਪਿਆਰ ਦੇ ਨਾਲ। ਦੈਨ ਉਸ ਤੋਂ ਬਾਅਦ ਕਹਿੰਦੇ ਆਲ NRO, ਜਿਹੜਾ ਸਾਰੇ ਦਾ ਸਾਰਾ N ਆ ਜਿਹੜਾ ਉਹ ਆ, ਸਾਡੇ ਕੋਲ ਪੂਰੀ ਦੀ ਪੂਰੀ ਵੇਨ ਡਾਇਗਰਾਮ ਬਣ ਗਈ। ਦੈਨ ਇਹ ਆਪਾਂ ਪੂਰੀ ਜਿਹੜੀ ਸਟੇਟਮੈਂਟ ਨੂੰ ਆਪਾਂ ਵੇਨ ਡਾਇਗਰਾਮ ਦੇ ਰਾਹੀਂ ਇਹਨੂੰ ਦਰਸਾ ਲਿਆ। ਦੈਨ ਹੁਣ ਆਪਾਂ ਕੱਢਾਂਗੇ ਕਨਕਲੂਜਨ। ਕਨਕਲੂਜਨ ਦੇਖਣ ਤੋਂ ਪਹਿਲਾਂ ਇੱਕ ਵਾਰੀ ਆਪਸ਼ਨ ਨਾਲ ਜ਼ਰੂਰ ਧਿਆਨ ਦੇ ਲਿਆ ਕਰੋ ਕਿ ਓਨਲੀ ਕਨਕਲੂਜਨ 1 ਫੋਲੋ ਕਰ ਰਿਹਾ, ਓਨਲੀ ਕਨਕਲੂਜਨ 2 ਫੋਲੋ ਕਰ ਰਿਹਾ, ਕਿਉਂਕਿ ਤੁਹਾਡਾ ਇੱਕ ਮੈਕਸਿਮਮ ਟਾਈਮ ਇੱਦਾਂ ਹੁੰਦਾ ਕਿ ਇੱਕ ਆਪਸ਼ਨ ਸੋਲਵ ਹੋਣ ਦੇ ਨਾਲ ਹੀ ਤੁਹਾਨੂੰ ਬਾਕੀ ਸੋਲਵ ਕਰਨ ਦੀ ਜਿਹੜੀ ਲੋੜ ਹੀ ਨਹੀਂ ਪੈਂਦੀ। ਧਿਆਨ ਦੇ ਨਾਲ ਸਮਝ ਗਏ ਤੁਸੀਂ। ਦੇਖੋ ਕਹਿੰਦੇ ਸਮ LRO, ਤੁਸੀਂ ਦੇਖੋ ਕਿ L ਤੇ O ਦਾ ਤੁਹਾਨੂੰ ਜਿਹੜਾ ਮੈਂ ਅਲੱਗ ਰੰਗ ਨਾਲ ਦਿਖਾ ਦੇਵਾਂ, L ਤੇ O ਦਾ ਜਿਹੜਾ ਕੋਈ ਵੀ ਡਾਇਰੈਕਟ ਰਿਲੇਸ਼ਨ ਨਹੀਂ ਦਿਖਦਾ ਪਿਆ, ਇਹਦਾ ਮਤਲਬ ਇਹਦੇ ਬਾਰੇ ਅਸੀਂ ਡੈਫੀਨੇਟ ਟਿੱਪਣੀ ਨਹੀਂ ਕਰ ਸਕਦੇ। ਇਹਦਾ ਮਤਲਬ ਇਹ ਡਾਊਟਫੁਲ ਹੈ। ਡਾਊਟਫੁਲ ਕਿਉਂ ਲਿਖਿਆ, ਇਹ ਸਾਰਾ ਕੁਝ ਤੁਹਾਨੂੰ ਪੇਡ ਸੈਕਸ਼ਨ ਦੇ ਵਿੱਚ ਪੜ੍ਹਾਇਆ ਜਾਊਗਾ ਤੇ ਤੁਹਾਨੂੰ ਸਮਝ ਲੱਗੂਗੀ ਕਿਵੇਂ ਤੁਹਾਡਾ ਜਿਹੜਾ ਇਹ ਡਾਊਟਫੁਲ ਮੈਂ ਲਗਾਇਆ। ਇਹਨੂੰ ਮੈਂ ਸਿੱਧਾ ਡਾਇਰੈਕਟ ਗਲਤ ਕਿਉਂ ਨਹੀਂ ਕੀਤਾ, ਕਿਉਂਕਿ ਅਗਰ ਇਹਦੇ ਨਾਲ ਪੋਸੀਬਿਲਿਟੀ ਲਾ ਦਈਏ ਤਾਂ ਇਹ ਸਹੀ ਹੋ ਸਕਦਾ, ਇਸ ਕਰਕੇ ਇਹਨੂੰ ਮੈਂ ਡਾਊਟਫੁਲ ਦੇ ਵਿੱਚ ਗਲਤ ਕੀਤਾ ਤੇ ਡਾਊਟਫੁਲ ਦਾ ਸਿੰਬਲ ਮੈਂ ਇਵੇਂ ਹਾਈਫਨ ਜਿਹੜਾ ਪਾ ਦਿੰਦਾ। ਦੈਨ ਉਸ ਤੋਂ ਬਾਅਦ ਕਹਿੰਦੇ ਸਮ ORN, ਡੈਫੀਨੇਟਲੀ ਅਗਰ ਸਾਰੇ ਦਾ ਸਾਰਾ NO ਦੇ ਅੰਦਰ ਆ ਤੇ O ਦਾ ਕੁਝ ਹਿੱਸਾ ਜਿਹੜਾ N ਹੋ ਜਾਊਗਾ, ਇਹਦਾ ਮਤਲਬ ਇਹ ਸਹੀ ਆ। ਹੁਣ ਮੈਂ ਇੱਕ ਗੱਲ ਤੁਹਾਨੂੰ ਕਹੀ ਸੀ, ਇੱਕ ਵਾਰੀ ਆਪਸ਼ਨ ਨਾਲ ਜ਼ਰੂਰ ਦੇਖ ਲਿਓ, ਅਗਰ ਪਹਿਲਾ ਸਾਡਾ ਗਲਤ ਹੋ ਜਾਂਦਾ ਤਾਂ ਆਹ ਸਾਡਾ ਆਨਸਰ ਹੋ ਨਹੀਂ ਸਕਦਾ ਸੀਗਾ, ਬੋਥ 1 ਐਂਡ 2 ਫੋਲੋ ਸਾਡਾ ਕਰ ਨਹੀਂ ਸਕਦਾ ਸੀ। ਕਲੀਅਰ ਆ ਚੀਜ਼। ਹੁਣ ਇੱਕ ਚੀਜ਼ ਦੇਖੋ ਤੁਸੀਂ, ਓਨਲੀ ਕਨਕਲੂਜਨ 2 ਫੋਲੋ, ਓਨਲੀ ਕਨਕਲੂਜਨ 3 ਫੋਲੋ, ਤਾਂ ਤੁਹਾਨੂੰ ਕੀ ਲੱਗਦਾ ਅਗਰ ਜੇ ਦੂਸਰਾ ਸਹੀ ਹੋ ਗਿਆ ਤਾਂ ਆਹੀ ਸਾਡਾ ਆਨਸਰ ਹੋ ਜਾਊਗਾ, ਆ ਵੀ ਆਟੋਮੈਟਿਕਲੀ ਗਲਤ ਹੋ ਜਾਊਗਾ। ਕਲੀਅਰ ਆ ਨਾ ਚੀਜ਼। ਸੋ ਇਵੇਂ ਆਪਾਂ ਦਿਮਾਗ ਕੰਮ ਕਰਨਾ, ਕਿਉਂਕਿ ਕਹਿੰਦੇ ਨੋ M is O, ਜਦ ਕਿ ਤੁਸੀਂ ਦੇਖ ਸਕਦੇ ਆ ਕਿ M ਦਾ ਜਿਹੜਾ ਆ ਹਿੱਸਾ ਕਿਹੜਾ ਜਿਹੜਾ N ਆ ਉਹ O ਦੇ ਵਿੱਚ ਹੈ, ਇਸ ਕਰਕੇ M ਦਾ ਕੁਝ ਹਿੱਸਾ ਜਿਹੜਾ O ਹੈਗਾ ਤੇ O ਦਾ ਕੁਝ ਹਿੱਸਾ ਵੀ ਜਿਹੜਾ M ਹੈਗਾ। ਸੋ ਇਸ ਕਰਕੇ ਆਹ ਸਟੇਟਮੈਂਟ ਵੀ ਆਪਣੀ ਗਲਤ ਹੋ ਗਈ, ਇਹ ਡੈਫੀਨੇਟਲੀ ਗਲਤ ਹੋਈ ਆ, ਇਹ 100% ਗਲਤ ਹੋਈ ਆ, ਆਹ ਡਾਊਟਫੁਲ ਦੇ ਵਿੱਚ ਗਲਤ ਹੋਈ ਹੈ। ਇਹ ਵੀ ਚੀਜ਼ਾਂ ਦਾ ਧਿਆਨ ਰੱਖਣਾ। ਸੋ ਇਸ ਕਰਕੇ ਓਨਲੀ ਕਨਕਲੂਜਨ 2 ਫੋਲੋ ਵਿਲ ਬੀ ਆਵਰ ਆਨਸਰ ਜਿਹੜਾ ਉਹ ਹੋ ਜਾਵੇਗਾ। ਬਾਕੀ ਦੇਖੋ ਪੰਜਾਬੀ ਦੇ ਵਿੱਚ ਅਗਰ ਮੈਂ ਪੇਪਰ ਲੈ ਕੇ ਆਉਂਗਾ ਤੁਹਾਡੇ ਲਈ ਤਾਂ ਇਹਦੇ ਲਈ ਜਗ੍ਹਾ ਸਪੇਸ ਬਹੁਤ ਘੱਟ ਜਿਹੜੀ ਕਵਰ ਹੋ ਜਾਣੀ, ਫਿਰ ਵੀ ਮੈਂ ਪੰਜਾਬੀ ਦੇ ਵਿੱਚ ਪੂਰਾ ਐਕਸਪਲੇਨ ਕਰ ਰਿਹਾ, ਈਵਨ ਕਿ ਮੈਂ ਬੋਲ ਹੀ ਪੰਜਾਬੀ ਰਿਹਾ। ਕਲੀਅਰ ਆ ਚੀਜ਼। ਸੋ ਤੁਸੀਂ ਇਹ ਦਿੱਕਤ ਪਰੇਸ਼ਾਨੀ ਨਹੀਂ ਕਰਨੀ ਕਿ ਇਹਦੇ ਵਿੱਚ ਕੀ ਲਿਖਿਆ, ਇਹਨੂੰ ਮੈਂ ਬੋਲ ਦੇਵਾਂ ਕੁਝ
ਐਨ ਹਨ, ਜਿਹੜੇ ਸਾਰੇ ਦੇ ਸਾਰੇ ਐਨ ਆ ਉਹ O ਹਨ। ਕਲੀਅਰ ਆ ਚੀਜ਼। ਆਹ ਟਿੱਪਣੀਆਂ ਹੋ ਗਈਆਂ, ਵਿਆਖਿਆ ਹੋ ਗਈ, ਇਹ ਸਾਰਾ ਕੁਝ ਸਾਨੂੰ ਪਤਾ ਹੋਣਾ ਚਾਹੀਦਾ। ਬਾਕੀ ਤੁਸੀਂ ਪੇਪਰ ਜਿਹੜਾ ਉਹ ਦੇਖ ਹੀ ਲਿਆ ਹੋਊਗਾ। ਦੂਸਰਾ ਆ ਇਹ ਤੁਹਾਡਾ ਹੁਣ ਪੇਅਰ ਐਨਾਲੋਜੀ ਦੇ ਵਿੱਚ ਆਪਾਂ ਪੇਅਰ ਜਿਹੜਾ ਆ ਪੇਅਰ ਪੇਅਰਿੰਗ ਕਰਦੇ ਹੁੰਦੇ। ਪੇਅਰਿੰਗ ਹੁਣ ਤੁਹਾਨੂੰ ਪਤਾ ਇਹ ਤੁਹਾਡਾ ਮਿਸਲੇਨੀਅਸ ਦੇ ਵਿੱਚ ਆ ਜਾਂਦਾ, ਜਿਹਨੂੰ ਆਪਾਂ ਜੰਬਲਿੰਗ ਟੌਪਿਕ ਬੋਲਦੇ ਆ। ਤੁਹਾਨੂੰ ਜਿਹੜਾ ਇਹ ਜੰਬਲਿੰਗ ਦੇ ਵਿੱਚ ਦੇਖਣ ਨੂੰ ਮਿਲ ਜੂਗਾ ਕਿ ਜੰਬਲਿੰਗ ਮਤਲਬ ਉਲਝਿਆ ਹੋਇਆ। ਸੋ ਇਹ ਆਪਾਂ ਦੇਖ ਲਵਾਂਗੇ ਜੰਬਲਿੰਗ ਦੇ ਵਿੱਚ ਸਾਡੀ ਵਰਡ ਫਾਰਮੇਸ਼ਨ ਵੀ ਆ ਜਾਂਦੀ ਹੈ, ਪੇਅਰ ਫਾਰਮੇਸ਼ਨ ਵੀ ਆ ਜਾਂਦੀ ਆ, ਸਾਡੀ ਅਰੇਂਜਮੈਂਟ ਵੀ ਆ ਜਾਂਦਾ ਹੈ ਨਾ। ਸੋ ਇਹਦੇ ਵਿੱਚ ਦੇਖਾਂਗੇ ਕੀ ਕਹਿੰਦੇ ਆ ਇਨ ਦਾ ਕੁਐਸਚਨ a word is given। ਹਾਂਜੀ ਦਿੱਤਾ ਆ how many pairs of letter are there in the word which have as many letter between them in the alphabet। ਸੋ ਹੁਣ ਇੱਥੇ ਮੈਂ ਸਿਰਫ ਤੁਹਾਨੂੰ ਡਾਇਰੈਕਟ ਕੁਐਸਚਨ ਦੱਸੂਗਾ ਕਿ ਕਿਵੇਂ ਕਰਨਾ, ਕਿਉਂਕਿ ਇੱਕ ਇੱਕ ਕੁਐਸਚਨ ਨੂੰ ਆਪਾਂ ਸੋਲਵ ਕਰਨ ਲੱਗ ਪਏ, ਮਤਲਬ ਬੇਸਿਕ ਤੋਂ ਦੱਸਣ ਲੱਗ ਪਏ, ਤਾਂ ਉਹਦੇ ਉੱਤੇ ਟਾਈਮ ਜਿਹੜਾ ਕਾਫੀ ਵੇਸਟ ਜਿਹੜਾ ਹੋ ਜਾਊਗਾ। ਸੋ ਇਹਦੇ ਉੱਤੇ ਸਭ ਤੋਂ ਪਹਿਲਾਂ ਉਹਨਾਂ ਦੀ ਡਾਇਰੈਕਟ ਪਲੇਸ ਵੈਲਿਊ ਲਿਖੋ। ਇੱਕ ਵਾਰੀ ਫਿਰ ਵੀ ਮੈਂ ਤੁਹਾਨੂੰ ਬੇਸਿਕ ਇਹਦਾ ਲਗਭਗ ਵਰਬਲੀ ਜ਼ਰੂਰ ਦੱਸ ਦੂੰਗਾ। 18 ਹੋ ਗਿਆ, 5 ਹੋ ਗਿਆ, 12 ਹੋ ਗਿਆ, 1 ਹੋ ਗਿਆ, 20 ਹੋ ਗਿਆ, 9 ਹੋ ਗਿਆ, 15 ਹੋ ਗਿਆ ਤੇ 14 ਹੋ ਗਿਆ। ਇਹਦੇ ਵਿੱਚ ਇਹ ਦੇਖਣਾ ਹੁੰਦਾ, ਸਪੋਜ਼ ਮੈਂ ਤੁਹਾਨੂੰ ਕਹਾਂ ਕਿ ABCD ਆ, ABCD ਤੋਂ ਦੇਖੋ A ਤੋਂ B ਤੱਕ ਦਾ A ਪੇਅਰ, A ਤੋਂ BC ਤੱਕ ਦਾ, ਮਤਲਬ A ਤੇ B ਦੇ ਵਿਚਕਾਰ ਕਿੰਨਾ ਇੱਕ ਅੱਖਰਾਂ ਦਾ। ਸੋ ਇਦਾਂ ਹੀ ਮੈਂ ਇੱਥੇ ਜੇ ਲਿਖ ਦੇਵਾਂ AB ਆਪਣੇ ਮੈਂ ਲਿਖ ਦੇਵਾਂ AXC ਲਿਖ ਦੇਵਾਂ, ਤਾਂ ਸਾਨੂੰ ਪਤਾ ਆ ਕਿ A ਤੇ C ਦੇ ਵਿਚਕਾਰ ਇੱਕ ਲੈਟਰ ਆਊਗਾ, ਭਾਵੇਂ ਉਹ X ਹੀ ਕਿਉਂ ਨਾ ਹੋਵੇ। ਕਲੀਅਰ ਆ ਚੀਜ਼। ਬਟ ਸਾਨੂੰ ਪਤਾ ਕਿ ਮੇਰਾ A ਤੋਂ C ਤੱਕ ਦਾ ਇਹ ਪੇਅਰ ਬਣਦਾ। ਸੋ ਇੱਦਾਂ ਨੰਬਰਿੰਗ ਕਰਕੇ ਤੁਸੀਂ ਪੇਅਰ ਬਣਾ ਲੈਣੇ। ਦੇਖੋ ਤੁਸੀਂ 18 ਤੋਂ ਸ਼ੁਰੂ ਕਰੋ, ਸਭ ਤੋਂ ਵੱਡੀ ਵੈਲਿਊ ਤੋਂ ਆਪਾਂ ਉੱਤੇ ਜਾਣਾ ਹੀ ਨਹੀਂ। ਤੁਸੀਂ ਦੇਖ ਲਓ ਜਿੱਥੇ ਵੱਡੀ ਵੈਲਿਊ ਸਾਡੀ ਕੰਪਲੀਟ ਹੋ ਗਈ ਉੱਥੋਂ ਆਪਾਂ ਲੀਵ ਕਰ ਦੇਵਾਂਗੇ। ਫਾਰਵਰਡ ਡਾਇਰੈਕਸ਼ਨ ਦੇ ਵਿੱਚ ਵੀ ਦੇਖਣਾ ਤੇ ਬੈਕਵਰਡ ਡਾਇਰੈਕਸ਼ਨ ਦੇ ਵਿੱਚ ਵੀ। ਜਿੰਨਾ ਚਿਰ ਇੱਥੇ ਮੈਂਸ਼ਨ ਨਹੀਂ ਹੈਗਾ ਕਿ ਕੱਲਾ ਸੀਰੀਜ਼ ਦੇ ਵਿੱਚ ਦੇਖਣਾ, ਉਹਨਾਂ ਚਿਰ ਆਪਾਂ ਬੋਥ ਡਾਇਰੈਕਸ਼ਨ ਦੇ ਵਿੱਚ ਆਪਾਂ ਦੇਖਾਂਗੇ। ਸੋ 18 ਤੋਂ ਦੇਖੋ ਆਹ 19 ਹੋਣਾ ਚਾਹੀਦਾ, ਆ 20, ਆ 21। 20 ਤੋਂ ਮੁੜ ਜਾਓ ਕਿਉਂਕਿ ਸਭ ਤੋਂ ਮੈਕਸਿਮਮ ਨੰਬਰ ਸਾਡਾ 20 ਆ। ਇਹਦਾ ਮਤਲਬ 18 ਤੋਂ ਕੋਈ ਫਾਰਵਰਡ ਡਾਇਰੈਕਸ਼ਨ ਦੇ ਵਿੱਚ ਪੇਅਰ ਸਾਡਾ ਨਹੀਂ ਬਣੂਗਾ। 5 ਤੋਂ ਬਾਅਦ 6 ਬਣੂਗਾ, 7 ਬਣੂਗਾ, 8 ਬਣੂਗਾ, 9 ਬਣੂਗਾ। ਇਹਦਾ ਮਤਲਬ ਤੁਸੀਂ ਦੇਖੋ ਕਿ E ਤੋਂ ਲੈ ਕੇ I ਤੱਕ ਓਨੇ ਹੀ ਲੈਟਰ ਆ ਜਿੰਨੇ ਕਿ ਇੰਗਲਿਸ਼ ਅਲਫਾਬੈਟ ਦੇ ਵਿੱਚ ਹੈਗੇ। ਸੋ ਮੇਰਾ E ਤੋਂ I ਤੱਕ ਦਾ ਜਿਹੜਾ ਇੱਕ ਪੇਅਰ ਉਹ ਬਣ ਗਿਆ। ਕਲੀਅਰ ਆ ਚੀਜ਼। ਤੁਸੀਂ ਇਵੇਂ ਜਿਹੜਾ ਉਹ ਮੈਂਸ਼ਨ ਕਰ ਸਕਦੇ ਕਿ E ਤੋਂ ਹੁਣ ਇੱਥੇ ਰੁਕ ਨਹੀਂ ਜਾਣਾ। ਅਗਰ ਅੱਗੇ 10 ਹੋਇਆ ਤਾਂ ਇਹ ਨਹੀਂ ਵੀ ਤੁਸੀਂ 9 ਤੱਕ ਬਣਿਆ ਤਾਂ ਲੀਵ ਕਰ ਦਿਓ, ਅੱਗੇ ਵੀ ਚੈੱਕ ਕਰਾਓ 10 11। ਇਹਦਾ ਮਤਲਬ ਨਹੀਂ ਬਣਿਆ, E ਤੋਂ I ਤੱਕ ਦਾ ਸਿਰਫ ਇੱਕ ਪੇਅਰ ਬਣਿਆ। ਦੈਨ ਹੁਣ ਇਹਦਾ ਕੰਮ ਕੰਪਲੀਟ ਹੋ ਗਿਆ। ਇੱਥੋਂ ਦੇਖੋ 12 ਤੋਂ ਬਾਅਦ 13 ਹੋਣਾ ਚਾਹੀਦਾ, 14 ਹੋਣਾ ਚਾਹੀਦਾ, 15, 16, 17 ਨਹੀਂ, ਕਿਉਂਕਿ 15 ਅਗਰ ਇੱਥੇ ਹੁੰਦਾ ਤਾਂ ਸਾਡਾ ਇਹ ਬਣ ਜਾਊਗਾ। ਇਹਦਾ ਮਤਲਬ ਸਾਡਾ L ਤੋਂ ਵੀ ਕੋਈ ਜਿਹੜਾ ਪੇਅਰ ਨਹੀਂ ਬਣਿਆ। 1 ਤੋਂ ਬਾਅਦ 2, 3, 4, 5, ਕਿਉਂਕਿ ਸਾਰੇ ਨੰਬਰ ਜਿਹੜੇ 5 6 ਤੋਂ ਵੱਡੇ ਹੀ ਆ, 5 ਹੀ ਸਾਡਾ ਜਿਹੜਾ ਸਭ ਤੋਂ ਲੀਸਟ ਨੰਬਰ ਆ। ਸੋ ਇੱਧਰ ਵੀ ਨਹੀਂ ਬਣਿਆ ਸਾਡਾ। 20 ਤੋਂ ਚੈੱਕ ਕਰਾਓ, 20 ਤੋਂ 21 ਬਣੂਗਾ ਹੀ ਨਹੀਂ ਕਿਉਂਕਿ 20 ਹੀ ਸਾਡਾ ਸਭ ਤੋਂ ਵੱਡਾ ਨੰਬਰ ਆ। ਰਿਵਰਸ ਦੇ ਵਿੱਚ ਵੀ ਨਹੀਂ ਬਣੂਗਾ। ਦੈਨ ਉਸ ਤੋਂ ਬਾਅਦ 9, 10, 11 ਨਹੀਂ ਬਣਿਆ, I ਤੋਂ ਵੀ ਨਹੀਂ ਬਣਿਆ ਤੇ B ਤੋਂ ਵੀ ਨਹੀਂ ਬਣਿਆ। 15 ਤੋਂ 14, 15 ਤੋਂ 16 ਆਉਣਾ ਚਾਹੀਦਾ, 15 ਤੋਂ 16 ਨਹੀਂ ਬਣਿਆ। ਬਟ ਹੁਣ ਇਹਨੂੰ ਰਿਵਰਸ ਦੇ ਵਿੱਚ ਚੈੱਕ ਕਰਾ ਲਓ। ਰਿਵਰਸ ਦੇ ਵਿੱਚ ਚੈੱਕ ਕਰਾਵਾਂਗੇ ਤਾਂ ਕੀ ਹੋ ਜਾਊਗਾ, 14 ਤੋਂ 15 ਤੱਕ ਦਾ ਸਾਡਾ ਇੱਕ ਪੇਅਰ ਬਣ ਗਿਆ, N ਤੋਂ O ਤੱਕ ਦਾ ਮੇਰਾ ਇੱਕ ਪੇਅਰ ਬਣ ਗਿਆ, ਮਤਲਬ 2 ਪੇਅਰ ਹੋ ਗਏ ਮੇਰੇ। ਹੁਣ ਇੱਥੇ ਨਹੀਂ ਰੁਕ ਜਾਣਾ, ਇਹਨੂੰ ਚੈੱਕ ਕਰਾਓ 16, 17, 18, 19, 20, 21, ਕਿਉਂਕਿ 20 ਤੱਕ ਸਾਡਾ ਮੈਕਸਿਮਮ ਨੰਬਰ ਆ। ਇਹਦਾ ਮਤਲਬ N ਤੋਂ ਸਿਰਫ ਸਾਡਾ ਜਿਹੜਾ ਇੱਕ ਪੇਅਰ ਬਣਿਆ। ਫਿਲਹਾਲ ਮੇਰੇ ਕੋਲ 2 ਪੇਅਰ ਹੋ ਗਏ, ਬਾਕੀ ਤੁਸੀਂ ਦੇਖ ਲਓ ਕਿ 1 ਪੇਅਰ ਹੋ ਨਹੀਂ ਸਕਦਾ, 2 ਸਾਡਾ ਹੋ ਸਕਦਾ, 4 ਐਂਡ ਮੋਰ। ਇਹ ਵੀ ਆਪਾਂ ਚੈੱਕ ਕਰਾ ਲਵਾਂਗੇ ਇੱਕ ਵਾਰੀ ਸਵਾਲ ਨੂੰ ਸੋਲਵ ਕਰਦੇ ਆਪਸ਼ਨ ਵੱਲ ਵੀ ਨਜ਼ਰ ਜਿਹੜੀ ਉਹ ਰੱਖਣੀ ਆ। ਸੋ 15 ਤੋਂ ਆਪਾਂ ਚੈੱਕ ਕਰਾਵਾਂਗੇ 16, 17, 18, 19, 20 ਨਹੀਂ ਬਣਿਆ। 9, 10, 11, 12 ਆ ਦੇਖੋ 9 ਤੋਂ 12 ਤੱਕ ਦਾ ਜਿਹੜਾ ਤੁਹਾਡਾ ਇੱਕ ਪੇਅਰ ਉਹ ਬਣ ਜਾਊਗਾ। ਕਿਹੜਾ ਬਣਿਆ ਤੁਹਾਡਾ I ਤੋਂ ਲੈ ਕੇ L ਤੱਕ ਦਾ ਜਿਹੜਾ ਪੇਅਰ ਬਣਿਆ, 3rd ਪੇਅਰ ਬਣ ਗਿਆ। ਅੱਗੇ ਚੈੱਕ ਕਰਾ ਲਓ 14, 15 ਨਹੀਂ ਬਣਿਆ। ਦੈਨ ਉਸ ਤੋਂ ਬਾਅਦ 20 ਤੋਂ ਬਾਅਦ ਬਣੂਗਾ ਨਹੀਂ, ਨਾ ਰਿਵਰਸ ਦੇ ਵਿੱਚ ਨਾ ਫਾਰਵਰਡ ਦੇ ਵਿੱਚ। 1, 2, 3, 4 ਨਹੀਂ ਬਣੂਗਾ। 12, 13, 14 ਨਹੀਂ ਬਣੂਗਾ। 5 ਤੇ 6 ਨਹੀਂ ਬਣੂਗਾ। ਸੋ ਸਾਡੇ ਕਿੰਨੇ ਪੇਅਰ ਇਹਦੇ ਵਿੱਚ ਬਣ ਗਏ, ਸਿਰਫ ਸਾਡੇ 3 ਹੀ ਪੇਅਰ ਜਿਹੜੇ ਬਣੇ ਆ। ਸੋ ਆਪਸ਼ਨ ਨੰਬਰ C ਸਾਡੇ ਇਸ ਕੁਐਸਚਨ ਦਾ ਆਨਸਰ ਸਹੀ ਹੋ ਜਾਊਗਾ ਕਿ ਸਾਨੂੰ ਰਿਲੇਸ਼ਨ ਦੇ ਵਿੱਚ ਉਨੇ ਹੀ ਲੈਟਰ ਜਿਹੜੇ ਮਿਲਦੇ ਪਏ ਆ ਜਿੰਨੇ ਕਿ ਇੰਗਲਿਸ਼ ਅਲਫਾਬੈਟ ਦੇ ਵਿੱਚ ਹੋਣ। ਫੋਰ ਐਗਜ਼ਾਮਪਲ ਆ ਮੈਂ ਤੁਹਾਨੂੰ ਜਿਹੜਾ ਸਮਝਾ ਇਹਦੇ ਵਿੱਚ ਦਿੱਤਾ ਹੈ। ਚੱਲਦੇ ਆਪਾਂ ਨੈਕਸਟ ਕੁਐਸਚਨ ਦੇ ਵਿੱਚ। ਹੁਣ ਇਹ ਕੈਲੰਡਰ ਦੀ ਸਭ ਤੋਂ ਬੈਸਟ ਅਗਰ ਤੁਹਾਨੂੰ ਟ੍ਰਿਕ ਯਾਦ ਆ ਨਾ, ਨੋਕੀਆ ਦਾ ਤੁਹਾਡੇ ਕੋਲ ਇੱਕ ਫੋਨ ਹੁੰਦਾ। ਬਾਕੀ ਮੇਰੇ ਸੋਲਵ ਕਰਨ ਤੋਂ ਪਹਿਲਾਂ ਤੁਸੀਂ ਆਨਸਰ ਜ਼ਰੂਰ ਦੇ ਲਿਓ, ਮੈਂ ਸਾਈਡ ਦੇ ਉੱਤੇ ਹੋ ਜਾਂਦਾ। ਹਾਂਜੀ, ਉਮੀਦ ਆ ਤੁਸੀਂ ਸੋਲਵ ਕਰ ਲਿਆ ਹੋਣਾ। ਅਗਰ ਜੇ ਤੁਹਾਡੇ ਵਿੱਚੋਂ, ਵੈਸੇ ਤਾਂ ਹੁਣ ਸਾਰਿਆਂ ਕੋਲ ਸਮਾਰਟਫੋਨ ਹੋਣੇ ਆ, ਅਗਰ ਜੇ ਕਿਸੇ ਕੋਲ ਹੁੰਦਾ ਤਾਂ ਇੱਥੇ ਨੈਕਸਟ ਦਾ ਬਟਨ ਹੁੰਦਾ ਸੀ, ਇੱਥੇ ਪ੍ਰੀਵੀਅਸ ਦਾ, ਦੈਨ ਇੱਥੇ ਪਲੱਸ ਦਾ ਆਵਾਜ਼ ਦਾ, ਇੱਥੇ ਮਾਈਨਸ ਦਾ। ਸੋ ਨੋਕੀਆ ਦਾ 5310 ਫੋਨ ਹੁੰਦਾ ਸੀ, ਉਹਦੇ ਨਾਲ ਤੁਸੀਂ ਇਹ ਜਿਹੜੀ ਟ੍ਰਿਕ ਆ ਉਹ ਯਾਦ ਕਰ ਸਕਦੇ ਹੋ। ਕਲੀਅਰ ਆ ਚੀਜ਼ ਜੀ।
ਸੋ ਇਦਾਂ ਅਗਰ ਤੁਹਾਨੂੰ ਨੋਕੀਆ 5310 ਦੀ ਯਾਦ ਆ, ਸੋ ਤੁਸੀਂ 5310 ਇਹ ਜਿਹੜੀ ਟ੍ਰਿਕ ਯਾਦ ਕਰ ਸਕਦੇ ਹੋ। ਸੋ 5310 ਤੁਹਾਨੂੰ ਜਦੋਂ ਕਲੌਕ ਪੜ੍ਹਾਇਆ ਜਾਂਦਾ, ਕੈਲੰਡਰ ਪੜ੍ਹਾਇਆ ਜਾਂਦਾ, ਉਹਦੇ ਵਿੱਚ ਦੱਸਿਆ ਜਾਂਦਾ ਕਿ ਆ 5 ਦਾ ਮਤਲਬ ਕੀ ਆ, ਆ 3 ਦਾ ਮਤਲਬ ਕੀ ਆ, ਤੇ 0 ਦਾ ਮਤਲਬ ਕੀ ਆ। ਇਹ ਸਾਰੇ ਦੇ ਸਾਰੇ ਜਿਹੜੇ ਆ ਇਹ ਔਡ ਡੇਜ਼ ਆ। ਔਡ ਡੇਜ਼ ਮਤਲਬ ਵਿਸ਼ਵ ਦਿਨ ਆ, ਕਿ ਇੱਕ ਸੈਂਚਰੀ ਦੇ ਵਿੱਚ ਕਿੰਨੇ ਇਹ ਵਿਸ਼ਵ ਦਿਨ ਆ। ਇਹਦਾ ਮਤਲਬ ਕਿ ਆਹ ਹੁੰਦਾ। ਇਹਦੇ ਤੇ ਬੇਸ ਸਾਡੇ ਨੈਕਸਟ ਕੁਐਸਚਨ ਹੋਣਗੇ ਜਿਹੜੇ ਸਾਨੂੰ ਜਿਹੜੇ ਹੈੱਡ ਕਾਂਸਟੇਬਲ ਦੇ ਵਿੱਚ ਪੁੱਛੇ ਗਏ ਸੀ। ਸੋ ਆ ਪਹਿਲੇ 100 ਸਾਲਾਂ ਦੇ ਵਿੱਚ 5 ਔਡ ਡੇ ਹੁੰਦੇ ਆ। ਆ ਨੈਕਸਟ ਜਿਹੜੇ 200 ਸਾਲ, ਅਗਲੇ 100 ਸਾਲ ਹੋ ਗਏ, ਮਤਲਬ 200 ਸਾਲਾਂ ਦੇ ਵਿੱਚ ਸਾਡੇ 3 ਔਡ ਡੇ ਹੋ ਜਾਂਦੇ ਆ, ਤੇ 300 ਸਾਲਾਂ ਦੇ ਵਿੱਚ ਸਾਡਾ ਇੱਕ ਔਡ ਡੇ ਹੋ ਜਾਂਦਾ, ਤੇ 400 ਸਾਲਾਂ ਦੇ ਵਿੱਚ ਸਾਡਾ ਕੋਈ ਵੀ ਜਿਹੜਾ ਫਰੈਕਸ਼ਨ ਆਫ ਟਾਈਮ ਆ ਉਹ ਵੀ ਕੰਪਲੀਟ ਹੋ ਜਾਂਦਾ ਅਕੋਰਡਿੰਗ ਟੂ ਜਿਹੜੀ ਰੈਵੋਲੂਸ਼ਨ ਆ ਅਰਥ ਦੀ, ਜਿਹੜੀ ਤੇ ਰੈਵੋਲੂਸ਼ਨ ਤੇ ਰੋਟੇਸ਼ਨ ਦੇ ਹਿਸਾਬ ਨਾਲ। ਬਾਕੀ ਇਹ ਸਾਰਾ ਕੁਝ ਤੁਹਾਨੂੰ ਪਤਾ ਹੋਣਾ ਚਾਹੀਦਾ। ਜਦੋਂ ਤੁਹਾਨੂੰ ਕੈਲੰਡਰ ਪੜ੍ਹਾਇਆ ਜਾਊਗਾ ਜਾਂ ਪੜ੍ਹਾਇਆ ਜਾਂਦਾ, ਉਦੋਂ ਇਹ ਸਾਨੂੰ ਸਾਰਾ ਕੁਝ ਦੱਸਿਆ ਜਾਂਦਾ। ਸੋ ਇਹਦਾ ਮਤਲਬ ਕੀ ਆ, ਹੁਣ ਆਪਾਂ ਜਦੋਂ ਵੀ ਜਾਰਜੀਅਨ ਕੈਲੰਡਰ ਦੀ ਗੱਲ ਕਰਦੇ ਹਾਂ, ਆਪਾਂ ਮੰਡੇ ਨੂੰ 1 ਕੰਸੀਡਰ ਕਰਦੇ ਹਾਂ, ਟਿਊਜ਼ਡੇ ਨੂੰ 2 ਕਰਦੇ ਹਾਂ, ਵੈਡਨਸਡੇ ਨੂੰ 3 ਮੰਨਦੇ ਹਾਂ, ਤੇ ਫਰਾਈਡੇ ਨੂੰ ਥਰਸਡੇ ਨੂੰ ਆਪਾਂ ਮੰਨਦੇ ਹਾਂ 4, ਤੇ ਫਰਾਈਡੇ ਨੂੰ ਮੰਨਦੇ ਆ 5, ਸੈਟਰਡੇ ਨੂੰ ਮੰਨਦੇ ਆ ਆਪਾਂ 6, ਤੇ ਦੈਨ ਸੰਡੇ ਨੂੰ ਮੰਨਦੇ ਆਪਾਂ 7th। ਇਹੀ ਕਰਦੇ ਆ ਕਿ ਹਫਤੇ ਦਾ ਲਾਸਟ ਦਿਨ ਆਪਾਂ 7th ਮੰਨਦੇ ਆ, ਤੇ ਪਹਿਲਾ ਦਿਨ ਆਪਾਂ ਮੰਡੇ ਤੋਂ ਹੀ ਸ਼ੁਰੂਆਤ ਕਰਦੇ ਆ। ਸੋ ਇਹਦਾ ਮਤਲਬ ਕੀ ਆ, ਫਰਾਈਡੇ 5 ਅਗਰ ਔਡ ਡੇ 5 ਆ, ਤਾਂ ਇਹਦਾ ਮਤਲਬ ਕਿਸੇ ਵੀ ਸੈਂਚਰੀ ਦਾ ਜਿਹੜਾ ਲਾਸਟ ਡੇ ਉਹ ਕੀ ਹੋ ਸਕਦਾ, ਉਹ ਤੁਹਾਡਾ ਫਰਾਈਡੇ ਹੋ ਸਕਦਾ। ਇਹਦਾ ਮਤਲਬ ਇਹ ਆ। ਕਲੀਅਰ ਆ ਚੀਜ਼। ਦੈਨ ਹੁਣ ਕਿਸੇ ਵੀ ਚੀਜ਼ ਸੈਂਚਰੀ ਦਾ ਲਾਸਟ ਡੇ ਔਡ ਡੇ 3 ਆ, ਤਾਂ ਦੈਨ ਇਹਦਾ ਮਤਲਬ ਇਹ ਵੈਡਨਸਡੇ ਹੋ ਸਕਦਾ। ਬਾਕੀ ਆਨਸਰ ਤੁਹਾਡਾ ਇੱਥੋਂ ਹੀ ਤੁਹਾਨੂੰ ਕਲੀਅਰ ਹੋ ਜਾਊਗਾ। ਕਿਉਂਕਿ ਬਾਕੀ ਆਪਸ਼ਨ ਦੇ ਵਿੱਚ ਨਾ ਤੁਹਾਡਾ ਟਿਊਜ਼ਡੇ ਹੋਊਗਾ, ਨਾ ਥਰਸਡੇ ਹੋਊਗਾ, ਨਾ ਸੈਟਰਡੇ ਹੋਊਗਾ। ਉਹਨਾਂ ਨੇ ਪੁੱਛਿਆ ਦਾ ਲਾਸਟ ਡੇ। ਇੱਦਾਂ ਹੀ ਤੁਹਾਡੀ ਫਸਟ ਡੇ ਦੀ ਵੀ ਇੱਕ ਟ੍ਰਿਕ ਜਿਹੜੀ ਉਹ ਬਣ ਜਾਂਦੀ ਹੁੰਦੀ ਆ। ਇਹਨਾਂ ਵਿੱਚ ਇੱਕ ਐਡ ਕਰਕੇ ਉਹ ਆਪਾਂ ਕਦੀ ਫਿਊਚਰ ਦੇ ਵਿੱਚ ਕੁਐਸਚਨ ਕਰਾਂਗੇ ਤਾਂ ਕਰ ਲਵਾਂਗੇ। ਫਿਲਹਾਲ ਇਹਦੇ ਵਿੱਚ ਹੀ ਮੇਰਾ ਸਮਝਾਉਣਾ ਤੁਹਾਨੂੰ ਫਰਜ਼ ਆ। ਸੋ ਦੇਖੋ, ਇੱਕ ਦਾ ਮਤਲਬ ਮੰਡੇ, ਇਹਦਾ ਮਤਲਬ ਕਿਸੇ ਵੀ ਸੈਂਚਰੀ ਦਾ ਲਾਸਟ ਡੇ ਮੰਡੇ ਵੀ ਹੋ ਸਕਦਾ। ਹੁਣ 0 ਦਾ ਮਤਲਬ ਕੀ ਹੈ, ਕਿਸੇ ਵੀ ਸੈਂਚਰੀ ਦਾ ਲਾਸਟ ਡੇ ਸੰਡੇ ਵੀ ਜਿਹੜਾ ਹੋ ਸਕਦਾ। ਸੋ ਇੱਕ ਚੀਜ਼ ਤੁਸੀਂ ਅਗਰ ਨੋਟ ਕੀਤੀ ਹੋਗੀ ਤਾਂ ਆਪਾਂ ਮੰਡੇ ਤੋਂ ਜੇ ਮੈਂ ਸਟਾਰਟ ਕਰ ਲਵਾਂ, ਮੰਡੇ ਹੋ ਗਿਆ, ਚਲੋ ਸ਼ਾਰਟ ਦੇ ਵਿੱਚ ਲਿਖ ਲੈਂਦੇ ਹਾਂ, ਮੰਡੇ ਹੋ ਗਿਆ। ਦੈਨ ਉਸ ਤੋਂ ਬਾਅਦ ਤੁਹਾਡਾ ਵੈਡਨਸਡੇ ਹੋ ਗਿਆ। ਦੈਨ ਉਸ ਤੋਂ ਬਾਅਦ ਕੀ ਸੀ ਤੁਹਾਡਾ, ਵੈਡਨਸਡੇ ਤੋਂ ਬਾਅਦ ਸਾਡਾ, ਇੱਕ ਸੈਕਿੰਡ ਰੁਕਿਓ, ਮੰਡੇ ਹੋ ਗਿਆ, ਟਿਊਜ਼ਡੇ ਨਹੀਂ ਆਇਆ ਸਾਡਾ। ਹਾਂਜੀ, ਉਹ ਵੀ ਚੀਜ਼ ਮੈਂ ਰੈਟ ਦੇ ਨਾਲ ਲਿਖ ਦਵਾਂ, ਜਿਹੜੀ ਸਾਡੀ ਟਿਊਜ਼ਡੇ ਨਹੀਂ ਆਇਆ। ਦੈਨ ਉਸ ਤੋਂ ਬਾਅਦ ਸਾਡਾ ਥਰਸਡੇ ਨਹੀਂ ਆਇਆ। ਥਰਸਡੇ ਤੋਂ ਬਾਅਦ ਸਾਡਾ ਫਰਾਈਡੇ ਆ ਗਿਆ। ਫਰਾਈਡੇ, ਆਹ ਦੇਖੋ ਫਰਾਈਡੇ ਸਾਡਾ ਜਿਹੜਾ ਆਇਆ ਹੋਇਆ, ਮੈਂ ਜਿਹੜਾ ਰੈੱਡ ਦੇ ਨਾਲ ਬਣਾਇਆ ਉਹ ਦਿਨ ਮੇਰੇ ਕੋਲ ਨਹੀਂ ਬਣਦਾ ਪਿਆ ਕਿਸੇ ਵੀ ਸੈਂਚਰੀ ਦਾ ਲਾਸਟ ਡੇ। ਦੈਨ ਇਹ ਕੀ ਹੋ ਜਾਊਗਾ, ਮੇਰਾ ਸੈਟਰਡੇ ਤੇ ਸੰਡੇ ਵੀ ਮੈਨੂੰ ਜਿਹੜਾ ਉਹ ਮਿਲਦਾ ਪਿਆ। ਸੋ ਇੱਥੋਂ ਤੁਹਾਨੂੰ ਇੱਕ ਚੀਜ਼ ਕਲੀਅਰ ਹੋ ਜਾਊਗੀ ਕਿ ਆਪਣੀ ਸੈਂਚਰੀ ਦਾ ਜਿਹੜਾ ਕਿਹੜਾ ਦਿਨ ਉਹ ਲਾਸਟ ਹੋ ਸਕਦਾ। ਸੋ ਆਪਸ਼ਨ ਦੇ ਵਿੱਚ ਮੈਨੂੰ ਜਾਂ ਤਾਂ ਵੈਡਨਸਡੇ ਹੋਣਾ ਚਾਹੀਦਾ ਸੀ, ਜਾਂ ਫਰਾਈਡੇ, ਜਾਂ ਮੰਡੇ। ਸੋ ਇਹਦਾ ਮਤਲਬ TTS ਟਿਊਜ਼ਡੇ, ਥਰਸਡੇ ਤੇ ਸੈਟਰਡੇ ਇਹ ਕਿਸੇ ਵੀ ਸੈਂਚਰੀ ਦੇ ਲਾਸਟ ਡੇ ਨਹੀਂ ਹੋ ਸਕਦੇ। ਸੋ ਇਸ ਕਰਕੇ ਇਹੀ ਤਿੰਨੋਂ ਆਪਸ਼ਨ ਦੇ ਵਿੱਚ ਦਿੱਤੇ ਹੋਏ ਆ। ਸੋ ਵੈਡਨਸਡੇ ਸਾਡਾ ਇਸ ਕੁਐਸਚਨ ਦਾ ਸਹੀ ਆਨਸਰ ਹੋ ਜਾਊਗਾ ਕਿ ਕਿਸੇ ਵੀ ਸੈਂਚਰੀ ਦਾ ਲਾਸਟ ਡੇ ਇਹ ਹੋ ਸਕਦੇ ਆ। ਕਲੀਅਰ ਆ ਜੀ। ਸੋ ਇੰਨਾ ਕੁ ਸਮਝਾਉਣਾ ਮੇਰਾ ਫਰਜ਼ ਸੀ ਤਾਂ ਕਿ ਕੋਈ ਨਵਾਂ ਆ ਤਾਂ ਉਹਨੂੰ ਪਤਾ ਲੱਗ ਸਕੇ। ਮੈਂ ਤੁਹਾਨੂੰ ਦੱਸਿਆ ਕਿ MCQ ਵੀ ਅਗਰ ਆਪਾਂ ਚੰਗੀ ਤਰ੍ਹਾਂ ਕਰਾਂਗੇ ਨਾ, ਅਗਰ ਬੇਸਿਕ ਆਪਾਂ ਥੋੜਾ ਬਹੁਤ ਸਾਡਾ ਲੈਕ ਕਰਦਾ ਤਾਂ ਕਿਤੇ ਨਾ ਕਿਤੇ ਉਹ ਸਟਰੋਂਗ ਜਿਹੜਾ ਜ਼ਰੂਰ ਹੋ ਜਾਂਦਾ। ਕਿਉਂਕਿ ਆਹ ਦੇਖੋ ਹੁਣ ਕਾਫੀ ਇਹ ਮੋਡਰੇਟ ਕੁਐਸਚਨ ਸੀਗਾ, ਇਸੇ ਕਰਕੇ ਕਹਿੰਦੇ ਸੀ ਕਿ ਹੈੱਡ ਕਾਂਸਟੇਬਲ ਦਾ ਪੇਪਰ ਜਿਹੜਾ ਥੋੜਾ ਜਿਹਾ ਮੋਡਰੇਟ ਆਇਆ, ਕਿਉਂਕਿ ਇਹ ਵਾਕਈ ਜਿਹੜਾ ਮੋਡਰੇਟ ਸੀਗਾ, ਕਿਉਂਕਿ ਇਹਦੇ ਵਿੱਚ ਦੋਨੋਂ ਆਹ ਚੀਜ਼ ਜਿਹੜੀ ਮੈਂ ਤੁਹਾਨੂੰ ਪਿੱਛੇ ਦੱਸ ਕੇ ਹਟਿਆ। ਸੋ ਬਿਲਕੁਲ ਪਿਓਰਲੀ ਉਹਦੇ ਬੇਸ ਤੇ ਹੀ ਆ 5310। ਇਹ ਤੁਹਾਨੂੰ ਰੰਗ ਜਿਹੜਾ ਦਿਖਦਾ ਪਿਆ, ਹਾਂ ਬਿਲਕੁਲ ਬਹੁਤ ਸੋਹਣਾ ਦਿਖਦਾ ਪਿਆ। ਆਹ ਮੈਂ ਤੁਹਾਨੂੰ ਦੱਸ ਕੇ ਹਟਿਆ ਕਿ ਆ ਪਹਿਲੇ 100 ਸਾਲਾਂ ਦੀ ਗੱਲ ਕਰ ਲਈਏ, ਆਪਾਂ 200 ਸਾਲਾਂ ਦੀ ਗੱਲ ਕਰ ਲਈਏ, ਆਹ 300 ਸਾਲਾਂ ਦੀ ਗੱਲ ਕਰ ਲਈਏ, ਤਾਂ ਆਹ 400 ਸਾਲਾਂ ਦੀ ਗੱਲ ਕਰ ਲਈਏ। ਸੋ ਇਵੇਂ ਕਰਕੇ ਇਹ ਔਡ ਡੇ ਜਿਹੜੇ ਹੁੰਦੇ ਆ। ਸੋ ਸਾਨੂੰ ਜਿਹੜਾ ਆਨਸਰ ਪੁੱਛਿਆ ਹੋਇਆ ਕਿ ਓਨਲੀ ਫਸਟ ਫੋਲੋ ਕਰਦਾ, ਓਨਲੀ ਸੈਕਿੰਡ, ਬੋਥ ਫਸਟ ਐਂਡ ਸੈਕਿੰਡ, ਨੀਦਰ ਜਿਹੜਾ। ਸੋ ਇਹ ਸਾਡਾ ਜਿਹੜਾ ਅਕੋਰਡਿੰਗ ਟੂ ਆਪਸ਼ਨ ਆਪਾਂ ਆਨਸਰ ਜਿਹੜਾ ਉਹ ਮਾਰਕ ਵੀ ਮੈਕਸਿਮਮ ਟਾਈਮ ਕਰ ਸਕਦੇ, ਪਰ ਇਹਦੇ ਵਿੱਚ ਸਾਨੂੰ ਦੋਨੋਂ ਸੋਲਵ ਕਰਨੇ ਪੈਣਗੇ। ਕਹਿੰਦੇ देयर आर 5 ऑड डेज इन द फर्स्ट, ਆ ਦੇਖੋ ਫਸਟ ਲਿਖਿਆ ਨਾ, ਫਸਟ 500 ਈਅਰਸ ਆਫ ਦਾ ਕੈਲੰਡਰ। ਫਸਟ ਜਿਹੜਾ ਜਾਰਜੀਅਨ ਕੈਲੰਡਰ ਆਪਣਾ ਸਟਾਰਟ ਹੋਇਆ ਸੀਗਾ। ਹੁਣ ਤੁਸੀਂ 500 ਦੇਖੋ, ਕਹਿਣਾ ਸਰ ਤੁਸੀਂ ਆਹ ਦੱਸੀ ਜਾਂਦੇ, 100 ਦੱਸੀ ਜਾਂਦੇ, 200, 300, 400, ਆਪਾਂ 500 ਕਿਵੇਂ ਫਾਈਂਡ ਕਰਾਂਗੇ? ਸੋ 500 ਵੀ ਉਵੇਂ ਫਾਈਂਡ ਕਰੋਗੇ ਤੁਸੀਂ 400 ਦੇ ਮਲਟੀਪਲ ਦੇ ਵਿੱਚ। ਇਹਨੂੰ ਕਿਵੇਂ ਬ੍ਰੇਕ ਕਰ ਸਕਦੇ ਤੁਸੀਂ? 400 ਪਲੱਸ 100
100 लिख के हुण तुहानूं पता ऑड डे की गल चली है, तो ऑड डे की गल चली आ तो 400 सालों के विच किन्ने ऑड डे हुंदे आ, 0 हुंदे आ, ते 100 सालों के विच किन्ने ऑड डे हुंदे आ, एक अपने 5 ऑड डे हुंदे आ, तो दैन टोटल 500 सालों के विच किन्ने ऑड डे हो गए 5, जिहड़ा कि सानूं आंसर दे विच खुद ही उहने कहा होया कि हाँ जी पहले 500 सालों के विच 5 ऑड डे हुंदे आ, इस करके ये आंसर अपना सही हो जाऊगा। इहदा मतलब साडा पहला तो फॉलो करदा पिया, इहदा मतलब नीदर नॉर, तो ये साडा ऑप्शन जिहड़ा कट्टिया जाऊगा। हुण ओनली सैकेंड तो हो नहीं सकदा, ये भी ऑप्शन कट्टिया गया साडे कोल, जां तां कल्ला पहला फॉलो करूगा जां तां फर्स्ट एंड सैकेंड फॉलो करूगे। क्लीयर है चीज़? अगर इन्नी चीज़ तुहानूं क्लीयर है तो दैन अगला क्वेश्चन, हुण दो कंसैप्ट इहदे उत्ते इकट्ठे लगे आ। हुण मैं तुहानूं आह वाली चीज़ डायरैक्ट इस फार्मूले के मैथड नाल भी दस देना, जिहड़ा कि तुहाडा हुंदा 144 0 25 0 36, क्योंकि वाकई ये कैलकुलेटिव क्वेश्चन तो सीगे। क्लीयर है चीज़? ये आप किसी भी चीज़ चाहे थोड़ी डेट ऑफ बर्थ होवे, तुहानूं उहदा तरीक पता तुसीं कर सकते हैं। कहते देर आर 5 ट्यूसडे इन दसंबर 1999, कहते दसंबर 1999 का जिहड़ा कैलेंडर आ उहदे विच 4 मंगलवार होणगे। भाई सानूं किद्दां पता लगूगा? ना तो आपां इहदे विच तुक्का मारन जोगे, क्योंकि तुक्का तो साडा बज्जिया नहीं। अगर किते कल्ला पहले की गल चलदी हुंदी तां आपां मार लंदे। दैन असीं की पता करांगे? अगर जे मैं कढ लवां 1 दसंबर 1999 ਨੂੰ ਕੀ दिन होगा, दैन उस तो मैं वो पूरे कैलेंडर का हिसाब किताब लगा सकदा। हुण एक चीज़ देखनी हुंदी आ साडा जिहड़ा आ ये नॉर्मल ईयर आ। हुण सो मैं डायरैक्ट इहदे विच वैल्यू लिखूंगा, एक बारी मैं तुहानूं दस दिंदा जरूर, क्योंकि अगर कोई बेसिक तो देख रहा तो सब तो पहला लिखना हुंदा गिवन डेट। आ गिवन डेट लिखना हुंदा। एक चीज़ मैं तुहानूं पिछे दसी सीगी कि मैं मंडे नूं फस्ट कंसीडर करूँगा, तो जिहड़ा मैं अकॉर्डिंग टू जिहड़ी मैं ट्रिक लगाऊंगा, बाकी तुसीं भी जिहड़ी फॉलो करदे हो उहदे नाल भी तुहानूं आंसर तो इवें ही फॉलो करना है। सब तो पहला गिवन डेट की गल करदे, दैन उस तो बाद आपां करदे हां मंथ कोड की गल करदे हां। मंथ कोड आ इहदा मतलब आ जिहड़ी मैं चीज़ लिखी आ इहदा मतलब की आ 12 का स्केयर आ, 05 का स्केयर आ, 06 का स्केयर आ, 0 सिर्फ एक याद रखने के लिए आ 12 का स्केयर प्लस 2 आ। ये की आ? ये चीज़ां ये जिहड़ा कोड हैगा ये तुहाडा मंथ कोड है। ये तुहाडे जिहड़े मंथ दे कोड आ, सिर्फ एक इहदे विच परसैप्शन हुंदी है कि अगर गिवन ईयर लीप ईयर होवे सिर्फ जनवरी फरवरी का रौला पैंदा हुंदा, बाकी मैक्सीमम चांसिस दे विच हो जाता। बहुत एक्सैप्शनल केस आ कि आ जनवरी का कोड आ फरवरी का कोड आ मार्च का कोड आ अप्रैल का कोड आ, उस तो बाद जनवरी फरवरी मार्च अप्रैल मई जून जुलाई आ अगस्त हो गया, आ सितंबर हो गया, आ अक्तूबर हो गया, आ नवंबर हो गया, आ दसंबर हो गया। थानू अगर थोड़ी जी स्पीड मैं पूरी कोशिश कर रहा कि घट समय के क्वेश्चन सॉल्व हो सके, पर मैं थानू समझा भी रहा इस करके टाइम थोड़ा जिहा ज़्यादा लग रहा। गिवन डेट हो गया, मंथ कोड हो गया, दैन उस तो बाद तुसीं की करना हुंदा, उस तो बाद तुसीं लिखने हुंदे आ लीप ईयर। हुण लीप ईयर लिखना हुंदा, दैन उस तो बाद लिखना हुंदा गिवन ईयर लिखना हुंदा, दैन उस तो बाद तुसीं की करना हुंदा प्लस कॉन्सटेंट ये जिहड़े आ 5 ऐड कर देना अकॉर्डिंग टू जिहड़ा मैं फार्मूला जिहड़ा लगाने हैं। क्लीयर है चीज़? आ साडी गिवन डेट हो गई, मंथ कोड हो गया, आ लीप ईयर हो गया, आ गिवन ईयर हो गया साडा। दैन उस तो बाद साडी एक चीज़ इंपॉर्टेंट आ जिहदी आपां सेंचुरी कोड की गल करते हैं। सेंचुरी का कोड, हुण सेंचुरी का कोड कड्ढण दे लई मैं तुहानूं आही 5310 वाला फार्मूला दसदा पिया। 5310 हुण साडी 1900 की आ 1999 लिखिया आ। 1999 दे विच साडी सेंचुरी किहड़ी चलदी पई आ? 1900वीं सेंचुरी चलदी पई आ। अगर 1900वीं जिवें मैं तुहानूं 500 नूं बाइफरकेट करके दस्सिया सीगा कि इहनूं 400 प्लस 100 तुसीं लिख सकदे आ, सो उवें ही 1900 नूं लिख सकदे आ। की लिख सकदे आ? 1600 प्लस 3। इहनूं 4 ਦੇ ਮਲਟੀਪਲ ਦੇ ਵਿੱਚ ਹੀ ਕਿਉਂ ਰੱਖ ਰਿਹਾ ਮੈਂ? ਕਿਉਂਕਿ 400 ਸਾਲਾਂ ਦੇ ਵਿੱਚ 0 ਔਡ ਡੇ ਸਾਡਾ ਜਿਹੜਾ ਹੁੰਦਾ, ਸੋ 0 प्लस 3 ਹੁਣ ਕਿੰਨਾ ਹੋ ਜਾਊਗਾ 300 ਸਾਲਾਂ। ਸੋ 300 ਸਾਲਾਂ ਦੇ ਵਿੱਚ ਕਿੰਨੇ ਔਡ ਡੇ ਹੁੰਦੇ ਸਾਨੂੰ ਪਤਾ, ਆ ਸਾਡਾ 300 ਦਾ, ਤਾਂ ਇਹਦੇ ਵਿੱਚ ਇੱਕ ਔਡ ਡੇ ਹੋ ਜਾਊਗਾ। ਇਹਦਾ ਮਤਲਬ ਜਿਹੜੀ 1900ਵੀਂ ਸੈਂਚੁਰੀ ਚੱਲ ਰਹੀ ਆ ਉਹਦੇ ਵਿੱਚ ਇੱਕ ਔਡ ਡੇ ਹੋ ਜਾਊਗਾ। ਸੋ ਕਰਦੇ ਹਾਂ ਆਪਾਂ ਇਸ ਕੁਐਸਚਨ ਨੂੰ ਸੋਲਵ। ਸੋ ਸੈਂਚੁਰੀ ਕੋਡ ਦੀ ਗੱਲ ਕਰ ਲਈ ਆਪਾਂ, ਇੱਕ ਆ ਜਾਊਗਾ। ਗਿਵਨ ਡੇਟ ਜਿਹੜੀ ਦਿੱਤੀ ਉਹ 1 ਦਸੰਬਰ ਆ ਜਾਊਗੀ। ਹੁਣ ਮੰਥ ਕੋਡ ਦਸੰਬਰ ਆ, ਦਸੰਬਰ ਦਾ ਕੋਡ ਕੀ ਆ 6, याद रखियो ये चीज़। एक सेकंड आ की हो गया, दसंबर का कोड कितना आ जाऊगा 6। आ चीज़ इवें लिखती, आ चीज़ इवें लिखती, आ चीज़ इवें लिखती। दैन हुण लीप ईयर कितना थानू पता है कि लीप ईयर किवें करोगे तुसीं 4 दे नाल डिवाइड करदे आ। तुसीं देखो कि 22 चौक 88 हुंदा, इहदा मतलब तुहाडे 22 जिहड़े आ ओह लीप ईयर कंप्लीट हो चुके आ। ते दैन लीप ईयर किन्ने हो जाणगे? ये लीप ईयर 22 हो जाणगे। हुण गिवन ईयर कितना तुहाडा? गिवन ईयर हैगा तुहाडा 89। आ तुहाडा 89 जिहड़ा गिवन जिहड़ा रनिंग ईयर आ ਉਹਦੇ ਵਿੱਚ ਵੀ ਆਪਾਂ ऑड डे फाइंड करांगे। दैन कॉन्स्टेंट ਆਪਾਂ 5 ऐड करांगे ਤੇ दैन उस तो बाद ਆਪਾਂ डिवाइड करांगे ਇਹਨੂੰ 7 ਦੇ ਨਾਲ। ਹੁਣ देखो 7 ਦੇ ਨਾਲ डिवाइड करके ना ਸਾਰਿਆਂ ਨੂੰ ਸਮ ਕਰਕੇ नहीं डिवाइड करना, ਜਿਹਦਾ ਸਮ ਸਾਡਾ 7 ਦੇ ਨਾਲ डिवाइड ਹੁੰਦਾ ਉਹਨੂੰ ਤੁਸੀਂ ਐਜ਼ ਇਟ ਇਜ਼ ਜਿਹੜਾ ਕੱਟ ਸਕਦੇ ਹੋ। ਕਿਵੇਂ? देखो आ हो गया ਤੁਹਾਡਾ 6
क्लीयर आ चीज़। 6 ਤੇ 1 7 हो गया, 6 ਤੇ 1 7 ਇਹਦਾ ਮਤਲਬ ਇਹ ਪੂਰਾ ਪੂਰਾ ਵੰਡਿਆ ਜਾਊਗਾ। ਉਸ ਤੋਂ ਬਾਅਦ ਤੁਸੀਂ ਦੇਖੋਗੇ 22 ਤੇ 5 27, ਧਿਆਨ ਦੇ ਨਾਲ ਦੇਖੋ 22 ਤੇ 5 27, 27 ਤੇ 1 28, 7 ਚੌਕਾ 28 ਹੁੰਦੇ, ਇਹ ਵੀ ਗਿਆ। ਹੁਣ ਮੇਰੇ ਕੋਲ ਸਿਰਫ ਕਿੰਨਾ ਬਚਿਆ 89 ਬਚਿਆ। 89/7 ਤੁਸੀਂ ਦੇਖ ਕਰੋਗੇ ਤਾਂ 12 7 84 ਹੁੰਦਾ, 12 7 84 ਹੁੰਦਾ ਤਾਂ ਪੂਰਾ ਪੂਰਾ 12 ਤੇ ਵੰਡਿਆ ਗਿਆ ਤਾਂ ਮੇਰੇ ਕੋਲ 5 ਐਟ ਦੇ ਐਂਡ ਦੇ ਵਿੱਚ ਨਿਕਲ ਕੇ ਆਇਆ। ਇਹਦਾ ਮਤਲਬ 5 ऑड ਡੇਜ਼ ਬਚ ਕੇ ਆਇਆ। 5 ऑड ਡੇਜ਼ ਦਾ ਮਤਲਬ ਮੈਂ ਤੁਹਾਨੂੰ ਪਿੱਛੇ ਹੀ ਦੱਸ ਕੇ ਹਟਿਆ ਸੀਗਾ ਕਿ 5 ऑड ਡੇ ਦਾ ਮਤਲਬ ਕੀ ਹੁੰਦਾ 5 ਫਰਾਈਡੇ। ਸੋ ਇਹਦਾ ਮਤਲਬ ਕੀ ਹੈ ਮੈਨੂੰ ਪਤਾ ਲੱਗ ਗਿਆ ਕਿ 1 ਦਸੰਬਰ ਨੂੰ 1 ਦਸੰਬਰ 1999 ਨੂੰ ਕੀ ਦਿਨ ਸੀਗਾ ਭਾਈ ਫਰਾਈਡੇ ਸੀਗਾ। ਹੁਣ ਫਰਾਈਡੇ ਤੁਹਾਨੂੰ ਪਤਾ ਲੱਗ ਗਿਆ ਕਿ ਫਰਾਈਡੇ ਪਹਿਲੇ ਨੂੰ ਆ ਤਾਂ ਦੈਨ ਸੈਟਰਡੇ ਤੁਹਾਨੂੰ ਪਤਾ ਲੱਗ ਜਾਊਗਾ ਕਿ 2 ਨੂੰ ਆ, ਦੈਨ ਸੰਡੇ ਪਤਾ ਲੱਗ ਜਾਊਗਾ ਤੁਹਾਨੂੰ 3 ਨੂੰ ਆ, ਦੈਨ ਮੰਡੇ ਪਤਾ ਲੱਗ ਜਾਊਗਾ 4 ਨੂੰ। ਸਾਨੂੰ ਕਿੰਨਾ ਮਤਲਬ ਆ ਭਾਈ ਟਿਊਜ਼ਡੇ ਨਾਲ ਮੰਗਲਵਾਰ ਨਾਲ, ਦੈਨ ਮੰਗਲਵਾਰ ਮੈਨੂੰ ਪਤਾ ਲੱਗ ਜਾਊਗਾ ਕਿ 5 ਦੇ ਨਾਲ 5 ਮੰਗਲਵਾਰ ਆ ਤਾਂ ਦੈਨ 5 7 12 ਅਗਲਾ ਮੰਗਲਵਾਰ 12 ਨੂੰ ਆਊਗਾ, 12 7 19 ਅਗਲਾ ਮੰਗਲਵਾਰ ਕਿੰਨੇ ਆਊਗਾ 19 ਨੂੰ, ਦੈਨ 19 ਤੇ 7 26, 26 ਤੇ 7 ਕਰੋਗੇ 33, ਮਹੀਨਾ ਸਾਡਾ ਮੈਕਸਿਮਮ 31 ਦਾ ਹੀ ਹੁੰਦਾ। ਸੋ ਤੁਸੀਂ ਦੇਖ ਲਓ ਕਿ 4 ਮੰਗਲਵਾਰ ਮੈਨੂੰ ਮਿਲ ਗਏ ਜਿਹੜਾ ਕਿ ਕੁਐਸਚਨ ਨੇ ਕਿਹਾ ਸੀਗਾ। ਸੋ ਇਸ ਕਰਕੇ ਕਹਿ ਸਕਦੇ ਸੀਗੇ ਕਿ ਕੁਐਸਚਨ ਇਹ ਵਾਕਈ ਮੋਡਰੇਟ ਟੂ ਹਾਈ ਲੈਵਲ ਦਾ ਸੀਗਾ। ਸਿਰਫ ਕੈਲਕੂਲੇਸ਼ਨ ਕਰਕੇ ਇਹ ਇੰਨਾ ਚੱਕਰ ਪੈ ਗਿਆ ਮੈਂ, ਕਿਉਂਕਿ ਮੈਂ ਵੀ ਤੁਹਾਨੂੰ ਸਮਝਾ ਰਿਹਾ, ਤੁਹਾਨੂੰ ਲੱਗ ਸਕਦਾ ਇਹਦਾ ਮਤਲਬ ਸਾਡਾ ਕੀ ਆ ਓਨਲੀ ਵਨ ਨਹੀਂ, ਬੋਥ ਫਸਟ ਐਂਡ ਸੈਕਿੰਡ ਫੋਲੋ ਵਿਲ ਬੀ ਆਵਰ ਆਨਸਰ। ਤੇ ਪਹਿਲੇ 500 ਸਾਲਾਂ ਦੇ ਵਿੱਚ 5 ऑड ਡੇ ਹੁੰਦੇ ਆ, ਦੈਨ 4 ਦਸੰਬਰ ਦੇ ਵਿੱਚ 1999 ਦੇ ਵਿੱਚ 4 ਜਿਹੜੇ ਆ ਮੰਗਲਵਾਰ ਉਹ 20 ਆਣਗੇ। ਇਹ ਤੁਸੀਂ ਸਮਝ ਲਓ ਕਿ ਕਿਵੇਂ ਇਹ ਸਾਡਾ ਹੋਇਆ। ਥੋੜਾ ਜਿਹਾ ਫਾਸਟ ਕਰਨ ਦੀ ਕੋਸ਼ਿਸ਼ ਕਰਾਂਗੇ ਅਗਲੇ ਕੁਐਸਚਨ। ਚਲੋ ਇੱਕ ਕੁਐਸਚਨ ਇਹਦੇ ਉੱਤੇ ਵੀ ਟਾਈਮ ਲੱਗੂਗਾ ਤੁਹਾਨੂੰ ਮੈਂ ਦੱਸ ਦਿੰਦਾ, ਬਟ ਇਹਦੇ ਵਿੱਚ ਆਪਾਂ ਇੱਕ ਜਿਹੜੀ ਟ੍ਰਿਕ ਇਸਤੇਮਾਲ ਕਰ ਸਕਦੇ ਸੀ। ਟ੍ਰਿਕ ਕਿਹੜੀ ਇਸਤੇਮਾਲ ਕਰ ਸਕਦੇ ਸੀ ਕਿਉਂਕਿ ਇਹਦੇ ਵਿੱਚ ਜਿਹੜੇ ਪਿਛਲਾ ਕਨਸੈਪਟ ਆਪਾਂ ਲਗਾ ਸਕੇ ਆ, ਇੱਕ ਤਾਂ ਕਨਸੈਪਟ ਸਾਡਾ ਉਹ ਲੱਗੂਗਾ, ਦੂਸਰਾ ਕਨਸੈਪਟ ਜਿਹੜਾ ਆਪਾਂ ਇਫ ਕੰਡੀਸ਼ਨ ਵਾਲਾ ਮੰਨ ਕੇ ਚੱਲਦੇ ਆ। ਇਹ ਹੁਣ ਦੇਖੋ ਸਭ ਤੋਂ ਪਹਿਲਾਂ ਸਾਡੇ ਜੇ ਤੁਸੀਂ ਕਹਿਣਾ ਕਿ ਸਰ ਆਪਾਂ ਇੱਕ ਜਿਹੜੀ ਗਿਵਨ ਡੇਟ ਨੂੰ ਹੀ ਫਾਈਂਡ ਕਰਨ ਦੇ ਲਈ ਇੰਨਾ ਟਾਈਮ ਲਗਾਤਾ, ਕੀ ਸਾਡੇ ਕੋਲ ਪੇਪਰ ਦੇ ਵਿੱਚ ਇੰਨਾ ਟਾਈਮ ਹੁੰਦਾ? ਪੰਜਾਬ ਦੇ ਪੇਪਰਾਂ ਦੇ ਵਿੱਚ ਹੋ ਸਕਦਾ ਬਟ ਫਿਰ ਵੀ ਇਹ ਸਾਡੇ 2 ਤੋਂ 3 ਮਿੰਟ ਲੈ ਕੇ ਚੱਲ ਜਾਊਗਾ। ਪਰ ਫਿਰ ਵੀ ਆਪਾਂ 1.5 ਜਾਂ 1 ਮਤਲਬ 2 ਮਿੰਟ ਦੇ ਵਿੱਚ 1 ਮਿੰਟ ਤਾਂ ਆਪਾਂ ਬਚਾ ਸਕਦੇ ਸੀਗੇ ਨਾ। ਕਿਵੇਂ ਆਪਾਂ ਕਰ ਸਕਦੇ ਸੀਗੇ ਇਸ ਕੁਐਸਚਨ ਨੂੰ, ਕਿਵੇਂ ਕਰ ਸਕਦੇ ਸੀ? ਚਾਰਾਂ ਨੂੰ ਅਲੱਗ-ਅਲੱਗ ਕਰਨ ਦੇ ਨਾਲੋਂ ਤੁਸੀਂ ਇੱਕ ਡੇਟ ਫੜ ਲਓ ਜਿਹੜੀ ਕਿ ਸਭ ਤੋਂ ਛੋਟੀ ਆ, ਉਹ ਆਪਾਂ ਫੜ ਲਈ ਕਿ 6 ਮਾਰਚ 1972 ਆ। ਤੇ ਦੈਨ 1972 ਵੀ ਇੱਕ ਚੀਜ਼ ਧਿਆਨ ਦੇ ਨਾਲ ਰੱਖਿਓ ਕਿ ਇਹ ਲੀਪ ਈਅਰ ਆ। ਕਲੀਅਰ ਆ ਚੀਜ਼। ਫਰਵਰੀ ਸਾਡੀ ਕਾਊਂਟ ਹੋ ਚੁੱਕੀ ਆ, ਦਸੰਬਰ ਦੇ ਵਿੱਚ ਵੀ ਲੀਪ ਈਅਰ ਦੀ ਫਰਵਰੀ ਆ ਚੁੱਕੀ ਆ, ਮਾਰਚ ਦੇ ਵਿੱਚ ਵੀ ਲੀਪ ਈਅਰ ਦੀ ਫਰਵਰੀ ਆ ਚੁੱਕੀ ਆ, 2 ਜੁਲਾਈ ਨੂੰ ਵੀ ਜਿਹੜੀ ਉਹ ਆ ਸਕਦੀ ਆ, ਨਵੰਬਰ ਵੀ ਆ ਸਕਦੀ। ਬਾਕੀ ਇਦਾਂ ਦੇ ਕੁਐਸਚਨਾਂ ਦੇ ਵਿੱਚ ਮੈਕਸਿਮਮ ਚਾਂਸਸ ਹੁੰਦੇ ਆ ਕਿ ਸਾਡਾ ਸੈਕਿੰਡ ਲਾਸਟ ਜਾਂ 4th ਜਿਹੜਾ ਆਨਸਰ ਹੋਊਗਾ, ਕਿਉਂਕਿ ਪਹਿਲੇ ਦੋਨਾਂ ਮੈਕਸਿਮਮ ਚਾਂਸਸ ਦੀ ਗੱਲ ਕਰਦਾ 10 ਦੇ ਵਿੱਚੋਂ 8 ਵਾਰੀ ਦੀ ਜ਼ਰੂਰੀ ਨਹੀਂ ਕਿ, ਪਰ ਉਹ ਜਿਹੜਾ 2 ਵਾਰੀ ਹੋਊਗਾ ਉਹ ਕਿਤੇ ਨਾ ਕਿਤੇ ਪਹਿਲੇ ਤੇ ਵੀ ਸਾਡਾ ਆਨਸਰ ਪਿਆ ਹੋ ਸਕਦਾ। ਸੋ ਇਹਨੂੰ ਆਪਾਂ ਕੀ ਸੋਲਵ ਕਰਾਂਗੇ? ਇਹਦੇ ਵਿੱਚ ਇੱਕ ਤਾਂ ਆਪਾਂ ਪਿੱਛੇ ਵਾਲਾ ਮੈਥਡ ਲਗਾਵਾਂਗੇ, ਦੂਸਰਾ ਆਪਾਂ ਇਫ ਵਾਲੀ ਕੰਡੀਸ਼ਨ ਲਗਾਵਾਂਗੇ। ਕਿਉਂਕਿ ਅਗਰ ਸਾਨੂੰ ਇੱਕੋ ਹੀ ਸਾਲ ਆ ਨਾ, ਇੱਕੋ ਹੀ ਸਾਲ ਦਾ 1 ਤਰੀਕ ਵੀ ਪਤਾ ਲੱਗ ਗਈ ਤਾਂ ਦੈਨ ਉਸ ਤੋਂ ਆਪਾਂ ਔਡ ਡੇ ਦੇ ਹਿਸਾਬ ਨਾਲ ਬਾਕੀ ਤਰੀਕਾਂ ਜਿਹੜੀਆਂ ਪਤਾ ਲੱਗ ਜਾਊਗੀਆਂ। ਸੋ 6 ਮਾਰਚ ਮੈਂ 1972 ਦੀ ਗੱਲ ਕਰ ਲੈਂਦਾ। 6 ਮਾਰਚ 1972 ਇੱਕ ਗੱਲ ਯਾਦ ਰੱਖਿਓ ਆ 1972 ਦੇ ਵਿੱਚ ਫਰਵਰੀ ਤੁਹਾਡੀ ਜਿਹੜੀ ਕੰਪਲੀਟ ਹੋ ਗਈ ਹੈ, ਜਿਹੜੀ ਕਿ ਕਿਹੜੀ ਆ ਉਹ 29 ਦੀ ਹੈਗੀ ਆ। ਕਲੀਅਰ ਆ ਚੀਜ਼, ਇੰਨੀ ਚੀਜ਼ ਤੁਹਾਨੂੰ ਸਮਝ ਆਣੀ ਚਾਹੀਦੀ ਹੈ। ਤੇ ਲੀਪ ਈਅਰ ਇਹਦੇ ਵਿੱਚ ਇਨਕਲੂਡ ਕਰੋਗੇ ਕਿਉਂਕਿ ਉਸ ਤੋਂ ਪਿਛਲਾ ਲੀਪ ਈਅਰ ਕਿਹੜਾ ਸੀਗਾ 18 ਚੌਕ 72 ਦੇਖਦੇ ਨਾ ਆਪਾਂ, 17 ਚੌਕ 68। ਅਗਰ 68 ਤੁਸੀਂ ਦੇਖੋਗੇ 68 ਆਪਾਂ 17 ਦੇ ਨਾਲ ਡਿਵਾਈਡ ਆ, ਦੈਨ ਉਸ ਤੋਂ ਬਾਅਦ 72 ਦੀ ਗੱਲ ਕਰਾਂਗੇ। ਪਰ 72 ਦੀ ਜਿਹੜੀ ਫਰਵਰੀ ਆ ਉਹ ਵੀ ਸਾਡੀ ਜਿਹੜੀ ਕੰਪਲੀਟ ਹੋ ਗਈ ਆ। ਇਹਦਾ ਮਤਲਬ ਓਵਰਆਲ ਮੈਨੂੰ ਲੀਪ ਈਅਰ ਕਿੰਨੇ ਕਾਊਂਟ ਕਰਨੇ ਪੈਣਗੇ 18। ਬਸ ਇਹਦੇ ਵਿੱਚ ਇਹੀ ਇੱਕ ਅਲੱਗ ਆ। ਅਦਰਵਾਈਜ਼ ਤੁਹਾਨੂੰ ਮੈਂ ਇਹਦਾ ਜਿਹੜਾ ਦੂਸਰਾ ਮੈਥਡ ਆ ਉਹ ਵੀ ਅਲਟਰਨੇਟ ਮੈਥਡ ਇਹਦਾ ਦੱਸਣ ਲੱਗਾ। ਪਿਛਲਾ ਮੈਥਡ ਤਾਂ ਆਪਾਂ ਜਿਹੜਾ ਕਰ ਲਿਆ, ਅਦਰਵਾਈਜ਼ ਇਹਦਾ ਜਿਹੜਾ ਅਗਲਾ ਅਲਟਰਨੇਟ ਮੈਥਡ ਆ ਉਹਦੇ ਵਿੱਚ ਤੁਸੀਂ ਕੀ ਕਰਨਾ ਹੁੰਦਾ, ਆਹ ਦੇਖੋ ਆਹ ਤੁਹਾਡਾ ਸੈਂਚਰੀ ਕੋਡ ਆ। ਅਗਰ ਤੁਹਾਨੂੰ ਇਹ ਕਿਸੇ ਨੂੰ ਲੱਗਦਾ ਹੋਇਆ ਉਹ ਕਰ ਲਓ। ਸੈਂਚਰੀ ਦੇ ਵਿੱਚ ਔਡ ਡੇ ਦੇਖਣੇ ਆਪਾਂ, ਦੈਨ ਉਸ ਤੋਂ ਬਾਅਦ ਕੰਪਲੀਟ ਈਅਰ ਆ ਜਿੰਨੇ ਆਪਣੇ ਕੰਪਲੀਟ ਈਅਰ ਹੋ ਗਏ। ਕੰਪਲੀਟ ਈਅਰ ਕਿੰਨੇ ਹੋ ਗਏ 1972 ਵਾਲਾ ਤਾਂ ਰਨਿੰਗ ਆ, ਸਾਡੇ ਕਿੰਨੇ ਆ 71 ਜਿਹੜੇ ਉਹ, ਕਿਉਂਕਿ ਇਹਨੂੰ ਆਪਾਂ 1900 ਲਿਖ ਲਿਆ ਨਾ, 1900 ਦੇ ਵਿੱਚ 71 ਅਲੱਗ ਕਰ ਲਿਆ। ਦੈਨ ਉਸ ਤੋਂ ਬਾਅਦ ਆਪਣੇ ਕੰਪਲੀਟ ਜਿਹੜੇ ਆ ਉਹਦੇ ਵਿੱਚ ਔਡ ਡੇ ਦੇਖਣਾ। ਦੈਨ ਉਸ ਤੋਂ ਬਾਅਦ ਸਾਡਾ ਰਨਿੰਗ ਈਅਰ ਮਤਲਬ ਕਿਹੜਾ ਚੱਲਦਾ ਪਿਆ 1 ਜਨਵਰੀ ਤੋਂ ਲੈ ਕੇ ਆਪਾਂ ਕਿੱਥੇ ਤੱਕ ਜਾਵਾਂਗੇ 6 ਮਾਰਚ ਤੱਕ ਮੇਰੇ ਕੋਲ ਕਿੰਨੇ ਔਡ ਡੇ ਬਣਨਗੇ। ਕਿਸੇ ਨੂੰ ਤੁਹਾਡੇ ਵਿੱਚੋਂ ਇਹ ਸੌਖਾ ਲੱਗ ਸਕਦਾ ਕਿਉਂਕਿ ਇਹਦੇ ਨਾਲ ਤੁਹਾਨੂੰ ਦੂਸਰਾ ਜਿਹੜਾ ਮੈਥਡ ਕਰੂੰਗੇ ਉਹਦੇ ਵਿੱਚ ਲੀਪ ਈਅਰ ਕਾਊਂਟ ਕਰਨ ਦਾ ਭੁਲੇਖਾ ਲੱਗ ਸਕਦਾ। ਇਸ ਕਰਕੇ ਮੈਂ ਇਹ ਵੀ ਤੁਹਾਨੂੰ ਮੈਥਡ ਜਿਹੜਾ ਉਹ ਦੱਸ ਰਿਹਾ।
ਧਿਆਨ ਦੇ ਨਾਲ ਸਮਝਿਓ। ਹੁਣ 1900 ਦੇ ਵਿੱਚ ਤਾਂ ਆਪਾਂ ਕਰਕੇ ਆਏ ਆ ਕਿ ਭਾਈ ਇਹ ਕਿੰਨਾ ਆ 1600 ਪਲੱਸ 300 ਆ, ਤੇ 300 ਦੇ ਵਿੱਚ ਮੈਨੂੰ ਪਤਾ ਕਿ ਇੱਕ ਔਡ ਡੇ ਹੁੰਦਾ। ਇਹਦਾ ਮਤਲਬ ਪੂਰੀ ਦੀ ਪੂਰੀ ਸੈਂਚਰੀ ਦੇ ਵਿੱਚ ਮੇਰੇ ਕੋਲ ਕਿੰਨਾ ਆ ਗਿਆ, ਸਿਰਫ ਇੱਕ ਔਡ ਡੇ ਆਇਆ, ਇੰਨਾ ਮੈਂ ਕੱਢ ਲਿਆ। ਦੈਨ ਹੁਣ ਕੰਪਲੀਟ ਈਅਰ, ਹੁਣ ਇਹਦੇ ਵਿੱਚ ਸਾਡੇ ਇੱਕ ਚੀਜ਼ ਧਿਆਨ ਦੇ ਨਾਲ ਦੇਖੋ, ਇੱਥੇ ਵੀ ਸਾਡਾ ਰੌਲਾ ਜਿਹੜਾ ਪੈ ਸਕਦਾ ਸੈਂਚਰੀ ਦਾ ਹੀ, ਸੌਰੀ ਕਾਹਦਾ, ਲੀਪ ਈਅਰ ਦਾ। ਹੁਣ ਇਹਦੇ ਵਿੱਚ ਦੇਖਦੇ ਹਾਂ ਆਪਾਂ 71, ਹੁਣ 71 ਤਾਂ ਸਾਡੇ ਜਿਹੜੇ ਕੰਪਲੀਟ ਈਅਰ। ਦੈਨ ਹੁਣ ਆਪਾਂ ਦੇਖਾਂਗੇ ਕਿ ਕਿੰਨਾ ਆ ਜਾਊਗਾ ਸਾਡਾ, 17 ਤਾਂ ਸਾਡੇ ਪੂਰੇ ਆ, ਪਰ ਫਰਵਰੀ ਵੀ ਜਿਹੜੀ ਸਾਡੀ ਕਾਊਂਟ ਹੋ ਗਈ ਆ, ਇਸ ਕਰਕੇ ਇੱਥੇ ਇਹ ਕਿੰਨਾ ਆ ਜਾਊਗਾ, ਇਹ 18 ਆ ਜਾਊਗਾ। 18 ਸਾਡੇ ਕੋਲ ਲੀਪ ਈਅਰ, ਸੌਰੀ ਇੱਥੇ 17 ਹੀ ਜਿਹੜਾ ਸਾਡੇ ਕੋਲ ਆਊਗਾ, 17 ਹੀ ਜਿਹੜਾ ਕੰਪਲੀਟ ਸਾਡੇ ਕੋਲ ਜਿਹੜੇ ਆ ਲੀਪ ਈਅਰ ਇਹਦੇ ਵਿੱਚ ਆਊਗੇ, ਕਿਉਂਕਿ ਜਿਹੜਾ ਉਹ ਈਅਰ ਆ ਉਹ ਰਨਿੰਗ ਦੇ ਵਿੱਚ ਆ, ਉਹ ਆਪਾਂ ਇੱਥੇ ਕਰ ਲਵਾਂਗੇ। 17 ਚੌਕਾ 68 ਹੁੰਦੇ ਨਾ, ਇਹਦਾ ਮਤਲਬ 17 ਲੀਪ ਸਾਲ ਸਾਡੇ ਬੀਤ ਚੁੱਕੇ ਆ। ਇਹਦੇ ਵਿੱਚ ਡਾਇਰੈਕਟ ਟ੍ਰਿਕ ਹੁੰਦੀ ਆ, ਅਦਰਵਾਈਜ਼ ਤੁਸੀਂ 71 ਨੂੰ ਕੀ ਕਰ ਸਕਦੇ ਆ, 71 ਦੇ ਵਿੱਚ ਨਾਰਮਲ ਈਅਰ ਅਲੱਗ ਲਿਖ ਲਓ, ਲੀਪ ਈਅਰ ਅਲੱਗ ਲਿਖ ਲਓ। ਇਹ ਆਪਣੇ ਆਪ ਦੇ ਵਿੱਚ ਪੂਰੀ ਕਹਾਣੀ ਆ। ਸੋ ਇਹਨੂੰ ਆਪਾਂ ਦੇਖਦੇ ਹਾਂ ਅਲੱਗ ਤੋਂ। ਦੇਖੋ 10 7 70 ਹੁੰਦਾ, ਇੱਥੋਂ ਮੇਰੇ ਕੋਲ 1 ਬਚ ਗਿਆ। 7 ਦੂਣੀ 14 ਹੁੰਦਾ, ਇੱਥੋਂ ਮੇਰੇ ਕੋਲ 3 ਬਚ ਗਿਆ। ਇਹਦਾ ਮਤਲਬ ਮੇਰੇ ਕੋਲ ਕਿੰਨਾ ਆ ਗਿਆ, 4। ਇਹਦਾ ਮਤਲਬ ਜਿੰਨੇ ਵੀ ਕੰਪਲੀਟ ਈਅਰ ਹੋ ਗਏ, ਫਿਲਹਾਲ ਹਲੇ ਤੱਕ ਮੇਰੇ ਕੋਲ 4 ਔਡ ਡੇ ਹੋਰ ਬਣ ਗਏ, ਮਤਲਬ ਟੋਟਲ ਮੇਰੇ ਕੋਲ 5 ਔਡ ਡੇ ਆ ਗਏ। ਦੈਨ ਹੁਣ ਰਨਿੰਗ ਈਅਰ ਦੀ ਗੱਲ ਕਰਦੇ ਆਪਾਂ। ਜਨਵਰੀ ਦੇ ਵਿੱਚ ਕਿੰਨੇ ਦਿਨ ਹੁੰਦੇ ਆ, 31 ਦਿਨ ਹੁੰਦੇ ਆ। 31 ਦੇ ਵਿੱਚੋਂ 28 ਕੱਢ ਦਿਓ, 3 ਹੋ ਜਾਊਗਾ। ਫਰਵਰੀ ਹੁਣ ਧਿਆਨ ਦੇ ਨਾਲ ਦੇਖਿਓ, 1972 ਆ। 1972 ਕਿਹੜੀ ਆ ਸਾਡੀ, ਜਿਹੜੀ ਆ ਲੀਪ ਈਅਰ ਸਾਡਾ ਚੱਲਦਾ ਪਿਆ। ਸੋ ਫਰਵਰੀ ਜਿਹੜੀ 29 ਦੀ ਕਾਊਂਟ ਹੋ ਜੂਗੀ। ਇਹਦਾ ਮਤਲਬ 28 ਪੂਰੇ, ਇੱਕ ਸਾਡਾ ਔਡ ਡੇ ਬਚ ਗਿਆ। ਜਨਵਰੀ ਫਰਵਰੀ, ਦੈਨ ਮਾਰਚ ਦੀ ਆਪਾਂ ਕਿੱਥੇ ਤੱਕ ਜਾਣਾ, 6 ਤੱਕ ਜਾਣਾ। ਧਿਆਨ ਦੇ ਨਾਲ ਸਮਝਿਓ, ਇਹਨੂੰ ਹੀ 7 ਦੇ ਨਾਲ ਆਪਾਂ ਡਿਵਾਈਡ ਕਰਾਂਗੇ। ਇਹ ਚੀਜ਼ ਧਿਆਨ ਦੇ ਨਾਲ ਦੇਖਣ ਵਾਲੀ ਹੈ। ਤੁਸੀਂ ਦੇਖੋ ਕਿ 6 ਤੇ 1 7 ਸਾਡਾ ਪੂਰਾ ਕੱਟਿਆ ਗਿਆ। ਦੈਨ ਉਸ ਤੋਂ ਬਾਅਦ ਮੈਨੂੰ ਕਿੰਨਾ ਬਚਿਆ, 3 ਔਡ ਡੇ। ਸੋ ਟੋਟਲ ਤੁਸੀਂ ਦੇਖੋਗੇ ਕਿ ਇੱਕ, ਮੈਂ ਰੈੱਡ ਰੰਗ ਲੈ ਲੈਂਦਾ ਤੁਹਾਡਾ, 1 ਔਡ ਡੇ ਬਚਿਆ ਸਾਡਾ ਸੈਂਚਰੀ ਦੇ ਵਿੱਚ, 4 ਔਡ ਡੇ ਬਚੇ ਤੁਹਾਡੇ ਕੰਪਲੀਟ ਈਅਰ ਹੋ ਗਿਆ। ਦੈਨ ਉਸ ਤੋਂ ਬਾਅਦ ਸਾਡੇ 3 ਔਡ ਡੇ ਬਚੇ ਜਿਹੜੇ ਕਿ ਰਨਿੰਗ ਈਅਰ ਦੇ। ਦੈਨ ਇਹਨੂੰ ਵੀ ਆਪਾਂ 7 ਦੇ ਨਾਲ ਡਿਵਾਈਡ ਕਰੋਗੇ, ਤੇ 4 ਤੇ 3 7 ਮੇਰਾ ਕੱਟਿਆ ਗਿਆ। ਮੇਰੇ ਕੋਲ ਕਿੰਨਾ ਬਚਿਆ, 1 ਔਡ ਡੇ। ਦੈਨ ਇੱਕ ਦਾ ਮੈਂ ਤੁਹਾਨੂੰ ਮਤਲਬ ਦੱਸਿਆ ਕਿ ਉਦਣ ਕੀ ਹੁੰਦਾ, ਇਹ ਆਪਣਾ ਮੰਡੇ ਹੁੰਦਾ। ਪੇਸ਼ੈਂਸ ਜ਼ਰੂਰ ਰੱਖਿਓ ਇਸ ਕੁਐਸਚਨ ਨੂੰ ਅਗਰ ਸੋਲਵ ਕਰਨਾ, ਕਿਉਂਕਿ ਇੱਕ ਕੁਐਸਚਨ ਇੱਦਾਂ ਤਾਂ ਤੁਹਾਨੂੰ ਸੋਲਵ ਕਰਨਾ ਹੀ ਪੈਣਾ ਸੀ। ਤੁਸੀਂ ਇੱਕ ਚੀਜ਼ ਦੇਖਿਓ ਕਿ ਇੱਕ ਤਾਂ ਸੋਲਵ ਕਰਨਾ ਪੈਣਾ ਸੀ, ਚਾਹੇ ਇਵੇਂ ਕਰ ਲਓ, ਚਾਹੇ ਤੁਹਾਡਾ ਜਿਹੜਾ ਆਹ ਵਾਲਾ ਮੈਥਡ ਲਗਾ ਕੇ ਤੁਸੀਂ ਇਵੇਂ ਕਰ ਸਕਦੇ ਆ। ਪਰ ਇਹਦੇ ਵਿੱਚ ਤੁਹਾਨੂੰ ਲੀਪ ਈਅਰ ਦਾ ਭੁਲੇਖਾ ਪੈ ਸਕਦਾ ਸੀਗਾ, ਇਸ ਕਰਕੇ ਮੈਂ ਤੁਹਾਨੂੰ ਇਹਦਾ ਅਲਟਰਨੇਟ ਮੈਥਡ ਵੀ ਜਿਹੜਾ ਉਹ ਦੱਸ ਦਿੱਤਾ। ਸੋ ਮੈਨੂੰ ਪਤਾ ਲੱਗ ਗਿਆ ਕਿ 6 ਮਾਰਚ 1972 ਨੂੰ ਮੇਰਾ ਮੰਡੇ ਆ ਗਿਆ। ਇੰਨੀ ਚੀਜ਼ ਦਾ ਸਕਰੀਨਸ਼ਾਟ ਲੈ ਲਓ, ਮੈਂ ਸਾਈਡ ਤੇ ਹੋ ਗਿਆ, ਤੁਸੀਂ ਸਮਝ ਸਕਦੇ ਆ। ਹੁਣ ਮੈਂ ਇਹਦੇ ਵਿੱਚ ਇੱਕ ਜਿਹੜਾ ਜਾਦੂ ਕਰੂੰਗਾ, ਹੁਣ ਮੈਂ ਤੁਸੀਂ ਦੇਖੋ ਕਿ ਇੱਕ ਕੁਐਸਚਨ ਤੇ ਇੰਨਾ ਟਾਈਮ ਲਾਇਆ, ਪਰ ਬਾਕੀਆਂ ਨੂੰ ਆਪਾਂ ਜਿਹੜਾ ਆ ਉਹ ਤਸੱਲੀ ਦੇ ਨਾਲ ਕਰ ਲਵਾਂਗੇ। ਹੁਣ ਕਨਸੈਪਟ ਵੱਖਰਾ ਲੱਗੂਗਾ। ਹੁਣ ਔਡ ਡੇ ਦਾ ਜਿਹੜਾ ਇੱਥੇ ਥੀਮ ਆ ਉਹ ਵੱਖਰਾ ਹੋਊਗਾ। ਜਿੰਨੇ ਔਡ ਡੇ ਆਉਗੇ ਉਹਨੇ ਆਪਾਂ ਐਡ ਕਰਾਂਗੇ। ਹੁਣ ਤੁਸੀਂ ਦੇਖੋ, ਮੈਂ ਕਿਹਾ ਤੁਹਾਨੂੰ ਤੀਸਰੀ ਆਪਸ਼ਨ ਆਪਾਂ ਚੱਕ ਲਾਂਦੇ, ਪਹਿਲੀ ਆਪਸ਼ਨ ਆਪਾਂ ਚੈੱਕ ਹੀ ਨਹੀਂ ਕਰਾਂਦੇ। 6 ਮਾਰਚ ਦਾ ਮੈਨੂੰ ਪਤਾ ਲੱਗ ਗਿਆ, 6 ਮਾਰਚ 1972 ਨੂੰ ਮੇਰਾ ਕਿਹੜਾ ਦਿਨ ਆ ਗਿਆ, ਮੰਡੇ ਮੈਨੂੰ ਪਤਾ ਲੱਗ ਗਿਆ। ਹੁਣ ਜਿੰਨੇ ਔਡ ਡੇ ਆਉਗੇ ਉਹਨੇ ਮੈਂ ਮੰਡੇ ਦੇ ਵਿੱਚ ਜੋੜ ਦਊਂਗਾ। ਹੁਣ ਤੁਹਾਨੂੰ ਪਤਾ ਕਿ ਮਾਰਚ ਜਿਹੜਾ 31 ਦਾ ਮਹੀਨਾ ਹੋ ਗਿਆ, ਉਹਦੇ ਵਿੱਚ 6 ਦਿਨ ਚਲੇ ਗਏ ਆ। ਦੈਨ ਉਸ ਤੋਂ ਬਾਅਦ ਕੀ ਬਚੂਗਾ, ਮੇਰੇ ਕੋਲ ਮਾਰਚ ਦੇ 25 ਦਿਨ ਬਚੇ ਆ। ਦੈਨ ਮਾਰਚ ਤੋਂ ਬਾਅਦ ਅਪ੍ਰੈਲ ਕਿੰਨਿਆਂ ਦਾ ਹੁੰਦਾ, 28 ਦਾ। 28 ਦੇ ਵਿੱਚੋਂ 2 ਔਡ ਡੇ ਬਚੇ ਆ, ਮਾਰਚ ਅਪ੍ਰੈਲ। ਮਈ ਕਿੰਨਿਆਂ ਦਾ ਹੁੰਦਾ, 31 ਦਾ। ਦੈਨ 31 ਤੱਕ ਹੋ ਗਿਆ। ਦੈਨ ਮਾਰਚ ਅਪ੍ਰੈਲ ਮਈ ਜੂਨ ਕਿੰਨਿਆਂ ਦਾ ਹੁੰਦਾ, 30 ਦਾ। ਇਹਦਾ ਮਤਲਬ 2 ਆ ਜਾਊਗਾ। ਜੂਨ ਤੋਂ ਬਾਅਦ ਆਪਾਂ ਕਿੱਥੇ ਤੱਕ ਜਾਣਾ, ਜੁਲਾਈ ਤੱਕ ਜਾਣਾ। ਜੁਲਾਈ ਦੀ ਵੀ ਕਿੰਨੀ ਤਰੀਕ ਤੱਕ ਜਾਣਾ, ਸਿਰਫ ਆਪਾਂ 2 ਤਰੀਕ ਤੱਕ ਜਾਣਾ। ਹੁਣ ਇੱਕ ਚੀਜ਼ ਦੇਖੋ, ਇਹਦੇ ਵਿੱਚ ਔਡ ਡੇ ਦੇਖੋ, ਆਹ ਦੇਖੋ 25 ਤੇ 3 28 ਹੋ ਗਿਆ ਤੁਹਾਡਾ, 25 ਤੇ 3 28 ਹੋ ਗਿਆ। ਮੈਂ ਤੁਹਾਨੂੰ ਦੱਸਿਆ ਕਿ ਇਹਦੇ ਵਿੱਚ ਹੁਣ ਕਨਸੈਪਟ ਹਲਕਾ ਜਿਹਾ ਵੱਖਰਾ ਲੱਗੂਗਾ। ਦੈਨ ਇਹਦੇ ਵਿੱਚ ਮਤਲਬ 6 ਔਡ ਡੇ ਮੇਰੇ ਕੋਲ ਮਿਲੇ ਆ। ਇਹਦਾ ਮਤਲਬ ਕੀ ਆ, 6 ਮਾਰਚ ਤੋਂ ਲੈ ਕੇ 2 ਜੁਲਾਈ ਤੱਕ ਜਾਂਦੇ ਮੈਨੂੰ ਕਿੰਨੇ ਔਡ ਡੇ ਮਿਲੇ ਆ, 6 ਔਡ ਡੇ ਮਿਲੇ ਆ। ਇਹੀ 6 ਔਡ ਡੇ ਮੈਂ ਮੰਡੇ ਦੇ ਵਿੱਚ ਪਲੱਸ ਕਰ ਦੂੰਗਾ, ਤਾਂ ਮੇਰਾ ਕੀ ਆ ਜਾਊਗਾ, ਸੰਡੇ ਆਨਸਰ ਆ ਜਾਵੇਗਾ। ਸੋ ਇਵੇਂ ਤੁਸੀਂ ਕਰ ਸਕਦੇ ਸੀ, ਨਾ ਕਿ ਬਾਰ-ਬਾਰ ਸਾਰਿਆਂ ਨੂੰ ਇਹਦੇ ਉੱਤੇ ਵੀ ਉਹੀ ਮੈਥਡ ਅਪਲਾਈ ਕਰਦੇ ਜਿਹੜਾ ਮੈਂ ਪਿੱਛੇ ਕਰਕੇ ਹਟਿਆ। ਸੋ ਐਦਾਂ ਤੁਸੀਂ ਮੈਥਡ ਲਗਾ ਸਕਦੇ ਸੀਗੇ ਕਿ 2 ਜੁਲਾਈ 1972 ਨੂੰ ਸਾਡਾ ਸੰਡੇ ਹੋ ਜਾਊਗਾ, ਜਿਹੜਾ ਕਿ ਇੱਥੇ ਪੁੱਛਿਆ ਜਾ ਸਕਦਾ ਸੀ। ਤੁਸੀਂ ਕਹਿਣਾ ਸਰ ਜਿਹੜਾ ਆਨਸਰ ਹੈ ਉਹ ਤਾਂ ਤੁਸੀਂ ਦੱਸ ਦਿੱਤਾ, ਫਿਰ ਬਾਕੀ ਕਿਵੇਂ ਕਰਨੇ ਸੀਗੇ। ਹੁਣ ਮੈਨੂੰ ਇੰਨਾ ਪਤਾ, ਪਰ 6 ਮਾਰਚ 1972 ਨੂੰ ਜਿਹੜਾ ਆ ਉਹ 6 ਮਾਰਚ 1972 ਨੂੰ ਜਿਹੜਾ ਆ ਉਹ ਮੰਡੇ ਆ। ਤਾਂ ਦੈਨ ਆਪਾਂ ਫਸਟ ਆਪਸ਼ਨ ਦੀ ਗੱਲ ਕਰ ਲੈਂਦੇ। ਚਲੋ ਨਵੰਬਰ ਪਹਿਲਾਂ ਆਉਂਦਾ, ਨਵੰਬਰ ਦੀ ਗੱਲ ਚੱਕ ਕਰ ਲੈਂਦੇ ਆ। 25 ਮਾਰਚ ਹੋ ਗਿਆ, ਅਪ੍ਰੈਲ ਹੋ ਗਿਆ, ਮਈ ਹੋ ਗਿਆ। ਹੁਣ ਮੈਂ ਫਾਸਟ ਲਿਖੂੰਗਾ, ਜੂਨ ਹੋ ਗਿਆ, ਜੁਲਾਈ ਹੋ ਗਿਆ, ਅਗਸਤ ਹੋ ਗਿਆ, ਸੈਪਟੰਬਰ ਹੋ ਗਿਆ, ਅਕਤੂਬਰ ਹੋ ਗਿਆ। ਨਵੰਬਰ ਦੀ ਕਿੱਥੇ ਤੱਕ ਜਾਣਾ ਆਪਾਂ, 6 ਤੱਕ ਜਾਣਾ। ਕਲੀਅਰ ਆ ਚੀਜ਼। ਆ ਸਾਡਾ 7 ਹੋ ਗਿਆ। ਕੱਟੋ 25 ਤੇ 3 28, ਸਿੱਧਾ ਕੱਟਿਆ ਗਿਆ। ਦੇਖੋ 2 ਤੇ 2 4 3 7, ਇਹ ਕੱਟਿਆ ਗਿਆ। ਦੈਨ ਉਸ ਤੋਂ ਬਾਅਦ ਤੁਸੀਂ ਇੱਕ ਚੀਜ਼ ਦੇਖੋ, ਆ ਕਿੰਨਾ
ਹੋ ਗਿਆ 3 ਤੇ 2 5, 5 ਤੇ 3 8, 8 ਤੇ 6 14, 14 ਵੀ ਸਾਡਾ ਪੂਰਾ ਕੱਟਿਆ ਗਿਆ। ਇਹਦਾ ਮਤਲਬ 0 ਔਡ ਡੇ ਆਇਆ। 0 ਔਡ ਡੇ ਆਉਣ ਦਾ ਮਤਲਬ ਕੀ ਆ, ਮੰਡੇ ਦੇ ਵਿੱਚ 0 ਐਡ ਕਰ ਦਿਓ ਤਾਂ ਮੰਡੇ ਹੀ ਹੋ ਜਾਊਗਾ। ਦੈਨ ਇਦਣ ਵੀ ਮੰਡੇ ਹੀ ਮੇਰਾ ਆਨਸਰ ਹੋ ਜਾਊਗਾ, ਜਦ ਕਿ ਮੈਨੂੰ ਸੰਡੇ ਪੁੱਛਿਆ। ਇਹਦਾ ਮਤਲਬ ਇਹ ਵੀ ਨਹੀਂ ਮੇਰਾ ਆਨਸਰ ਹੋ ਸਕਦਾ। ਹੁਣ ਤੁਸੀਂ ਇੱਥੇ ਤੱਕ ਆ ਗਏ ਸੀ, ਨਵੰਬਰ ਤੱਕ ਆ ਗਏ ਸੀਗੇ। ਹੁਣ ਨਵੰਬਰ ਤੱਕ ਆ ਗਏ ਸੀ ਤਾਂ ਇਹਨੂੰ ਇੱਥੇ ਹੋਲਡ ਰੱਖ ਲਓ। ਨਵੰਬਰ ਵੀ ਪੂਰੇ ਦਾ ਪੂਰਾ ਲੈ ਲਓ। ਨਵੰਬਰ ਦੇ ਵਿੱਚ ਕਿੰਨੇ ਦਿਨ ਹੁੰਦੇ ਆ, 30 ਦਿਨ ਹੁੰਦੇ ਆ। ਨਵੰਬਰ ਦੇ ਵੀ 2 ਜਿਹੜੇ ਇੱਥੇ ਜੋੜ ਲਓ। ਹੁਣ ਉਹਦੇ ਵਿੱਚ ਮੈਂ ਤੁਹਾਨੂੰ ਕੈਲਕੂਲੇਸ਼ਨ ਕਰਕੇ ਦੱਸੂਗਾ। ਇੱਥੇ ਜਿਹੜਾ ਮੈਂ ਬਾਰ-ਬਾਰ ਲਿਖਣ ਨਾਲੋਂ ਆ 25 ਮੈਂ ਲਿਖਿਆ ਸੀਗਾ ਮਾਰਚ ਦਾ, ਉਸ ਤੋਂ ਬਾਅਦ ਅਪ੍ਰੈਲ ਦਾ, ਆ ਮਈ ਦਾ ਲਿਖਿਆ ਸੀ, ਆ ਜੂਨ ਦਾ ਲਿਖਿਆ ਸੀ, ਆ ਜੁਲਾਈ ਦਾ ਲਿਖਿਆ ਸੀ, ਆ ਅਗਸਤ ਦਾ ਲਿਖਿਆ ਸੀਗਾ, ਆ ਸੈਪਟੰਬਰ ਦਾ ਲਿਖਿਆ ਸੀਗਾ, ਆ ਅਕਤੂਬਰ ਦਾ ਲਿਖਿਆ ਸੀ। ਨਵੰਬਰ ਮੈਂ ਪਹਿਲਾਂ 6 ਤੱਕ ਲਿਆ ਸੀ, ਹੁਣ ਮੈਂ ਪੂਰਾ ਲਊਂਗਾ ਇੱਥੇ। ਚਲੋ 6 ਹੀ ਰਹਿਣ ਦਿਓ। ਨਵੰਬਰ ਦੇ ਪੂਰੇ ਇਹ ਆ ਗਏ ਦਿਨ। ਕਿੱਥੇ ਤੱਕ ਜਾਣਾ, 2 ਦਸੰਬਰ ਤੱਕ ਜਾਊਂਗਾ। ਹੁਣ ਤੁਹਾਨੂੰ ਪਤਾ ਇੱਥੇ ਤੱਕ ਤਾਂ ਤੁਸੀਂ ਸਾਰਾ ਕੱਟੇ ਹੀ ਦਿੱਤਾ, ਇੱਥੇ ਤੱਕ ਤਾਂ ਸਾਰਾ ਤੁਸੀਂ ਕੱਟੇ ਹੀ ਦਿੱਤਾ ਜਿੱਥੇ ਤੱਕ ਕੱਟਤਾ। ਤੇ ਦਿਨ ਲਾਸਟ ਦੇ ਵਿੱਚ ਮੇਰੇ ਕੋਲ ਕੀ ਬਚਿਆ, 2 ਬਚਿਆ ਸੀ ਨਾ। ਫਿਰ ਵੀ ਇੱਕ ਵਾਰੀ ਚੈੱਕ ਕਰ ਲੈਂਦੇ ਆ ਕਿਤੇ ਕੈਲਕੂਲੇਸ਼ਨ ਮਿਸਟੇਕ ਨਾ ਹੋ ਜਾਵੇ। ਆ ਦੇਖੋ 25 ਤੇ 3 28 ਹੋ ਗਿਆ, 2 ਤੇ 2 4 3 7 ਇਹ ਹੋ ਗਿਆ। ਉਸ ਤੋਂ ਬਾਅਦ ਹਾਂ ਸੌਰੀ ਇੱਥੇ 6 ਸੀਗਾ, ਇਸ ਕਰਕੇ ਆਪਾਂ ਇਹਨੂੰ ਚੇਂਜ ਕਰ ਲੈਂਦੇ ਹਾਂ। ਹਾਂਜੀ, ਸੋ ਇਹਨਾਂ ਦਾ ਆਪਾਂ 7 ਦੇ ਮਲਟੀਪਲ ਪੂਰੇ ਕੱਟਦੇ ਆ। 25 ਤੇ 3 28 ਕੱਟਤਾ, 2 ਤੇ 2 4 ਤੇ 3 7 ਇਹ ਕੱਟਤਾ। ਉਸ ਤੋਂ ਬਾਅਦ ਤੁਸੀਂ ਦੇਖੋ 2 ਤੇ 2 4 ਤੇ 3 7 ਇਹ ਕੱਟ ਦਿੱਤਾ। ਦੈਨ ਉਸ ਤੋਂ ਬਾਅਦ ਆ ਕੀ ਆ ਗਿਆ ਸਾਡਾ, 5 ਆ ਗਿਆ। 5 ਔਡ ਡੇ ਆ ਗਿਆ। ਇਹਦਾ ਮਤਲਬ ਕੀ ਆ, ਮੰਡੇ ਦੇ ਵਿੱਚ ਅਗਰ ਮੈਂ 5 ਜੋੜ ਦੇਵਾਂ ਤਾਂ ਮੇਰਾ ਕੀ ਆ ਜਾਂਦਾ, ਸੈਟਰਡੇ ਆ ਜਾਂਦਾ। ਜਦ ਕਿ ਕੀ ਹੋ ਜਾਊਗਾ, 2 ਦਸੰਬਰ ਨੂੰ ਸੈਟਰਡੇ ਮੇਰਾ ਆਨਸਰ ਹੋ ਜਾਊਗਾ। ਸੋ ਇਵੇਂ ਤੁਸੀਂ ਕੁਐਸਚਨ ਕਰ ਸਕਦੇ ਆ। ਮੈਂ ਤਾਂ ਚਾਰੋਂ ਦੇ ਚਾਰੇ ਹੀ ਤੁਹਾਨੂੰ ਜਿਹੜੇ ਆਪਸ਼ਨ ਉਹ ਐਕਸਪਲੇਨ ਕਰਕੇ ਦੱਸ ਦਿੱਤੇ ਆ। ਕਲੀਅਰ ਆ ਚੀਜ਼। ਸੋ ਮੈਂ ਤੁਹਾਨੂੰ ਸਮਝਾ ਰਿਹਾ ਕਰਕੇ ਇੰਨਾ ਟਾਈਮ ਲੱਗ ਰਿਹਾ। ਸੋ ਇਸ ਕਰਕੇ ਇਹ ਪਹਿਲੀ ਕਲਾਸ ਸੀ, ਅੱਜ ਤੁਹਾਨੂੰ ਦੱਸਣਾ ਸੀਗਾ ਕਿ ਕਿਵੇਂ ਤੁਸੀਂ ਇਹਨਾਂ ਨੂੰ ਟੈਕਲ ਕਰ ਸਕਦੇ ਸੀਗੇ। ਸੋ ਜਿਹੜਾ ਪਹਿਲਾ ਮੈਥਡ ਮੈਂ ਦੱਸਿਆ ਉਹ ਵੀ ਤੁਸੀਂ ਦੇਖਣਾ ਪਿਛਲੇ ਕੁਐਸਚਨ ਦੇ ਵਿੱਚ, ਤੇ ਇਹਦੇ ਵਿੱਚ ਵੀ ਇਵੇਂ ਜਿਹੜਾ ਮੈਂ ਅਲੱਗ ਤੋਂ ਤੁਹਾਨੂੰ ਦੱਸਿਆ, ਕਿਉਂਕਿ ਇਹਦੇ ਵਿੱਚ ਜਿਹੜੀ ਲੀਪ ਈਅਰ ਆ ਉਹ ਰਨਿੰਗ ਈਅਰ ਲੀਪ ਆ। ਸੋ ਇਸ ਕਰਕੇ ਆਪਾਂ ਚੱਲਦੇ ਨੈਕਸਟ ਕੁਐਸਚਨ ਦੇ ਉੱਤੇ। ਇਨ ਦਾ ਫੋਲੋਇੰਗ ਕੁਐਸਚਨ ਸਿਲੈਕਟ ਦਾ ਮਿਸਿੰਗ ਨੰਬਰ ਫਰੋਮ ਦਾ ਗਿਵਨ ਸੀਰੀਜ਼। ਸੋ ਇਹਦੇ ਬਹੁਤ ਹੀ ਪਿਆਰਾ ਜਿਹਾ ਇਹਦੇ ਵਿੱਚ ਟ੍ਰਿਕ ਲੱਗੀ ਸੀਗੀ। ਕੀ ਕਰ ਸਕਦੇ ਤੁਸੀਂ, 3 ਤੋਂ 12 ਤੁਹਾਡੇ ਪਹਿਲੇ ਹੀ ਦਿਮਾਗ ਦੇ ਵਿੱਚ ਆਉਂਦਾ ਕਿ ਇੱਥੋਂ ਇੱਥੇ ਤੱਕ 4 ਕਰ ਲਵਾਂ। ਦੈਨ ਉਸ ਤੋਂ ਇੱਥੇ ਤੱਕ ਤੁਸੀਂ ਕੀ ਕਰੋਗੇ, ਜੇ ਤੁਹਾਨੂੰ ਪਹਾੜਾਂ ਦਾ ਤਾਂ 13 14 12 13 152 ਹੁੰਦਾ। ਤੁਹਾਨੂੰ ਪਤਾ ਕਿ ਅਗਰ ਤੁਸੀਂ ਦੇਖੋ ਕਿਵੇਂ ਤੁਸੀਂ 3 ਤੇ 4 ਨੂੰ ਰਿਲੇਟ ਨਹੀਂ ਕਰ ਪਾ ਰਹੇ ਹੋਗੇ, ਪਰ ਤੁਹਾਡੇ ਦਿਮਾਗ ਦੇ ਵਿੱਚ ਇੱਕ ਚੀਜ਼ ਆਊਗੀ ਕਿ ਅਗਰ 3 ਨੂੰ ਮੈਂ ਉਹਦੇ ਨੈਕਸਟ ਨੰਬਰ ਦੇ ਨਾਲ ਰਿਲੇਟ ਕਰਾਂ ਤਾਂ ਇਹ ਚੀਜ਼ ਇਦਾਂ ਹੋ ਜਾਊਗੀ। ਦੈਨ ਉਸ ਤੋਂ ਬਾਅਦ ਉਹਦੇ 12 ਤੋਂ ਉਹਦੇ ਅਗਲੇ ਜਿਹੜੇ ਨੰਬਰ ਨਾਲ ਰਿਲੇਟ ਕਰਾਂ ਤਾਂ ਮੇਰਾ ਕਿੰਨਾ ਆ ਜਾਊਗਾ, 156 ਆ ਜਾਊਗਾ। ਪਰ ਤੁਹਾਡੇ ਦਿਮਾਗ ਦੇ ਵਿੱਚ ਆਉਂਦੀ ਹੈ ਕਿ 156 ਤੇ 156 ਨੂੰ 157 ਦੇ ਨਾਲ ਗੁਣਾ ਕਰੋਗੇ। ਦੇਖੋ 7 6 42, 2 ਆਪਸ਼ਨ ਤਾਂ ਤੁਹਾਡੇ ਜਿਹੜੇ ਕੱਟੇ ਗਏ ਆ। ਕਲੀਅਰ ਆ ਚੀਜ਼, ਕਿਉਂਕਿ ਯੂਨਿਟ ਡਿਜਿਟ ਤੇ 2 ਆਊਗਾ। ਪਰ ਇਹਨੂੰ ਤੁਸੀਂ ਇੱਕ ਹੋਰ ਤਰੀਕੇ ਦੇ ਨਾਲ ਦੇਖ ਸਕਦੇ ਸੀਗੇ। ਕਿਵੇਂ ਦੇਖ ਸਕਦੇ ਸੀ ਕਿ ਅਗਰ ਤੁਸੀਂ 3 ਦਾ ਸਕੇਅਰ ਕਰਦੇ, 3 ਦਾ ਸਕੇਅਰ 3 ਕਰਦੇ ਤਾਂ 9 ਆ ਜਾਓਗੇ। ਮੈਂ ਮੈਕਸਿਮਮ ਟਾਈਮ ਤੁਹਾਨੂੰ ਸੀਰੀਜ਼ ਦੇ ਵਿੱਚ ਦੱਸਦਾ ਹੁੰਦਾ। 12 ਦਾ ਸਕੇਅਰ ਪਲੱਸ 12 ਕਰ ਦੋਗੇ ਤਾਂ ਤੁਹਾਡੇ ਕੋਲ 156 ਆ ਜਾਊਗਾ। ਦੈਨ 156 ਦਾ ਸਕੇਅਰ ਕਰ ਦੋਗੇ, 156 ਐਡ ਕਰ ਦੋਗੇ ਤਾਂ ਗੱਲ ਸਾਡੀ ਇੱਥੇ ਆ ਜਾਊਗੀ। ਤੁਸੀਂ ਕਹਿਣਾ ਸਰ ਇਹਦੇ ਤਾਂ ਉਹਦੇ ਵਿੱਚ ਫਰਕ ਕੀ ਹੈ। ਹਾਂ, ਤੁਹਾਨੂੰ ਇਹ ਫਰਕ ਇਦਾਂ ਲੱਗ ਸਕਦਾ ਕਿ ਤੁਹਾਨੂੰ ਜਿਹੜੀ ਟ੍ਰਿਕ ਵਗੈਰਾ ਇਹਦਾ ਪਤਾ ਹੋ ਸਕਦੀ ਹੈ। ਕਿਵੇਂ ਕਰ ਸਕਦੇ ਹਾਂ, ਚਲੋ ਇੱਕ ਆਪਾਂ ਹਲਕੀ ਜਿਹੀ ਟ੍ਰਿਕ ਦੇਖ ਲੈਂਦੇ ਹਾਂ ਕਿ ਅਗਰ 3 ਨੰਬਰ ਦਾ ਵੀ ਹੋਵੇ ਤਾਂ ਉਹਨੂੰ ਵੀ ਕੀ ਕਰਨਾ, ਇਹਨੂੰ 2 2 ਦੇ ਪੇਅਰ ਦੇ ਵਿੱਚ ਬਣਾ ਲਓ। ਕਿਉਂਕਿ 6 ਦਾ ਸਕੇਅਰ ਆਪਾਂ 36 ਕਰਦੇ ਹਾਂ ਤੇ 15 15 225 ਆਪਾਂ ਕਰਦੇ ਹਾਂ। ਕਲੀਅਰ ਆ ਚੀਜ਼। ਹੁਣ ਤੁਹਾਡੇ ਦਿਮਾਗ ਦੇ ਵਿੱਚ ਇਹ ਆਉਂਦਾ ਹੋਊਗਾ ਕਿ ਆਹ ਤਾਂ ਮੇਰਾ ਆਨਸਰ ਨਹੀਂ ਆ ਸਕਦਾ। ਇਵੇਂ ਵੀ ਤੁਸੀਂ ਆਨਸਰ ਜਿਹੜਾ ਲਗਾ ਸਕਦੇ ਸੀਗੇ। ਹੁਣ ਕੀ ਕਰਨਾ ਹੁੰਦਾ, 15 ਨੂੰ ਕਰੋ 6 ਦੇ ਨਾਲ ਗੁਣਾ, 2 2 ਦਾ ਪੇਅਰ ਆਪਾਂ ਬਣਾਇਆ ਕਿਉਂਕਿ ਵਰਗ ਸਾਡਾ 2 ਦੀ ਫਾਰਮ ਦੇ ਵਿੱਚ ਹੁੰਦਾ। ਆ ਇਕਾਈ ਤੇ ਆ ਦਿਖਾਈ ਦੇ 15 ਛਿਕਾ ਕਿੰਨਾ ਹੋਊਗੀ, 15 ਛਿਕਾ 90 ਤੇ ਜਿਹੜਾ ਉੱਤੇ ਇਹਦਾ ਸਕੇਅਰ ਲੱਗਾ 90 ਦੂਣਾ 180। ਸੋ ਇੱਕ ਡਿਜਿਟ ਛੱਡ ਕੇ ਤੁਸੀਂ 180 ਐਡ ਕਰਾ ਦਿਓ। ਆ 6 ਹੋ ਜਾਊਗਾ, 3 ਹੋ ਜਾਊਗਾ, 8 5 13 ਹੋ ਜਾਊਗਾ, 2 ਤੇ 1 3 ਤੇ 1 4 ਹੋ ਜਾਊਗਾ, ਤੁਹਾਡਾ 24 ਹੋ ਜਾਊਗਾ। ਹੱਲੇ ਤੁਸੀਂ 156 ਇਹਦੇ ਵਿੱਚ ਹੋਰ ਜੋੜਨੇ ਆ ਕਿਉਂਕਿ ਉਹਦਾ ਸਕੇਅਰ ਵੀ ਇਹਦੇ ਵਿੱਚ ਜੋੜਨਾ। 6 ਤੇ 6 12 ਹੋ ਜਾਊਗਾ। ਕਲੀਅਰ ਆ ਚੀਜ਼। 1 ਆ ਜਾਊਗਾ, 5 ਤੇ 3 8 ਆ ਜਾਊਗਾ। ਇੱਥੋਂ ਸੌਰੀ हाँ 5 ਤੇ 8 ਤੇ 1 9 ਇੱਥੋਂ ਵੀ ਤੁਸੀਂ ਆਪਣਾ ਆਨਸਰ ਲਗਾ ਸਕਦੇ ਸੀਗੇ। 3 ਤੇ 1 4 4 ਦਾ 4 2 ਦੇ 2 ਸੋ ਇਹ ਤੁਹਾਡਾ ਆਨਸਰ ਜਿਹੜਾ ਹੋ ਜਾਊਗਾ। ਹੋਪ ਸੋ ਤੁਸੀਂ ਇਵੇਂ ਇਦਾਂ ਨਜ਼ਰਾਂ ਦੇ ਨਾਲ ਇਹਨੂੰ ਜਿਹੜਾ ਦੇਖ ਸਕਦੇ ਸੀਗੇ। ਕੋਸ਼ਿਸ਼ ਕਰਦੇ ਆ ਤੁਹਾਡੇ 30 ਤੋਂ 35 ਕਮੈਂਟ ਹੋਏ ਆ। ਬਾਕੀ ਆਪਾਂ ਮੈਕਸਿਮਮ ਟਾਈਮ ਦੇ ਵਿੱਚ ਇਹਨਾਂ ਨੂੰ ਕਵਰ ਕਰਦੇ ਆ। ਅਗਲਾ ਕੁਐਸਚਨ ਤੁਸੀਂ ਸੋਲਵ ਕਰੋ। ਇਹ ਵੀ ਤੁਹਾਡਾ ਹੈੱਡ ਕਾਂਸਟੇਬਲ ਦਾ ਪੇਪਰ ਦੇ ਵਿੱਚ ਕੁਐਸਚਨ ਦਾ ਸੀਗਾ ਇਹ। हाँ जी। सो कहते इन द फॉलोइंग क्वेश्चन सिलेक्ट द नंबर दैट कैन रिप्लेस द साइन। सो ये मैं थोड़ा डायरैक्ट दस दिंदा 3 तो 25 का की रिलेशन है, 6 तो 4 का की रिलेशन, 64 का की रिलेशन आ। ये तुसी क्वेश्चन कर लें। मेरा मतलब थानू कैलेंडर के कंसैप्ट ज़्यादा समझाने का सीगा। सो की करांगे, अगर 3 दे विच मैं 2 जोड़ देवां तो 5 का स्केयर कर देवां
ਤਾਂ ਮੇਰੇ ਕੋਲ 25 ਆਉਂਦਾ ਪਿਆ। ਸਿਮਿਲਰਲੀ 6 ਦੇ ਵਿੱਚ 2 ਜੋੜ ਦੇਵਾਂ ਤਾਂ 8 ਦਾ ਸਕੁਅਰ ਕਰ ਦੇਵਾਂ ਤਾਂ ਮੇਰੇ ਕੋਲ 64 ਆਉਂਦਾ ਪਿਆ। ਇੱਥੋਂ ਤੁਸੀਂ ਕਨਫਰਮੇਸ਼ਨ ਲੈ ਸਕਦੇ ਆ। 7 ਦਾ ਵਿੱਚ 2 ਜੋੜੂਗੇ ਤਾਂ 81 ਆ ਜਾਊਗਾ। 3 ਦੇ ਵਿੱਚ ਫਿਰ ਐਜ਼ ਇਟ ਇਜ਼ ਆਪਣਾ ਆ ਗਿਆ ਤੇ ਦੈਨ ਇੱਥੇ ਵੀ ਤੁਹਾਨੂੰ ਪਤਾ ਕਿ ਆਹੀ ਚੀਜ਼ ਆ। ਸੋ 81 ਤੁਹਾਡੇ ਆਪਸ਼ਨ ਦਾ ਸਹੀ ਆਨਸਰ ਹੋ ਜਾਊਗਾ। ਚੱਲਦੇ ਆਪਾਂ ਨੈਕਸਟ। ਆਹਾ ਕੁਐਸਚਨ ਸੁਪਰ ਡੁਪਰ ਕੁਐਸਚਨ ਸੀ ਭਾਈ। ਇਹ ਕੁਐਸਚਨ ਬਿਲਕੁਲ ਤੁਸੀਂ ਪੇਪਰ ਦੇ ਵਿੱਚ ਕਰਨਾ ਸੀ ਸਕਿਪ, ਕਿਉਂਕਿ ਜਨਰਲੀ ਲੌਜਿਕ ਇਹਦਾ ਆਉਂਦਾ ਹੀ ਨਹੀਂ ਪਿਆ। ਮੈਂ ਤੁਹਾਨੂੰ ਡਾਇਰੈਕਟ ਲੌਜਿਕ ਦੱਸ ਦਿੰਦਾ, ਫਿਰ ਨੈਕਸਟ ਸੈਸ਼ਨ ਦੇ ਵਿੱਚ ਵੀ ਮੈਂ ਇਹਨੂੰ ਰੱਖੂੰਗਾ ਕੀ ਸੀਗਾ ਇਹਦਾ ਲੌਜਿਕ। ਆਪਾਂ ਦੇਖ ਲੈਂਦੇ ਹਾਂ ਕਿ ਜਿਹੜਾ ਰੀਅਲ ਆ ਉਹ ਰੀਅਲ ਨੂੰ ਕੀ ਲਿਖਿਆ ਹੋਇਆ, ਰੀਅਲ ਨੂੰ ਲਿਖਿਆ ਹੋਇਆ। ਚਲੋ ਇਦਾਂ ਕਰਦੇ ਇਹ ਕੁਐਸਚਨ ਨੂੰ ਤੁਸੀਂ ਲਾਸਟ, ਚਲੋ ਮੈਂ ਕਰਾ ਹੀ ਦਿੰਦਾ। 299 ਹੋ ਗਿਆ। ਕੀ ਕਰਾਂਗੇ ਆਪਾਂ ਇਹਦੇ ਵਿੱਚ ਕੀ ਸੀਗਾ, ਪਹਿਲੇ 2 ਡਿਜਿਟ ਤੇ ਦੂਸਰੇ 2 ਡਿਜਿਟ। ਇਹਦੀ ਪਲੇਸ ਵੈਲਿਊ 5 18, ਇਹਦੀ ਵੈਲਿਊ 5, ਇਹਦੀ ਵੈਲਿਊ 1, ਇਹਦੀ ਵੈਲਿਊ 12। ਇਹਨਾਂ ਦੋਨਾਂ ਨੂੰ ਆਪਸ ਦੇ ਵਿੱਚ ਕੀਤਾ ਹੋਇਆ ਸੀ ਜੋੜ, ਦੈਨ ਉਸ ਤੋਂ ਬਾਅਦ ਕੀਤਾ ਹੋਇਆ ਸੀ ਗੁਣਾ। ਸੌਰੀ, ਆਹ ਕਿੰਨਾ ਹੋ ਜਾਊਗਾ 23 ਹੋ ਜਾਊਗਾ। ਦੈਨ ਉਸ ਤੋਂ ਬਾਅਦ ਆ ਕਿੰਨਾ ਹੋ ਜਾਊਗਾ 13। ਤੁਸੀਂ ਦੇਖ ਸਕਦੇ ਕਿ 23 30 69 ਹੁੰਦਾ, ਹਾਸਲ ਬਚ ਗਿਆ 6। 23 ਏਕਮ 23, 23 ਤੇ 6 29, ਸੋ 299। ਇਵੇਂ ਤੁਹਾਡਾ ਕਾਫੀ ਟਫ ਲੈਵਲ ਦਾ ਕੁਐਸਚਨ ਸੀਗਾ ਇਹ, ਮੰਨ ਕੇ ਚੱਲ ਸਕਦੇ ਆ ਕਿ 299 ਤੁਹਾਡਾ ਇਵੇਂ ਆ ਜਾਊਗਾ, ਕਿਉਂਕਿ ਸਾਡੇ ਜਨਰਲੀ ਦਿਮਾਗ ਦੇ ਵਿੱਚ ਆਉਂਦਾ ਕਿ 18 5 1 ਤੇ 12। ਇਹਦਾ ਭਾਈ ਜੋੜ ਕਰ ਲਈ, 18 ਤੇ 5 40 ਹੋ ਗਿਆ। ਹਾਂ ਇਹੀ ਸੀਗਾ ਨਾ, 18 ਤੇ 5 30 ਹੋ ਗਿਆ, 30 ਤੇ 6 36 ਹੋ ਗਿਆ। ਅਗਰ 36 ਨੂੰ ਆਪਾਂ ਤੋੜ ਮਰੋੜ ਕੇ ਦੇਖੀਏ ਤੇ 36 ਦਾ ਸਕੁਅਰ ਕਰ ਲਈਏ ਤਾਂ ਵੀ ਬਹੁਤ ਵੱਡਾ ਚੱਲ ਜਾਂਦਾ। 36 ਨੂੰ ਕਿਸੇ ਹੋਰ ਦੇ ਨਾਲ ਗੁਣਾ ਭਾਗ ਕਰਕੇ ਦੇਖੀਏ ਤਾਂ ਵੀ ਸਾਡੇ ਦਿਮਾਗ ਦੇ ਵਿੱਚ ਜਿਹੜੀ ਚੀਜ਼ ਉਹ ਆ ਨਹੀਂ ਰਹੀ ਸੀ। ਸੋ ਇਹਦੇ ਵਿੱਚ ਇਹ ਪੈਟਰਨ ਲੱਗਾ ਹੋਇਆ ਸੀ। ਕਨਫਰਮ ਤੁਸੀਂ ਕਰਾ ਸਕਦੇ ਆ। ਪਲੱਸ ਦੀ ਗੱਲ ਕਰ ਲਈਏ ਆਪਾਂ, 16 ਤੇ 12 ਨੂੰ ਇੱਕ ਪਾਸੇ ਐਡ ਕਰ ਦੇਵਾਂਗੇ, ਦੈਨ 21 ਤੇ 19 ਨੂੰ ਆਪਾਂ ਇੱਕ ਪਾਸੇ ਐਡ ਕਰ ਦੇਵਾਂਗੇ, ਆਹ ਸਾਡਾ 40 ਹੋ ਜਾਊਗਾ। ਦੈਨ ਆਹ ਕਿੰਨਾ ਹੋ ਜਾਊਗਾ ਸਾਡਾ 28 ਹੋ ਜਾਊਗਾ। ਤੁਸੀਂ 0 ਦੀ 0 ਐਜ਼ ਇਟ ਇਜ਼ ਦੇਖ ਲਓ। 8 ਚੌਕਾ 32 ਤੁਹਾਡੇ 2 ਆ ਜਾਊਗੇ, 3 ਹਾਸਲ ਬਚੂਗਾ, 4 ਦੂਣੀ 8 ਤੇ 3 11, ਸੋ 1120 ਇਹਦਾ ਜਿਹੜਾ ਆਨਸਰ ਲਿਖਿਆ ਹੋਇਆ। ਸੋ ਸਿਮਿਲਰਲੀ ਸਾਡਾ ਕੀ ਹੋ ਜਾਂਦਾ, ਰੌਕ ਦੀ ਗੱਲ ਕਰਦੇ ਹਾਂ ਆਪਾਂ, 18 ਤੇ 15 ਕਿੰਨਾ ਹੋ ਜਾਊਗਾ ਮੇਰਾ 33 ਹੋ ਜਾਊਗਾ। 33 ਨੂੰ ਮੈਂ ਕਿਹਦੇ ਨਾਲ ਗੁਣਾ ਕਰਨਾ ਸੀ, 3 ਪਲੱਸ 11 ਦੇ ਨਾਲ, ਆਹ ਮੇਰਾ 14 ਆ ਜਾਂਦਾ। ਆਹ ਕਿੰਨਾ ਆ ਜਾਂਦਾ ਸਾਡਾ 33, 4 ਤੀਏ 12। ਆ ਨਹੀਂ ਸਾਡਾ ਆਨਸਰ ਹੋ ਸਕਦਾ ਸੀ, ਇਹ ਨਹੀਂ ਆਨਸਰ ਹੋ ਸਕਦਾ ਸੀ। ਸੋ ਇਹਨੂੰ ਤੁਸੀਂ ਕੀ ਕਰ ਸਕਦੇ ਆ, 30 ਪਲੱਸ 3 ਪਲੱਸ 14, ਜਿਵੇਂ ਕਿ ਤੁਹਾਨੂੰ ਫਨਕਾਰ ਸਰ ਦੱਸਦੇ ਹੀ ਹੁੰਦੇ ਆ ਕਿ ਦੇਖੋ 420 ਹੋ ਜਾਊਗਾ। ਦੈਨ ਦੇਖੋ 13 ਚੌਕ 13 14 30 42 ਹੋ ਜਾਊਗਾ, 6 ਹੋ ਜਾਊਗਾ, 2 ਹੋ ਜਾਊਗਾ, 462 ਡੀ ਆਨਸਰ ਸਾਡਾ ਇਸ ਕੁਐਸਚਨ ਦਾ ਆਨਸਰ ਹੋ ਜਾਊਗਾ। ਸੋ ਇਹ ਕੁਐਸਚਨ ਨੂੰ ਇੱਕ ਵਾਰੀ ਮੈਂ ਫੇਰ ਦੱਸ ਦਊਂਗਾ ਕਿਵੇਂ ਕੀ ਸਾਡਾ ਦਿਮਾਗ ਦੇ ਵਿੱਚ ਅਪਰੋਚ ਰਹਿ ਸਕਦੀ ਸੀ, ਪਰ ਤੁਸੀਂ ਅਗਰ ਸਕਿਪ ਕਰਦੇ ਤਾਂ ਬੈਸਟ ਆਪਸ਼ਨ ਸੀ। ਬਾਕੀ ਤੁੱਕਾ ਜਿੰਦਾਬਾਦ, ਜਿਹੜਾ ਕਿ ਤੁਸੀਂ ਕਦੀ ਨਹੀਂ ਲਗਾਉਣਾ। ਆਹ ਸਾਡਾ ਪਿਆਰਾ ਜਿਹਾ ਕੁਐਸਚਨ ਆ, ਇੱਥੇ ਹੀ ਇਹਨੂੰ ਸੋਲਵ ਕਰ ਦਿੰਦੇ ਆ। ਸਭ ਤੋਂ ਪਹਿਲਾਂ ਤਾਂ ਇਹ ਦੇਖਣਾ ਹੁੰਦਾ ਕਿ ਕਿਹਦਾ ਕੋਡ ਸਾਨੂੰ ਪੁੱਛਿਆ। ਵਾਈਟ ਦਾ ਕੋਡ ਪੁੱਛਿਆ ਗਿਆ, ਵਾਈਟ ਦੀ ਕੋਡ ਦੀ ਗੱਲ ਕਰ ਦਿੰਦੇ ਆਪਾਂ, ਵਾਈਟ ਹੀ ਲੱਭਦੇ ਆ। ਆਹ ਦੇਖੋ ਵਾਈਟ ਫਲਾਵਰ ਐਂਡ ਕੀ ਲਿਖਿਆ ਹੋਇਆ, ਇਨ ਅ ਸਰਟਨ ਕੋਡ ਲੈਂਗੁਏਜ ਮੀ ਮੁੱਕ ਪਿਕ ਮੀਨਸ ਇਹਦਾ ਆ ਨਿਲ, ਇਹ DIC ਮਤਲਬ ਇਹਦਾ ਵਾਈਟ ਫਲਾਵਰ ਦਾ। ਇਹਦਾ ਮਤਲਬ ਆਹ ਜਿਹੜਾ ਨਿਲ ਤੇ DIC ਲਿਖਿਆ ਹੋਇਆ ਇਹ ਕੋਡ ਕਿਹਦਾ ਆ, ਵਾਈਟ ਤੇ ਫਲਾਵਰ ਦਾ। ਕਲੀਅਰ ਆ ਚੀਜ਼, ਇਹ ਮੈਂ ਫਾਸਟਲੀ ਤੁਹਾਨੂੰ ਦੱਸ ਦਿੰਦਾ, ਥੋੜਾ ਜਿਹਾ ਟਾਈਮ ਹੋ ਗਿਆ ਤੁਹਾਡਾ ਕਲਾਸ ਦਾ। ਉਸ ਤੋਂ ਬਾਅਦ ਤੁਸੀਂ ਦੇਖ ਲਓ ਕਿ ਇਹਦੇ ਵਿੱਚ ਵਾਈਟ ਕੀ, ਮੈਨੂੰ ਅਗਰ ਫਲਾਵਰ ਦਾ ਕੋਡ ਮਿਲ ਗਿਆ ਤਾਂ ਮੈਂ ਜਿਹੜਾ ਵਾਈਟ ਦਾ ਕੋਡ ਆਰਾਮ ਦੇ ਨਾਲ ਦੱਸ ਸਕਦਾ। ਉਹ ਦੇਖੋ ਕਹਿੰਦੇ ਪਿਕ ਮੁੱਕ ਡਿਕ ਮੀਨਸ ਕੀ ਆ, ਫਲਾਵਰ ਆਰ ਫਰੂਟਸ। ਸੋ ਤੁਸੀਂ ਦੇਖ ਲਓ ਸਾਨੂੰ ਅਗਰ ਫਲਾਵਰ ਦਾ ਕੋਡ ਮਿਲ ਜਾਵੇ ਤਾਂ ਇਹਦਾ ਮਤਲਬ ਤੁਸੀਂ ਨਿਲ ਤੇ ਇਹਦੇ ਕੋਡ ਦੇ ਵਿੱਚੋਂ ਦੇਖੋ ਕਿਹੜਾ ਤੁਹਾਡਾ ਕਾਮਨ ਆ। ਤੁਹਾਨੂੰ ਸਾਫ਼ ਦਿਖਦਾ ਕਿ DIC ਕਾਮਨ ਆ। ਦੈਨ NIL ਤੁਹਾਡਾ ਜਿਹੜਾ ਆਨਸਰ ਹੋ ਜਾਊਗਾ, ਵਾਈਟ ਦਾ ਕੋਡ ਹੋ ਜਾਊਗਾ। ਸੋ ਇਵੇਂ ਵੀ ਤੁਹਾਡੀ ਸਬਸਟੀਟਿਊਸ਼ਨ ਕੋਡਿੰਗ ਪੁੱਛੀ ਜਾਂਦੀ ਆ। ਸੋ ਆਹ ਤੁਹਾਡਾ ਮੇਰੇ ਵੱਲੋਂ ਕੁਐਸਚਨ ਤੁਹਾਨੂੰ ਇਹ, ਇਫ ਬੈਕ ਇਜ਼ ਕੋਡਡ ਐਜ਼। ਸੋ ਜਦੋਂ ਵੀ ਸਾਡੀ ਅਲਫਾਬੈਟ ਦੇ ਨਾਲ ਨੰਬਰ ਦੀ ਗੱਲ ਆਵੇ ਸੋ ਉਦੋਂ ਸਾਡੇ ਲਈ ਮੈਕਸਿਮਮ ਨੰਬਰ ਆਫ ਲੌਜਿਕ ਜਿਹੜੇ ਲੱਗ ਜਾਂਦੇ ਆ। ਸੋ ਜਿਵੇਂ ਕਿ ਸਾਡਾ ਪਿਛਲੇ ਕੁਐਸਚਨ ਦੇ ਸੀਗਾ, ਇਵੇਂ ਵੀ ਆਪਾਂ ਸੋਚ ਸਕਦੇ ਸੀ, ਪਰ ਉਵੇਂ ਵੀ ਮੈਂ ਇਸੇ ਕਰਕੇ ਕਿਹਾ ਸੀ ਤੁਹਾਨੂੰ ਇਹ ਕੁਐਸਚਨ ਇੱਕ ਵਾਰੀ ਮੈਂ ਦੁਬਾਰਾ ਕਰਾ ਦੂੰਗਾ, ਕਿਉਂਕਿ ਥੋੜੀ ਜਿਹੀ ਆਪਾਂ ਆਪਣੀ ਇੰਟੈਂਸ਼ਨ ਤਾਂ ਲਗਾਵਾਂਗੇ ਨਾ ਕੀ ਸਾਡਾ ਦਿਮਾਗ ਪੇਪਰ ਦੇ ਵਿੱਚ ਸੋਚ ਸਕਦਾ ਹੈ। ਸੋ ਸਾਨੂੰ ਪਤਾ ਕਿ ਅਗਰ ਇਹਨੂੰ ਲਿਖਿਆ ਹੋਇਆ 11 ਲਿਖਿਆ ਹੋਇਆ, ਆਹ 3 ਲਿਖਿਆ ਹੋਇਆ, ਆਹ 1 ਲਿਖਿਆ ਹੋਇਆ, 2 ਲਿਖਿਆ ਹੋਇਆ, ਤੁਸੀਂ ਇੱਦਾਂ ਵੀ ਦੇਖ ਸਕਦੇ 1 2 3 4 5 ਹੈ, ਤੁਸੀਂ ਕਹਿਣਾ ਨੰਬਰ 4 ਆ ਤਾਂ ਇਹਦੀ ਕੋਡਿੰਗ ਕਿਵੇਂ ਜਿਹੜੀ ਆ ਉਹ 2 ਜਿਹੜੀ 5 ਦੀ ਹੋਵੇ। ਪਰ ਤੁਸੀਂ ਇੱਕ ਚੀਜ਼ ਦੇਖੋ ਕਿ ਆਹ ਇਹਦੀ ਵੈਲਿਊ 2 ਹੁੰਦੀ ਹੈ, ਇਹਦੀ ਵੈਲਿਊ 1 ਹੁੰਦੀ ਹੈ, ਇਹਦੀ ਵੈਲਿਊ 3 ਹੁੰਦੀ ਹੈ, ਇਹਦੀ ਵੈਲਿਊ 11 ਹੁੰਦੀ ਹੈ। ਕੀ ਤੁਹਾਡੇ ਦਿਮਾਗ ਦੇ ਵਿੱਚ ਕੁਛ ਆਇਆ? ਹਾਂਜੀ ਬਿਲਕੁਲ। ਸੋ ਇਹਦੇ ਵਿੱਚ ਜਿਹੜਾ ਡਾਇਗਨਲੀ ਹੋਇਆ ਤੁਹਾਡਾ ਕਿ ਇਵੇਂ ਜਿਹੜਾ ਲਿਖ ਦਿੱਤਾ ਤੇ ਜਿਹੜਾ ਲਾਸਟ ਲੈਟਰ ਆ ਉਹਦੀ ਪਲੇਸ ਵੈਲਿਊ ਫਸਟ ਲਿਖ ਦਿੱਤੀ, ਜਿਹੜਾ ਲਾਸਟ ਲੈਟਰ ਆ ਫਸਟ ਲੈਟਰ ਆ ਉਹਦੀ ਪਲੇਸ ਵੈਲਿਊ ਲਾਸਟ ਲਿਖਤੀ, ਇੱਦਾਂ ਹੀ ਥਰਡ ਦੀ ਇੱਥੇ ਲਿਖਤੀ ਹੈ, ਇਹਦੀ ਇੱਥੇ ਲਿਖਤੀ ਹੈ। ਤੁਸੀਂ ਕਨਫਰਮੇਸ਼ਨ ਦੇ ਲਈ ਤੁਹਾਨੂੰ ਦਿੱਤਾ ਹੋਇਆ ਕੇਕ ਦੀ ਤੁਸੀਂ ਗੱਲ ਕਰਦੇ ਆ, ਇਹਦਾ 5 ਹੋ ਜਾਊਗਾ, ਇਹਦਾ 11 ਹੋ ਜਾਊਗਾ, ਆਹ 1 ਹੋ ਜਾਊਗਾ, ਆਹ ਸਾਡਾ 3।
ਚੈੱਕ ਕਰਾ ਸਕਦੇ ਨਾ ਇਵੇਂ ਤੁਹਾਡੇ। ਦੈਨ ਜਨਰਲੀ ਤੁਸੀਂ ਦੇਖ ਲਓ ਕਿ 13 ਤੁਹਾਡਾ ਲਾਸਟ ਦੇ ਵਿੱਚ ਆ ਜਾਊਗਾ, ਆ ਨਹੀਂ ਹੋ ਸਕਦਾ, ਆ ਨਹੀਂ ਹੋ ਸਕਦਾ। 13 ਦੇ ਨਾਲ ਤੁਹਾਨੂੰ ਇੱਕ ਚਾਹੀਦਾ, ਇੱਕ ਹੈਗਾ। ਦੈਨ ਉਸ ਤੋਂ ਬਾਅਦ ਸਾਡਾ ਜਾਂ ਤਾਂ ਆ ਆਨਸਰ ਹੋਊਗਾ ਜਾਂ ਤਾਂ ਇਹ ਹੋ ਜਾਊਗਾ। ਇਹਦੇ ਨਾਲ ਚੰਗਾ ਕਿ ਆਪਾਂ ਲਿਖ ਹੀ ਲਈਏ, 5 ਹੋ ਜਾਊਗਾ। ਦੈਨ ਉਸ ਤੋਂ ਬਾਅਦ 4 ਹੋ ਜਾਊਗਾ, 54 ਹੋ ਜਾਊਗਾ। ਦੈਨ ਇਹ ਨਹੀਂ ਖਤਮ ਹੋਇਆ ਤਾਂ ਆਪਸ਼ਨ ਨੰਬਰ ਬੀ ਸਾਡਾ ਆਪਸ਼ਨ ਇਸ ਕੁਐਸਚਨ ਦਾ ਸਹੀ ਹੋ ਜਾਊਗਾ। ਸੋ ਇਦਾਂ ਦੇ ਕੁਐਸਚਨ ਵੀ ਤੁਸੀਂ ਆ ਸਕਦੇ ਤੁਹਾਡੇ ਜਿਹੜੇ ਇਹਨਾਂ ਨੰਬਰਾਂ ਦੇ ਉੱਤੇ ਜਿਹੜੇ ਬਣਦੇ ਪਏ ਆ। 1-2 ਮਿੰਟ ਹੋਰ ਤੇ ਤੁਹਾਡੇ ਜਿਹੜੇ ਫਾਸਟ ਆਪਾਂ 12 ਕੁਐਸਚਨ ਐਟਲੀਸਟ ਤਾਂ ਕਰ ਲਈਏ। ਆਹ ਆਪਾਂ ਕੋਡਡ ਬਲੱਡ ਰਿਲੇਸ਼ਨ ਦੀ ਗੱਲ ਕਰਦੇ ਹਾਂ। ਸਿਰਫ ਇਹ ਦੇਖਣ ਨੂੰ ਹੀ ਭਿਆਨਕ ਲੱਗਦਾ ਪਿਆ ਬਟ ਹੈ ਬਹੁਤ ਸੌਖਾ ਆ। ਕਹਿੰਦੇ ਕੀ ਲਿਖਿਆ ਹੋਇਆ A/B ਸਿੱਧਾ ਡਾਇਰੈਕਟ ਆਉਂਦੇ ਕਿ ਜਦੋਂ ਵੀ ਸਾਨੂੰ ਡਾਇਰੈਕਟ ਸਟੇਟਮੈਂਟ ਦਿੱਤੀ ਹੋਵੇ ਤਾਂ ਇੱਕ ਚੀਜ਼ ਆਉਂਦੀ ਕਿ ਆਪਾਂ ਲਾਸਟ ਬੰਦੇ ਦਾ ਜੈਂਡਰ ਨਹੀਂ ਡਿਫਾਈਨ ਕਰ ਸਕਦੇ, ਤੇ ਅਗਰ ਸਾਨੂੰ ਕੋਡਿੰਗ ਦੇ ਵਿੱਚ ਪੁੱਛਿਆ ਹੋਵੇ ਤਾਂ ਉਹਨਾਂ ਨੇ ਪੁੱਛਿਆ ਹਾਊ ਇਜ਼ S ਰਿਲੇਟਡ ਟੂ T। ਸੋ ਇੱਕ ਜਨਰਲ ਜੀ ਸਿੰਗਲ ਸਾਡੇ ਕੋਲ ਲੀਨੀਅਰ ਇਕੁਏਸ਼ਨ ਆ, ਉਹਨੂੰ ਆਪਾਂ ਸੋਲਵ ਕਰ ਦਿੰਦੇ। P+R ਦਾ ਮਤਲਬ ਕੀ ਹੈ? P+R ਦਾ ਮਤਲਬ ਕਿ ਜਿਹੜਾ A ਇਜ਼ ਦਾ ਮਦਰ ਆਫ B, ਇਹਦਾ ਮਤਲਬ ਜਿਹੜਾ ਫਸਟ ਪਰਸਨ ਆ ਉਹ ਮਦਰ ਕਿਹਦੀ ਆ? ਸੈਕਿੰਡ ਦੀ ਹੈ। ਮਦਰ ਕਿਹੜੀ? ਸੈਕਿੰਡ ਦੀ ਹੈ। ਦੈਨ ਇਨਟੂ ਦਾ ਮਤਲਬ ਕੀ ਆ? ਇਨਟੂ ਦਾ ਮਤਲਬ ਤੁਸੀਂ ਦੇਖੋ ਕਿ A ਇਜ਼ ਦਾ ਸਿਸਟਰ ਆਫ B, ਇਹਦਾ ਮਤਲਬ ਜਿਹੜਾ ਪਹਿਲਾ ਪਰਸਨ ਆ ਉਹ ਸਿਸਟਰ ਆ ਕਿਹਦੀ? ਸੈਕਿੰਡ ਦੀ। ਆਹ ਸਿਸਟਰ ਆ ਕਿਹਦੀ? ਸੈਕਿੰਡ ਦੀ। ਦੈਨ ਉਸ ਤੋਂ ਬਾਅਦ ਮਾਈਨਸ ਦਾ ਮੀਨਸ ਕੀ ਆ? ਮਾਈਨਸ ਦਾ ਮੀਨਸ ਦੇਖੋ ਕਿ A ਇਜ਼ ਦਾ ਫਾਦਰ ਆਫ B, ਜਿਹੜਾ ਪਹਿਲਾ ਪਰਸਨ ਆ ਉਹ ਫਾਦਰ ਕਿਹਦਾ ਆ? ਸੈਕਿੰਡ ਦਾ। ਜਿਹੜਾ ਪਹਿਲਾ ਪਰਸਨ ਆ ਉਹ ਫਾਦਰ ਕਿਹਦਾ? ਸੈਕਿੰਡ ਦਾ। ਹਲੇ ਸੈਕਿੰਡ ਦਾ ਵੀ ਜਿਹੜਾ ਉਹ ਰਿਲੇਸ਼ਨ ਨਹੀਂ ਪਤਾ। ਦੈਨ ਡਿਵਾਈਡ ਦਾ ਮਤਲਬ ਕੀ ਆ? A ਇਜ਼ ਦਾ ਡਾਟਰ ਆਫ B। ਹੁਣ ਇੱਥੇ ਇੱਕ ਚੀਜ਼ ਧਿਆਨ ਦੇ ਨਾਲ ਸਮਝਣੇ ਵਾਲੀ ਹੈ। ਇੱਥੇ ਤੁਹਾਨੂੰ Q ਤੇ S ਦੇ ਵਿੱਚ ਦਿੱਕਤ ਆ ਸਕਦੀ ਹੈ, ਧਿਆਨ ਦੇ ਨਾਲ ਸਮਝਿਓ ਕਿਵੇਂ ਮੈਂ ਤੁਹਾਨੂੰ ਦੱਸਦਾ। ਇਹਦੇ ਵਿੱਚ Q ਡਿਵਾਈਡ ਬਾਏ ਸਿਰਫ Q ਤੇ S ਦੀ ਗੱਲ ਕਰਦੇ ਆਪਾਂ। Q ਤੇ S ਦੀ ਗੱਲ ਉਹਨੇ ਦੱਸਿਆ ਕਿ A ਇਜ਼ ਦਾ ਡਾਟਰ ਆਫ B। ਹੁਣ ਜਿਹੜੇ ਪਹਿਲਾ ਪਰਸਨ ਆ ਉਹ ਡਾਟਰ ਆ ਕਿਹਦੀ? ਜਿਹੜਾ ਪਹਿਲਾ ਪਰਸਨ ਆ ਉਹ ਡਾਟਰ ਆ ਕਿਹਦੀ? ਸੈਕਿੰਡ ਦੀ। ਤੁਸੀਂ ਇੱਕ ਚੀਜ਼ ਪਹਿਲਾਂ ਪੜ੍ਹ ਕੇ ਹਟੇ ਆ ਕਿ ਜਿਹੜਾ T ਇਜ਼ ਦਾ ਫਾਦਰ ਆਫ Q, ਅਗਰ T ਇਜ਼ ਦਾ ਫਾਦਰ ਆਫ Q ਆ ਤਾਂ ਦੈਨ ਡੈਫੀਨੇਟਲੀ ਅਗਰ ਇਹਦੀ ਮੰਮੀ ਹੋਈ ਤਾਂ ਇਹਦੀ ਉਹ ਵਾਈਫ ਹੋ ਜਾਊਗੀ, ਇਹਦੀ ਉਹ ਵਾਈਫ ਹੋ ਜਾਊਗੀ। ਤੇ ਦੈਨ ਇੱਥੋਂ ਹੀ ਤੁਹਾਨੂੰ ਆਨਸਰ ਜਿਹੜਾ ਉਹ ਮਿਲ ਚੁੱਕਿਆ ਸੀ। U ਨੂੰ ਸੋਲਵ ਕਰਨ ਦੀ ਲੋੜ ਨਹੀਂ, ਫਿਰ ਵੀ ਕਰਨਾ ਤਾਂ ਕਰ ਲਓ। ਪਲੱਸ ਦਾ ਮਤਲਬ ਕੀ ਆਪਾਂ ਦੇਖ ਕੇ ਹਟੇ ਆ ਕਿ A ਇਜ਼ ਦਾ ਮਦਰ ਆਫ B। A ਇਜ਼ ਦਾ ਮਦਰ ਆਫ B, ਜਿਹੜਾ ਪਹਿਲਾ ਪਰਸਨ ਆ ਉਹ ਮਦਰ ਕਿਹਦੀ ਆ? ਸੈਕਿੰਡ ਦੀ। ਤਾਂ ਦੈਨ ਇਹਦੀ ਉਹ ਕੀ ਹੋ ਜੂਗੀ? ਬ੍ਰਦਰ ਸਿਸਟਰ ਹੋ ਜਾਊਗਾ। ਦੈਨ ਇਹਦਾ ਸਾਨੂੰ ਜੈਂਡਰ ਡਿਫਾਈਨਡ ਨਹੀਂ ਹੋ ਜਾਊਗਾ, ਇਹ ਪਲੱਸ ਮਾਈਨਸ ਕੁਝ ਵੀ ਹੋ ਸਕਦਾ ਬਟ ਸਾਨੂੰ ਪੁੱਛਿਆ ਸੀ। ਦੈਨ ਹਾਊ ਇਜ਼ S ਰਿਲੇਟਡ ਟੂ T। S T ਦੇ ਨਾਲ ਕਿਵੇਂ ਰਿਲੇਟ ਕਰਦਾ ਪਿਆ? ਤੁਸੀਂ ਦੇਖ ਲਓ ਕਿ ਦੋਨੋਂ ਆਪਸ ਦੇ ਵਿੱਚ ਹਸਬੈਂਡ ਵਾਈਫ ਆ। S ਦਾ ਰਿਲੇਸ਼ਨ ਪੁੱਛਿਆ ਹੋਇਆ ਤਾਂ ਦੈਨ ਡਾਟਰ ਨਹੀਂ ਆ ਸਕਦਾ, ਮਦਰ ਨਹੀਂ ਆ ਸਕਦਾ, ਸਿਸਟਰ ਨਹੀਂ ਆ ਸਕਦਾ। ਵਾਈਫ ਸਾਡਾ ਇਸ ਕੁਐਸਚਨ ਦਾ ਆਨਸਰ ਜਿਹੜਾ ਉਹ ਸਹੀ ਹੋ ਜਾਊਗਾ। ਤੁਸੀਂ ਦੇਖ ਲਿਓ ਕਿਵੇਂ ਸਾਡਾ ਇਹ ਆਨਸਰ ਬਣੂਗਾ। ਆਹ ਕੁਐਸਚਨ ਆ, ਇਹ ਵੀ ਚਲੋ ਕਰ ਲੈਂਦੇ। 12 ਕੁਐਸਚਨ 12। ਇੱਕ ਆਹ ਕਾਊਂਟਿੰਗ ਆਫ ਫਿਗਰ ਦਾ ਕੁਐਸਚਨ ਕਰ ਲੈਂਦੇ ਤੇ ਇੱਕ ਆਹ ਸੀਰੀਜ਼ ਵਾਲਾ ਕੁਐਸਚਨ ਕਰ ਲੈਂਦੇ ਆ। ਸੋ ਸੀਰੀਜ਼ ਦੇ ਵਿੱਚ ਸਾਨੂੰ ਕੀ ਦਿੱਤਾ ਹੋਇਆ? 3 5 7 8 15 ਕੁਐਸਚਨ ਮਾਰਕ 31 26। ਸੋ ਜਦੋਂ ਕਦੀ ਵੀ ਸਾਨੂੰ ਕੁਐਸਚਨ ਮਾਰਕ ਗੱਭੇ ਦਿੱਤਾ ਹੋਵੇ ਤਾਂ ਸਾਨੂੰ ਥੋੜਾ ਜਿਹਾ ਅਲੱਗ ਹਟ ਕੇ ਸੋਚਣਾ ਪੈਂਦਾ, ਕਿਉਂਕਿ ਸਾਡੇ ਕੋਲ ਪੈਟਰਨ ਹੁਣ ਤੁਸੀਂ ਦੇਖੋ ਕਿ ਇੱਥੇ ਵਿੱਚ ਨੰਬਰ ਆਫ ਜਿਹੜੇ ਆ 5 ਤੋਂ ਜ਼ਿਆਦਾ ਦਿੱਤੇ ਹੋਏ ਆ। ਕਿਤੇ ਨਾ ਕਿਤੇ ਸਾਡੇ ਦਿਮਾਗ ਦੇ ਵਿੱਚ ਅਲਟਰਨੇਟ ਜਿਹੜਾ ਪੈਟਰਨ ਉਹ ਆਉਣਾ ਚਾਹੀਦਾ। ਕਿਉਂਕਿ ਤੁਸੀਂ ਸਟਾਰਟਿੰਗ ਦੇ ਵਿੱਚ ਚਲੋ ਮੈਂ ਡਾਇਰੈਕਟ ਹੀ ਤੁਹਾਨੂੰ ਦੱਸ ਦਿੰਦਾ, ਅਲਟਰਨੇਟ ਆਪਾਂ ਚੈੱਕ ਕਰਾਵਾਂਗੇ। 3 ਤੋਂ 4 ਗਏ ਆਪਾਂ, 3 ਤੋਂ 7 ਗਏ, 4 ਹੋ ਗਏ। ਤੁਸੀਂ ਇੱਥੋਂ ਦੇਖ ਲਓ ਕਿ 8 ਤੁਹਾਨੂੰ ਪਤਾ ਇੱਥੋਂ ਦੁੱਗਣਾ ਹੁੰਦਾ ਪਿਆ ਤਾਂ ਡੈਫੀਨੇਟਲੀ ਤੁਹਾਡਾ ਅੱਗੇ ਜਿਹੜਾ ਦੁੱਗਣਾ ਹੋਣਾ ਚਾਹੀਦਾ। ਦੈਨ ਇੱਥੇ ਕਿੰਨਾ ਹੁੰਦਾ? ਦੁੱਗਣਾ 16 ਹੋ ਜਾਊਗਾ। 15 ਤੇ 16 31 ਤੁਹਾਨੂੰ ਕਨਫਰਮੇਸ਼ਨ ਜਿਹੜੀ ਮਿਲ ਗਈ ਆ ਕਿ ਹਾਂ ਬਿਲਕੁਲ ਸਹੀ ਹੈ। ਪਰ ਤੁਸੀਂ ਇੱਥੇ ਦੇਖੋ ਕਿ 5 ਤੇ 3 8 ਹੋ ਜਾਊਗਾ। ਦੈਨ ਇੱਥੇ ਤੁਹਾਨੂੰ ਕੁਐਸਚਨ ਮਾਰਕ ਇਹ ਨਹੀਂ ਪਤਾ। ਦੈਨ ਇੱਥੇ ਤੁਸੀਂ ਕੀ ਕਰੋਗੇ ਕਿ ਅਗਰ ਇਹਦੇ ਵਾਂਗੂ ਸੋਚ ਕੇ ਇੱਥੇ 3 ਦਾ ਦੁੱਗਣਾ ਕਿੰਨਾ ਹੋ ਜਾਂਦਾ ਭਾਈ? 3 ਦਾ ਦੁੱਗਣਾ 6 ਹੋ ਜਾਂਦਾ। 3 ਦਾ ਦੁੱਗਣਾ 6 ਹੋ ਜਾਂਦਾ। ਅਗਰ ਤੁਸੀਂ ਇੱਥੇ 14 ਲਗਾ ਦਿਓ, 14 ਤੁਹਾਡੇ ਆਪਸ਼ਨ ਦੇ ਵਿੱਚ ਹੈਗਾ, ਮੰਨ ਕੇ ਚੱਲਦੇ ਆ ਕਿ ਆਨਸਰ ਤੁਹਾਡਾ ਸਹੀ ਹੋ ਸਕਦਾ। ਦੈਨ 6 ਦਾ ਦੁੱਗਣਾ ਕਿੰਨਾ ਹੁੰਦਾ? 6 ਦਾ ਦੁੱਗਣਾ ਕਿੰਨਾ ਹੁੰਦਾ? 12। ਇਹਨਾਂ ਦੋਨਾਂ ਦੇ ਵਿੱਚ ਮਤਲਬ 12 ਦਾ ਡਿਫਰੈਂਸ ਹੋਣਾ ਚਾਹੀਦਾ। ਤੁਸੀਂ ਬਾਕੀ ਦੇਖ ਸਕਦੇ ਆ ਕਿ 14 ਤੇ 12 26 ਹੁੰਦਾ। ਸੋ ਇਸ ਕਰਕੇ 14 ਹੀ ਤੁਹਾਡਾ ਇਸ ਕੁਐਸਚਨ ਦਾ ਸਹੀ ਆਨਸਰ ਹੋ ਜਾਊਗਾ। ਹੋਪ ਸੋ ਤੁਹਾਨੂੰ ਸਮਝ ਲੱਗਾ ਹੋਊਗਾ। ਲਾਸਟ ਕੁਐਸਚਨ ਕਰਦੇ ਆ ਸੈਸ਼ਨ ਦਾ, ਕਿਉਂਕਿ ਸੈਸ਼ਨ ਥੋੜਾ ਜਿਹਾ ਤੁਹਾਡਾ ਲੰਬਾ ਹੋ ਗਿਆ। ਪਹਿਲਾ ਸੈਸ਼ਨ ਸੀਗਾ ਇਸ ਕਰਕੇ, ਕਿਉਂਕਿ ਕੈਲੰਡਰ ਦੇ ਸਵਾਲ ਤੁਹਾਡੇ ਵਾਕਈ ਜਿਹੜੇ ਕੈਲਕੂਲੇਟਿਵ ਸੀਗੇ। ਸੋ ਕਹਿੰਦੇ ਇਨ ਦਾ ਹਾਊ ਮੈਨੀ ਟਰਾਈਐਂਗਲ ਆਰ ਦੇਅਰ ਇਨ ਦਾ ਫੋਲੋਇੰਗ ਫਿਗਰ। ਸੋ ਇਹ ਤੁਹਾਨੂੰ ਪਤਾ ਜਦੋਂ ਵੀ ਤੁਹਾਡੇ ਕੋਲ ਇਦਾਂ ਦੀ ਫਿਗਰ ਆਵੇ, ਤੁਹਾਨੂੰ ਇੱਕ ਬੇਸਿਕ ਜਿਹੜਾ ਸਟਾਰਟਿੰਗ ਦੇ ਵਿੱਚ ਦੱਸਿਆ ਜਾਂਦਾ ਕਿ ਜਦੋਂ ਕਦੀ ਵੀ ਇਦਾਂ ਦੀ ਫਿਗਰ ਆਵੇ, ਨੰਬਰ ਆਫ ਐਮਪਟੀ ਪਲੇਸਿਸ ਦੇਖ ਕੇ ਆਪਾਂ ਜਿਹੜਾ ਮੈਕਸਿਮਮ ਨੰਬਰ ਆ ਉਹਨੂੰ 2 ਦੇ ਨਾਲ ਗੁਣਾ ਕਰਕੇ ਆਪਣੇ ਕੋਲ ਜਿਹੜਾ ਨੰਬਰ ਆਫ ਟਰਾਈਐਂਗਲ ਉਹ ਸਾਨੂੰ ਜਿਹੜਾ ਪਤਾ ਲੱਗ ਜਾਂਦਾ। ਸੋ ਇਹਦੇ ਵਿੱਚ ਦੇਖਾਂਗੇ ਆਪਾਂ 1 2 3 4 5 6 7 8 ਇਹ ਹੋ ਗਿਆ 8 ਸਾਡੇ ਕੋਲ ਨੰਬਰ ਆਫ ਟਰਾਈਐਂਗਲ ਹੋ ਗਈਆਂ। 8 ਨੂੰ ਆਪਾਂ 2 ਦੇ ਨਾਲ ਗੁਣਾ ਕਰਾਂਗੇ, ਇੱਥੇ ਤੁਹਾਨੂੰ ਦਿਖਣਾ ਨਹੀਂ, ਚਲੋ ਆਪਾਂ ਇੱਥੇ ਲਗਾਉਂਦੇ ਹਾਂ। 8 ਨੂੰ 2 ਦੇ ਨਾਲ ਗੁਣਾ ਕਰਾਂਗੇ ਤਾਂ 16 ਮੇਰੇ ਕੋਲ ਐਜ਼ ਇਟ ਇਜ਼ ਹੋ ਜਾਊਗੀ। ਅਗਰ 16 ਹੋ ਗਈ ਤਾਂ 14 ਤਾਂ ਮੇਰਾ ਆਨਸਰ ਹੋ ਨਹੀਂ ਸਕਦਾ ਭਾਈ। ਦੈਨ ਹੁਣ ਉਸ ਤੋਂ ਬਾਅਦ ਤੁਹਾਨੂੰ ਇੱਕ ਚੀਜ਼ ਹੋਰ ਦੱਸੀ ਜਾਂਦੀ ਕਿ ਜਦੋਂ ਕਦੀ ਵੀ ਇਦਾਂ ਦਾ ਪੈਟਰਨ ਹੋਵੇ, 1 ਤੇ +2, 1 ਤੇ +2 ਨੂੰ ਆਪਾਂ ਜੋੜ ਕਰ ਦਿੰਦੇ ਹਾਂ ਤਾਂ 3 ਮੇਰੇ ਕੋਲ ਆ ਜਾਊਗਾ। 1 ਤੇ 2 ਤੁਹਾਨੂੰ ਦੇਖੋ ਕਿ ਆਹ ਜਿਹੜੀ ਮੈਂ ਤੁਹਾਨੂੰ ਨੀਚੇ ਕਹਾਣੀ ਦੱਸ ਕੇ ਹਟਿਆ ਉਹ 16 ਤੇ +3 19 ਕੀ ਤੁਹਾਡਾ 19 ਆਨਸਰ ਆ।
ਤੁਹਾਡੇ ਵਿੱਚੋਂ ਬਹੁਤ ਜਾਣੇ ਬੱਚੇ ਜਲਦੀ ਲਗਾ ਸਕਦੇ ਆ 19 ਪਰ 19 ਵੀ ਤੁਹਾਡਾ ਆਨਸਰ ਸਹੀ ਨਹੀਂ ਹੈ। 14 ਤਾਂ ਸਾਡਾ ਵੈਸੇ ਹੀ ਕੱਟਿਆ ਗਿਆ, ਜਾਂ ਤਾਂ 21 ਹੋਊਗਾ ਜਾਂ ਤਾਂ ਇਸੇ ਕਰਕੇ 19 ਵੀ ਦਿੱਤਾ ਜਾਂਦਾ। ਤੇ ਹੁਣ ਦੇਖਾਂਗੇ ਦੋਨਾਂ ਨੂੰ ਕੰਬਾਈਨਡ ਕਰਨ ਦੇ ਨਾਲ ਕਿਹੜੀ ਕੋਈ ਟਰਾਈਐਂਗਲ ਬਣ ਰਹੀ ਹੈ। ਹਾਂ ਬਿਲਕੁਲ ਜਿਹੜੀ ਬਣ ਰਹੀ ਹੈ, ਅਗਰ ਇਹਨਾਂ ਦੋਨਾਂ ਨੂੰ ਕੰਬਾਈਨਡ ਆਪਾਂ ਕਰਾਂਗੇ ਤੁਸੀਂ ਦੇਖੋਗੇ ਕਿ ਇੱਕ ਟਰਾਈਐਂਗਲ ਤੁਹਾਡੇ ਕੋਲ ਇਹ ਬਣ ਗਈ। ਆ ਜਿਹੜੀ ਅਲੱਗ ਤੋਂ ਬਣਾਈ ਹੋਈ ਹੈ 20 ਨੰਬਰ ਟਰਾਈਐਂਗਲ ਤੁਹਾਡੀ ਇਹ ਬਣ ਗਈ। ਦੈਨ ਉਸ ਤੋਂ ਬਾਅਦ ਇੱਕ ਜਿਹੜੀ ਟਰਾਈਐਂਗਲ ਸਿਮਿਲਰਲੀ ਇਹਦੇ ਓਪੋਜ਼ਿਟ ਵੀ ਬਣ ਗਈ। ਸੋ 21 ਨੰਬਰ ਆਫ ਟਰਾਈਐਂਗਲ ਤੁਹਾਡਾ ਇਸ ਕੁਐਸਚਨ ਦਾ ਜਿਹੜਾ ਸਹੀ ਹੋ ਜਾਊਗਾ। ਬਾਕੀ ਆ 2 ਕੁਐਸਚਨ ਲਾਸਟ ਦੇ ਵਿੱਚ ਸੀਗੇ, 3 ਹੀ ਕੁਐਸਚਨ ਮੈਂ ਛੱਡੇ ਆ। ਬਾਕੀ ਤੁਹਾਡੇ ਜਿਹੜੇ ਕੈਲੰਡਰ ਦੇ ਸਵਾਲ ਆ ਨਾ ਤੁਸੀਂ ਜ਼ਰੂਰ ਦੇਖਣਾ। ਸੋ ਇੱਕ ਵਾਰ ਫਿਰ ਤੋਂ ਐਪਲੀਕੇਸ਼ਨ ਇੰਸਟਾਲ ਕਰ ਲਿਓ ਤੇ ਮਿਲਾਂਗੇ ਆਪਾਂ ਇੱਦਾਂ ਹੀ ਆਉਣ ਵਾਲੇ ਸੈਸ਼ਨ ਦੇ ਵਿੱਚ। ਇੱਕ ਵਾਰੀ ਸਿਲੇਬਸ ਨੂੰ ਮੋਟਾ ਨਜ਼ਰ ਜ਼ਰੂਰ ਮਾਰ ਲਿਓ। ਫਿਰ ਵੀ ਅਗਰ ਤੁਹਾਡਾ ਕੋਈ ਡਾਊਟ ਰਹਿ ਗਿਆ ਹੋਵੇ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਉੱਤੇ ਥੱਲੇ ਲਿਖ ਸਕਦੇ ਆ। ਬਾਕੀ ਤੁਸੀਂ ਬੇਚਿੰਤ ਹੋ ਜਾਓ, ਤੁਹਾਡੇ ਜਿਹੜੇ MCQ ਦੀ ਸੀਰੀਜ਼ ਦੇ ਵਿੱਚ ਤੁਹਾਨੂੰ ਜਿਹੜੇ ਕੁਐਸਚਨ ਇਹ ਮਿਲਦੇ ਰਹਿਣਗੇ। ਸੋ ਥੈਂਕ ਯੂ, ਬਾਏ ਬਾਏ, ਟੇਕ ਕੇਅਰ। ਮਿਲਾਂਗੇ ਆਪਾਂ ਆਉਣ ਵਾਲੇ ਸੈਸ਼ਨਾਂ ਦੇ ਵਿੱਚ। ਤਦ ਤੱਕ ਮੈਨੂੰ ਦਿਓ ਇਜਾਜ਼ਤ ਤੇ ਆਪਣਾ ਤੇ ਆਪਣੀ ਫੈਮਿਲੀ ਦਾ ਧਿਆਨ ਰੱਖਿਓ ਤੇ ਪੜ੍ਹਦੇ ਜ਼ਰੂਰ ਰਹੋ। ਥੈਂਕ ਯੂ, ਬਾਏ ਬਾਏ, ਟੇਕ ਕੇਅਰ।